let's start this. So ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ, ਤੁਸੀਂ ਟਾਈਮ ਕੱਢਿਆ ਜਿਹੜਾ ਵਕਤ ਆਪਣਾ ਲੈ ਕੇ, ਔਰ ਬੜੀ ਜ਼ਰੂਰੀ ਸੀ ਇਸ ਬਾਬਤ ਗੱਲ ਕਰਨੀ ਕਿ ਅੱਜ ਦੇ ਜਿਹੜੇ ਟਾਈਮ ਜਿਹੜਾ ਚੱਲ ਰਿਹਾ ਉਹਦੇ 'ਚ ਆਪਾਂ ਇਹ ਗੱਲਬਾਤ ਕਰੀਏ, ਔਰ ਸਪੈਸ਼ਲੀ ਸਾਡੇ ਭਾਈਚਾਰੇ ਤੱਕ ਇਹ ਸੁਨੇਹਾ ਪਹੁੰਚਾਉਣਾ ਵੀ ਬਹੁਤ ਜ਼ਰੂਰੀ ਹੈ, ਜਿੱਥੇ ਕਿ ਲੋਕ ਜਿਹੜੇ ਨੇ ਉਹ ਘਰਾਂ ਦੇ ਅੰਦਰ ਨੇ, ਚਾਹੇ ਉਹ ਅਤੇ ਸਾਰੀ ਗਲੋਬਲ ਵਿਲੇਜ ਦੀ ਜੇਕਰ ਗੱਲ ਕਰੀਏ, ਸਾਰੇ ਕਿਤੇ ਹੀ ਹਾਲ ਹੈ, ਸਾਰਿਆਂ ਦੀਆਂ ਮੁਸ਼ਕਲਾਂ ਵੀ ਉਦਾਂ ਦੀਆਂ ਨੇ, ਜ਼ਰੂਰਤਾਂ ਵੀ ਉਦਾਂ ਦੀਆਂ ਨੇ। ਸੋ ਸਤਵਿੰਦਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ, ਇਹ ਇੱਕ ਖਾਸ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਆਪਣੇ ਘਰੋਂ ਕਰ ਰਹੇ ਹਾਂ, ਜਿਵੇਂ ਕਿ ਦੁਨੀਆ ਭਰ ਦੇ ਵਿੱਚ ਅਜਿਹਾ ਹੋ ਰਿਹਾ। ਸੋ ਕੋਰੋਨਾ ਵਾਇਰਸ ਦੇ ਕਾਰਨ ਲਾਕਡਾਊਨ, ਆਈਸੋਲੇਸ਼ਨ, ਜਾਂ ਇਹ ਕਹਿ ਲਓ ਕਿ ਵੱਖ-ਵੱਖ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੇ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਪਾਬੰਦੀਆਂ ਲਗਾਈਆਂ ਨੇ, ਜਿਹੜੀਆਂ ਪਾਬੰਦੀਆਂ ਸਾਡੇ ਤੁਹਾਡੇ ਸਾਰਿਆਂ ਦੀ ਜਾਨ ਦੇ ਵਾਸਤੇ ਨੇ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਅਸੀਂ ਇਸ ਜਿਹੜੇ ਪ੍ਰੋਗਰਾਮ ਨੇ, ਅਸੀਂ ਹੁਣ ਸਾਰਾ ਮੀਡੀਆ ਜਿਹੜਾ ਜਗਤ ਹੈ ਉਹ ਘਰਾਂ ਤੋਂ ਪ੍ਰੋਗਰਾਮ ਕਰ ਰਹੇ ਨੇ, ਔਰ ਐਕਸਪਰਟਸ ਜਿਹੜੇ ਨੇ ਸਾਡੇ ਉਹ ਵੀ ਆਪਣੇ ਘਰਾਂ ਤੋਂ ਕੰਮ ਕਰ ਰਹੇ ਨੇ। ਸੋ ਸਤਵਿੰਦਰ ਕੌਰ ਜੀ ਜਿਹੜੇ ਹਨ ਜੀ, ਇਹ ਸਤਵਿੰਦਰ ਕੌਰ ਖੁਰਮੀ ਜੀ, ਇਹ ਇੱਕ ਲੰਬੇ ਤਜਰਬੇ ਵਾਲੇ ਸਾਈਕੋਥੈਰੇਪਿਸਟ ਹਨ, ਔਰ ਇਸ ਦੇ ਨਾਲ RSW ਹਨ, ਔਰ ਇਸ ਦੇ ਨਾਲ ਇਹਨਾਂ ਦਾ ਜਿਹੜਾ ਤਜਰਬਾ ਹੈ ਭਾਈਚਾਰੇ ਦੇ ਵਿੱਚ, ਖਾਸ ਤੌਰ ਦੇ ਉੱਤੇ ਅਜਿਹੀਆਂ ਜਿਹੜੀਆਂ ਮਨੋਵਿਗਿਆਨਿਕ ਜਾਂ ਮਾਨਸਿਕ ਜਿਹੜੀਆਂ ਰੋਗ ਨੇ, ਜਿਨ੍ਹਾਂ 'ਚ ਤਣਾਅ ਜਿਹੜਾ ਹੈ, ਚਿੰਤਾ, ਡਿਪਰੈਸ਼ਨ ਆਦਿ ਜਿਹੜੀਆਂ ਗੱਲਾਂ ਆਉਂਦੀਆਂ ਨੇ, ਇਹਨਾਂ ਦੇ ਬਾਬਤ ਬਾਖੂਬੀ ਬੜੇ ਲੰਬੇ ਸਮੇਂ ਤੋਂ ਪਰਿਵਾਰਾਂ ਨੂੰ ਇਹ ਸੇਵਾਵਾਂ ਦਿੰਦੇ ਆ ਰਹੇ ਨੇ। ਸੋ ਟੋਰਾਂਟੋ, ਕੈਨੇਡਾ ਭਰ ਦੇ ਵਿੱਚ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਮਾਂ ਕੱਢਣ ਦੇ ਲਈ, ਔਰ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਹੈ ਦਾ ਥਾਟਸ, ਉਹਨੂੰ ਬਹੁਤ-ਬਹੁਤ ਅਸੀਂ ਮੁਬਾਰਕਬਾਦ, ਸ਼ਾਬਾਸ਼ ਦਿੰਦੇ ਹਾਂ ਭਾਈਚਾਰੇ ਵੱਲੋਂ ਕਿ ਤੁਸੀਂ ਇਹਨਾਂ ਸਮਿਆਂ ਦੇ ਦੌਰਾਨ ਵੀ ਬਹੁਤ ਬਿਜ਼ੀ ਹੋ। ਜਦੋਂ ਮੇਰੀ ਤੁਹਾਡੇ ਨਾਲ ਗੱਲ ਹੋ ਰਹੀ ਸੀ, ਤੁਸੀਂ ਤੁਹਾਡੇ ਜਿਹੜੇ ਰੋਜ਼ਾਨਾ ਸੈਸ਼ਨ ਜਿਹੜੇ ਨੇ ਤੁਹਾਡੇ ਕਲਾਇੰਟਸ ਦੇ ਨਾਲ ਵੱਖ-ਵੱਖ ਮੀਡੀਆ ਦੇ ਉੱਤੇ ਐਜ਼ ਅ ਪੈਨਲ ਐਕਸਪਰਟ ਤੁਸੀਂ ਜਾ ਰਹੇ ਹੋ। ਸੋ ਵੈਲਕਮ ਟੂ ਹੈਲੋ ਕੈਨੇਡਾ ਜੀ ਆਨਲਾਈਨ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਮੇਜਰ ਜੀ, ਤੁਸੀਂ ਮੈਨੂੰ ਇਹ ਓਪਰਚੁਨਿਟੀ ਦਿੱਤੀ। ਤੇ ਬਿਲਕੁਲ ਤੁਸੀਂ ਠੀਕ ਕਿਹਾ ਕਿ ਇਸ ਜਿਹੜੇ ਕਿ ਬਹੁਤ ਡਿਫਿਕਲਟ ਟਾਈਮ ਦੇ ਵਿੱਚ ਸਾਨੂੰ ਐਜ਼ ਅ ਕਾਉਂਸਲਰ ਮੈਨੂੰ ਮੌਕਾ ਮਿਲ ਰਿਹਾ ਹੈ ਆਪਣੇ ਕਲਾਇੰਟਸ ਨੂੰ ਸਰਵ ਕਰਨ ਦਾ, ਜੋ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਤੇ ਦੂਜੀ ਗੱਲ ਹੈ ਕਿ ਉਹਨਾਂ ਨੂੰ ਆਲਰੇਡੀ ਪਹਿਲਾਂ ਵੀ ਕਾਫੀ ਜਿਹੜੇ ਇਸ਼ੂ ਸੀਗੇ, ਲੇਕਿਨ ਜਿਹੜਾ ਇਹ ਇਸ਼ੂ ਆਇਆ ਇਹ ਆਪਾਂ ਸਾਰਿਆਂ ਵਾਸਤੇ ਬਹੁਤ ਹੀ ਲਾਈਕ ਆਪਾਂ ਕਹੀਏ ਚੈਲੰਜਿੰਗ ਆਇਆ ਹੈਗਾ, ਪਰ ਇਸ ਟਾਈਮ ਤੇ ਮੈਨੂੰ ਸਰਵ ਕਰਨ ਵਾਸਤੇ, ਸਾਰਿਆਂ ਨੂੰ ਹੈਲਪ ਕਰਨ ਵਾਸਤੇ ਆਪਣੇ ਆਪ ਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਹੈ। ਸੋ ਥੈਂਕ ਯੂ ਵੈਰੀ ਮਚ, ਤੁਸੀਂ ਅੱਜ ਇਹਦੇ ਉੱਤੇ ਗੱਲ ਕਰਨ ਵਾਸਤੇ। ਬਿਲਕੁਲ ਸਹੀ ਗੱਲ ਹੈ ਕਿ ਆਪਣੀ ਕਮਿਊਨਿਟੀ ਨੂੰ ਜਾਂ ਆਪਾਂ ਕਹੀਏ ਸਾਰਿਆਂ ਨੂੰ ਹੀ ਬਹੁਤ ਲੋੜ ਹੈ ਇਸ ਬਾਰੇ ਛੋੜ ਜਾਣਨ ਦੀ, ਤੇ ਆਪਣੀ ਕਿਸ ਤਰੀਕੇ ਨਾਲ ਇਸ ਚੈਲੰਜਿੰਗ ਟਾਈਮ ਦੇ ਵਿੱਚ ਆਪਣੀ ਕਿਸ ਤਰੀਕੇ ਨਾਲ ਆਪਣੀ ਕੇਅਰ ਕਰ ਸਕਦੇ ਹੈ, ਤੇ ਕਿਸ ਤਰੀਕੇ ਨਾਲ ਇਸ ਮੈਂਟਲ ਹੈਲਥ ਇਸ਼ੂ ਤੋਂ ਆਪਣੇ ਆਪ ਨੂੰ ਪ੍ਰੀਵੈਂਟ ਤੇ ਮੈਨੇਜ ਕਿਵੇਂ ਕਰ ਸਕਦੇ ਹੈ। ਇਟਸ ਵੈਰੀ ਗੁੱਡ ਟੌਪਿਕ ਲੈ ਕੇ ਤੁਸੀਂ ਆਏ ਹੋ। ਬਹੁਤ ਅੱਛਾ ਜੀ, ਬਹੁਤ ਧੰਨਵਾਦ ਤੁਹਾਡਾ। ਸੋ ਜਿਹੜੀ ਗੱਲ ਹੈ ਜੀ, ਉਹ ਸੋਚ ਤੋਂ ਸ਼ੁਰੂ ਹੁੰਦੀ ਹੈ, ਸੋਚ ਜਿਹੜੀ ਥਾਟਸ ਨੇ ਲੋਕ ਬੰਦਿਆਂ ਦੀਆਂ। ਸੋ ਹੁਣ ਤੱਕ ਜਿਹੜਾ ਇਨਸਾਨ ਹੈ ਜੀ, ਉਸ ਬਾਹਰ ਘੁੰਮ ਰਿਹਾ ਸੀਗਾ ਆਜ਼ਾਦੀ ਦੇ ਨਾਲ, ਔਰ ਇੱਕਦਮ ਜਦੋਂ ਉਸਨੂੰ ਪਿੰਜਰੇ ਵਾਂਗ, ਜਿਹੜੀ ਕੈਦ ਵਾਂਗ, ਜਾਂ ਇਹ ਕਹਿ ਲਓ ਕਿ ਅੰਦਰ ਡੱਕ ਦਿੱਤਾ ਜਾਂਦਾ, ਅੰਦਰ ਉਹਨੂੰ ਰਹਿਣ ਦੇ ਲਈ ਮਜਬੂਰ ਕੀਤਾ ਜਾਂਦਾ, ਭਾਵੇਂ ਕਿ ਸਾਡੀ ਮਜਬੂਰੀ ਨਹੀਂ ਹੈ ਅੰਦਰ ਰਹਿਣਾ, ਇਹ ਜ਼ਰੂਰੀ ਹੈ, ਇਹ ਸਾਡੀ ਜ਼ਰੂਰਤ ਹੈ। ਸੋ ਮੈਂ ਇਹ ਜਾਣਨਾ ਚਾਹਾਂਗਾ ਕਿ ਇੱਕਦਮ ਜਦੋਂ ਮਾਹੌਲ ਚੇਂਜ ਹੋ ਜਾਂਦਾ ਜੀ, ਹੁਣ ਮਾਹੌਲ ਕੰਧ ਦੀਆਂ ਚਾਰ ਦੀਵਾਰਾਂ ਤੇ ਛਾਤੀ ਹੈ ਸਾਰਿਆਂ ਦੇ ਕੋਲ, ਜਿਹੜੇ ਲੋਕ ਅੰਦਰ ਨੇ। ਸੋ ਥਾਟਸ ਦੇ ਉੱਤੇ ਕੀ ਅਸਰ ਪੈਂਦਾ, ਸੋਚਣ ਸ਼ਕਤੀ ਦੇ ਉੱਤੇ ਕੀ ਅਸਰ ਪੈਂਦਾ, ਇਹ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਹ ਪ੍ਰੋਸੈਸ ਕੀ ਹੁੰਦਾ। ਉਸ ਤੋਂ ਬਾਅਦ ਫਿਰ ਜਿਹੜੇ ਲੋਕਾਂ ਦੀਆਂ ਚਿੰਤਾਵਾਂ ਜਾਂ ਲੋਕਾਂ ਦੇ ਜਿਹੜੇ ਹਨ, ਉਹਨਾਂ ਦੀ ਆਪਾਂ ਗੱਲ ਕਰਾਂਗੇ, ਜਿਹੜੇ ਉਹਨਾਂ ਦੇ ਮਸਲੇ ਨੇ ਜੀ। ਬਹੁਤ ਅੱਛਾ ਕੁਐਸਚਨ ਪੁੱਛਿਆ। ਵੈਸੇ ਤਾਂ ਸਹੀ ਗੱਲ ਦੱਸੀਏ ਤਾਂ ਸਾਰਾ ਕੁਝ ਸ਼ੁਰੂਆਤ ਹੀ ਸੋਚ ਤੋਂ ਹੁੰਦੀ ਹੈ। ਜਿਵੇਂ ਕਹੀਏ ਕਿ ਮਾਈਂਡ ਐਂਡ ਬੋਡੀ ਦਾ, ਮਨ ਤੇ ਸਰੀਰ ਦਾ, ਦੋਨਾਂ ਦਾ ਜਿਹੜਾ ਕਨੈਕਸ਼ਨ ਹੈ ਬਹੁਤ ਹੀ ਗਹਿਰਾ ਕਨੈਕਸ਼ਨ ਹੈ। ਆਪਾਂ ਜੋ ਵੀ ਕੁਝ ਦਿਨ ਦੇ ਵਿੱਚ ਜਾਂ ਆਪਾਂ ਕਹੀਏ ਵਿਵਹਾਰ ਕਰਦੇ ਹਾਂ, ਜੋ ਵੀ ਸਾਡਾ ਐਟੀਟਿਊਡ ਹੁੰਦਾ ਹੈ, ਜਾਂ ਜੋ ਵੀ ਅਸੀਂ ਸਾਡੇ ਐਕਸ਼ਨ ਤੇ ਰਿਐਕਸ਼ਨ ਹੈ, ਉਹ ਸਾਰਾ ਕੁਝ ਸੋਚ ਦੇ ਉੱਤੇ ਹੈ। ਯਾਨੀ ਸਾਡੀ ਜਿਹੜੀ ਸੋਚ ਹੈ ਉਹੀ ਸਾਨੂੰ ਚੰਗੇ ਤੇ ਬੁਰੇ ਦੇ ਵਿੱਚ ਪਹਿਚਾਨ, ਅੱਛੇ ਤੇ ਬੁਰੇ ਦੇ ਵਿੱਚ ਪਹਿਚਾਨ, ਇਹ ਸਾਰਾ ਕੁਝ ਸਾਨੂੰ ਸੋਚ ਹੀ ਕਰਾਂਦੀ ਹੈ। ਤੇ ਜੋ ਤੁਸੀਂ ਗੱਲ ਦੱਸੀ ਕਿ ਅੱਜ ਸਾਨੂੰ ਜਿਸ ਤਰੀਕੇ ਨਾਲ ਫੀਲ ਹੋ ਰਿਹਾ ਕਿ ਅਸੀਂ ਅੰਦਰ ਬੰਦ ਹੋ ਗਏ ਹਾਂ, ਉਹ ਅੱਜ ਸਾਡੀ ਜ਼ਰੂਰਤ ਹੈਗੀ ਹੈ। ਔਰ ਇਹ ਜ਼ਰੂਰਤ ਦੇ ਨਾਲ ਅਗਰ ਉਹ ਸਾਨੂੰ ਸਾਡੀ ਕੇਅਰ ਹੋ ਰਹੀ ਹੈ ਤੇ ਇਹ ਸਾਡੇ ਅੰਦਰ, ਅੱਛਾ ਦੂਜੀ ਗੱਲ ਤੁਸੀਂ ਕਿਹਾ ਕਿ ਇਹ ਸਾਡੀ ਕੇਅਰ ਵਾਸਤੇ ਹੈ, ਤੇ ਸੋਚ ਜਿਹੜੀ ਹੈਗੀ ਹੈ ਉਹਨੇ ਤਾਂ ਸਾਨੂੰ ਚੈਲੰਜ ਕਰਨਾ ਹੀ ਹੈ।
ਜੋ ਚੈਲੰਜ ਆਪਾਂ ਬਿਲਕੁਲ ਅੱਗੇ ਜਾ ਕੇ ਗੱਲ ਕਰਾਂਗੇ ਕਿ ਉਹ ਚੈਲੰਜ ਕਿਸ ਤਰੀਕੇ ਨਾਲ ਆਉਂਦੇ ਆ, ਕਦੇ ਉਹ ਐਂਜ਼ਾਈਟੀ ਦੇ ਰੂਪ 'ਚ ਤੇ ਕਦੇ ਸਟ੍ਰੈਸ ਦੇ ਰੂਪ ਦੇ ਵਿੱਚ ਆਉਂਦੇ ਆ। ਤੇ ਬਿਲਕੁਲ ਸੋਚ ਦਾ ਤਾਂ ਇਹਦਾ ਗਹਿਰਾ ਕਨੈਕਸ਼ਨ ਹੈ ਸਾਡੇ ਹਿਊਮਨ ਬੀਇੰਗ ਦਾ, ਜੋ ਵੀ ਸਾਡਾ ਅਸੀਂ ਵਿਵਹਾਰ ਹੈਗਾ ਉਹ ਸੋਚ ਦੇ ਉੱਤੇ ਡਿਪੈਂਡ ਕਰਦਾ ਹੈ। ਬਹੁਤ ਅੱਛੇ ਜੀ। ਸੋ ਮੈਂ ਤੁਹਾਡੇ ਕੋਲੋਂ ਬਿਲਕੁਲ ਜਾਣਨਾ ਚਾਹਾਂਗਾ ਕਿ ਸਿੱਧੀ ਆਪਾਂ ਪੈਂਡੇਮਿਕ ਦੇ ਪ੍ਰਭਾਵਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਉਸ ਪ੍ਰਮਾਤਮਾ ਸੱਚੇ ਪਾਤਸ਼ਾਹ ਅੱਗੇ ਔਰ ਉਸ ਗੋਡ ਅੱਲਾ ਵਾਹਿਗੁਰੂ ਦੇ ਅੱਗੇ ਕਿ ਜੋ ਵੀ ਇਸ ਵਕਤ ਇਸ ਮਾਰ ਹੇਠ ਹਨ, ਚੱਲ ਰਹੇ ਨੇ ਇਸ ਮੁਸੀਬਤ ਨੂੰ, ਇਸ ਰੋਗ ਨੂੰ, ਉਹ ਉਹਨਾਂ ਨੂੰ ਜਲਦ ਠੀਕ ਹੋਵੇ, ਜਲਦ ਠੀਕ ਹੋਣ ਉਹ। ਤੇ ਦੂਜਾ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਜਾਂ ਦੂਰ ਦਰੇਡੇ ਰਿਸ਼ਤੇਦਾਰ ਜਿਨ੍ਹਾਂ ਦੇ ਇਸ ਮਹਾਮਾਰੀ ਦੀ ਚਪੇਟ 'ਚ ਆ ਗਏ ਨੇ, ਉਹਨਾਂ ਦੇ ਨਾਲ ਅਸੀਂ ਸੰਵੇਦਨਾ, ਕੰਡੋਲੈਂਸਿਸ ਅਤੇ ਅਸੀਂ ਆਪਣਾ ਜਿਹੜਾ ਆਭਾਰ ਪ੍ਰਗਟ ਕਰਦੇ ਹਾਂ। ਸੋ ਗੱਲ ਆਉਂਦੀ ਹੈ ਜੀ ਸਿੱਧੀ ਅੰਦਰ ਰਹਿਣ ਦੀ। ਸੋਚ ਦੇ ਬਾਰੇ ਤੁਸੀਂ ਦੱਸਦਾ ਕਿ ਸੋਚਾਂ ਦੇ ਉੱਤੇ ਬੜਾ ਅਸਰ ਪੈਂਦਾ। ਸੋ ਜਦੋਂ ਇਨਸਾਨ ਚਾਰ ਦੀਵਾਰੀ 'ਚ ਬੰਦ ਹੋ ਜਾਂਦਾ ਹੈ ਜੀ, ਸੋ ਪਹਿਲਾਂ ਹੀ ਕਹਿੰਦੇ ਨੇ ਜੀ ਦੁਨੀਆ ਦੇ ਵਿੱਚ ਤੇ ਇੱਕ ਉਹ ਹੈ ਨਾ, ਗਮ ਪਹਿਲਾਂ ਹੀ ਬਹੁਤ ਜ਼ਿਆਦਾ ਸੀਗੇ ਤੇ ਇੱਕ ਗਮ ਇਹ ਵੀ ਆ ਗਿਆ। ਸੋ ਉਹਨੂੰ ਮੈਂ ਦੂਜੇ ਲਿਹਾਜ਼ ਦੇ ਨਾਲ ਦੇਖ ਰਿਹਾ। ਸੋ ਇਹ ਜਿਹੜੀ ਮੁਸੀਬਤ ਹੈ ਜੀ, ਜਿਹੜੀ ਇੱਕ ਵੱਡੀ ਜਿਹੜੀ ਸੋਚ ਨੂੰ ਕੰਟਰੋਲ ਨਾ ਕਰ ਪਾਉਣਾ ਔਰ ਫਿਰ ਸੋਚ ਕੇ ਗਲਤ ਸੋਚਣ ਲੱਗ ਜਾਣਾ, ਜਾਂ ਬਹੁਤ ਸਾਰੇ ਲੋਕਾਂ ਦੇ ਜੌਬਸ ਗਈਆਂ ਨੇ, ਬਹੁਤ ਸਾਰਿਆਂ ਦੇ ਕਾਰੋਬਾਰ ਅੱਜ ਬੰਦ ਪਏ ਨੇ, ਬਹੁਤ ਜਿੱਥੇ ਫਾਈਨੈਂਸ਼ੀਅਲ ਲਾਸਿਸ ਹੋਏ ਨੇ ਉੱਥੇ ਨਾਲ ਦੀ ਨਾਲ ਫਿਜ਼ੀਕਲੀ ਮੂਵਮੈਂਟ ਰੁਕੀ ਹੈ। ਸੋ ਉਸ ਦੇ ਨਾਲ ਜਿਹੜਾ ਹੈ ਜੀ ਉਹ ਸਿੱਧਾ ਜਿਹੜਾ ਪ੍ਰਭਾਵ ਹੈ ਜੀ ਉਹ ਬੰਦੇ ਦੇ ਦਿਮਾਗ ਦੇ ਉੱਤੇ ਆਉਂਦਾ ਹੈ, ਕਿਉਂਕਿ ਇੱਕ ਇਨਸਾਨ ਹੀ ਹੈ ਜਿਹੜਾ ਕਿ ਸੋਚ ਕੇ ਚੱਲਦਾ ਹੈ, ਦਿਮਾਗ ਨਾਲ ਕੰਮ ਲੈਂਦਾ ਹੈ। ਹਿਊਮਨ ਬੀਇੰਗ ਜੇ ਅਸੀਂ ਆਪਣੇ ਆਪ ਨੂੰ ਸੁਪਰੀਮ ਕਹਿੰਦੇ ਹਾਂ ਤਾਂ ਇਸ ਨੂੰ ਕੰਟਰੋਲ ਕਰਨ ਦਾ ਵੀ ਸਾਨੂੰ ਸਮਝ ਆਉਣੀ ਚਾਹੀਦੀ। ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਕਿਹੜੇ ਐਸੇ ਰੋਗ ਨੇ ਜਿਹੜੇ ਕਿ ਇਸ ਪੈਂਡੇਮਿਕ ਦੌਰਾਨ ਜਦੋਂ ਲੋਕ ਅੰਦਰ ਲਾਕਡਾਊਨ ਹੋ ਜਾਂਦੇ ਨੇ ਤਾਂ ਜਿਹੜੇ ਕਿ ਉਹਨਾਂ ਨੂੰ ਜਿਹੜੇ ਪ੍ਰਭਾਵਿਤ ਕਰਦੇ ਨੇ ਜਾਂ ਕਰ ਸਕਦੇ ਨੇ। ਵੈਸੇ ਤੁਸੀਂ ਆਲਰੇਡੀ ਕਾਉਂਸਲਿੰਗ ਕਰ ਰਹੇ ਹੋ ਔਰ ਤੁਹਾਨੂੰ ਤੇ ਪਤਾ ਹੈ ਕਿ ਕਿੱਦਾਂ ਦੇ ਤੁਹਾਡੇ ਕੋਲ ਕੇਸਿਸ ਆ ਰਹੇ ਨੇ। ਫਿਰ ਮੈਂ ਅੱਗੇ ਚੱਲ ਕੇ ਲੋਕਾਂ ਦੇ ਜਿਹੜੇ ਸਾਡੇ ਦਰਸ਼ਕਾਂ ਦੇ ਕੁਝ ਸਵਾਲ ਮੈਨੂੰ ਆਏ ਨੇ ਉਹਨਾਂ ਦੀ ਵੀ ਆਪਾਂ ਚਰਚਾ ਕਰਾਂਗੇ ਜੀ। ਬਿਲਕੁਲ, ਬਹੁਤ ਅੱਛਾ ਪੁੱਛਿਆ। ਦੇਖੋ, ਜਿਵੇਂ ਤੁਸੀਂ ਦੱਸਿਆ ਕਿ ਇਸ ਟਾਈਮ ਤੇ ਐਂ ਲੱਗ ਰਿਹਾ ਕਿ ਇਹ ਮੁਸੀਬਤ ਹੋ ਗਈ ਹੈ ਅੰਦਰ ਬੈਠਣਾ। ਹੁਣ ਇਹ ਜਿਹੜੀ ਮੁਸੀਬਤ ਹੋ ਗਈ ਹੈ ਇਹ ਇੱਕ ਨੈਗੇਟਿਵ ਥਾਟ ਹੈਗਾ ਹੈ ਨਾ। ਅਗਰ ਅਸੀਂ ਆਪਣੇ ਹੀ, ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਆਪਣੇ ਹੀ ਘਰ ਦੇ ਵਿੱਚ ਬੈਠਣ ਨੂੰ ਹੀ ਮੁਸੀਬਤ ਕਹਿ ਰਹੇ ਹਾਂ। ਯੈਸ, ਸਾਨੂੰ ਇਹ ਲੱਗ ਰਿਹਾ ਕਿ ਸਾਰਾ ਕੁਝ ਬੰਦ ਹੋ ਗਿਆ। ਐਕਚੁਅਲੀ ਸਾਰਾ ਕੁਝ ਬੰਦ ਜ਼ਰੂਰ ਹੋਇਆ ਪਰ ਉਹ ਸਾਡੀ ਕੇਅਰ ਵਾਸਤੇ ਹੋਇਆ। ਹੁਣ ਇਹ ਹੈ ਇੱਕ ਪੋਜ਼ਿਟਿਵ ਸੋਚ ਕਿ ਜੋ ਕੁਝ ਵੀ ਅੱਜ ਬੋਲਿਆ ਜਾ ਰਿਹਾ ਹੈ ਕਿ ਪਲੀਜ਼ ਤੁਸੀਂ ਘਰ ਦੇ ਵਿੱਚ ਰਹੋ ਤਾਂ ਤੁਸੀਂ ਸੇਫ ਰਹੋਗੇ, ਤੁਸੀਂ ਬਿਮਾਰੀਆਂ ਤੋਂ ਬਚ ਕੇ ਰਹੋਗੇ। ਸਿਰਫ ਤੁਸੀਂ ਹੀ ਨਹੀਂ, ਤੁਸੀਂ ਆਪਣੇ ਆਸ-ਪਾਸ ਦੇ ਮਾਹੌਲ ਨੂੰ ਵੀ ਬਚਾ ਕੇ ਰਹਿੰਦੇ ਹੋ। ਹੁਣ ਇਹ ਇੱਥੇ ਇਹੀ ਸੋਚ ਦੇ ਵਿੱਚ ਡਿਫਰੈਂਸ ਹੈਗਾ। ਪੋਜ਼ਿਟਿਵ ਸੋਚ ਇਹ ਕਹਿੰਦੀ ਹੈ ਕਿ ਇਹ ਅੱਜ ਦੀ ਜ਼ਰੂਰਤ ਹੈ, ਇਹ ਪੋਜ਼ਿਟਿਵ ਸੋਚ ਕਹਿੰਦੀ ਹੈ। ਨੈਗੇਟਿਵ ਸੋਚ ਇਹ ਕਹਿੰਦੀ ਹੈ ਕਿ ਇਹ ਮੈਨੂੰ ਕੀ ਕਰਤਾ ਹੈ, ਮੈਂ ਤਾਂ ਬੰਦ ਹੀ ਹੋ ਕੇ ਬੈਠ ਗਿਆ, ਮੈਂ ਤਾਂ ਮਤਲਬ ਬਾਹਰ ਹੀ ਨਹੀਂ ਨਿਕਲ ਪਾ ਰਿਹਾ, ਡਰ ਲਗਾਤਾ ਮੈਨੂੰ, ਮੇਰਾ ਕੰਮ ਛੁੱਟ ਗਿਆ। ਬਿਲਕੁਲ ਸਾਰਾ ਕੁਝ ਇਹ ਜਿਹੜੀ ਨੈਗੇਟਿਵ ਸੋਚ ਆਉਂਦੀ ਹੈ ਐਕਚੁਅਲੀ ਇਹ ਸਾਡੀ ਕੇਅਰ ਵਾਸਤੇ ਹੈ। ਸਾਨੂੰ ਇੱਕ ਤਰੀਕੇ ਨਾਲ ਆਪਾਂ ਕਹੀਏ ਕਿ ਜਿਵੇਂ ਅਸੀਂ ਕਹਿੰਦੇ ਨਾ ਕਿ ਸਾਨੂੰ ਅਲਰਟ ਕਰਦੀ ਹੈ, ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਅੱਜ ਦੀ ਇਹ ਜ਼ਰੂਰਤ ਹੈ ਮੈਨੂੰ। ਲਾਈਕ ਜਿਵੇਂ ਆਪਾਂ ਕਹੀਏ ਇਹਨੂੰ ਇਹ ਰਿਫਲੈਕਸ਼ਨ ਹੈ, ਇਹ ਐਨਾਲਾਈਜ਼ ਕਰਨ ਵਾਸਤੇ, ਸਾਨੂੰ ਐਕਨੋਲੇਜ ਕਰਨ ਵਾਸਤੇ ਨੈਗੇਟਿਵ ਥਾਟਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਇਹ ਸਾਨੂੰ ਹੋਰ ਕੇਅਰਫੁਲ ਬਣਾਉਂਦੀ ਹੈ ਕਿ ਓਕੇ ਠੀਕ ਹੈ, ਮੈਨੂੰ ਸਮਝਣਾ ਪਊਗਾ ਇਹ ਅੱਜ ਦੀ ਜ਼ਰੂਰਤ ਹੈ, ਇਸ ਲਈ ਮੈਨੂੰ ਅੰਦਰ ਰਹਿਣਾ ਪੈ ਰਿਹਾ ਹੈ। ਬਾਕੀ ਜਿਵੇਂ ਤੁਸੀਂ ਦੱਸਿਆ ਕਿ ਫਾਈਨੈਂਸ਼ਲੀ ਸਾਰਾ ਕੁਝ, ਹੁਣ ਦੇਖੋ ਆਪਾਂ ਆਮ ਬੋਲਿਆ ਜਾਂਦਾ ਹੈ ਕਿ ਅਗਰ ਸਾਡੀ ਹੈਲਥ ਹੈ ਤਾਂ ਸਾਰਾ ਕੁਝ ਹੈ, ਤੇ ਅਗਰ ਸਾਡੀ ਹੈ ਨਾ, ਤੇ ਹੁਣ ਜੇ ਉਹ ਹੈਲਥ ਅਗਰ ਸਾਡੀ ਠੀਕ ਹੋਗੀ ਤੇ ਸਾਰਾ ਕੁਝ ਅਸੀਂ ਕਰ ਸਕਦੇ ਹਾਂ। ਉਹ ਦਿਨ ਸੋਚੋ, ਅੱਜ ਤੋਂ ਸ਼ਾਇਦ 20 ਸਾਲ ਪਹਿਲਾਂ, 50 ਸਾਲ ਪਹਿਲਾਂ ਜਿਨ੍ਹਾਂ ਨੇ ਵੀ ਲਾਈਫ ਜਦੋਂ ਵੀ ਸ਼ੁਰੂ ਕੀਤੀ ਉਹ ਵੀ ਉਸੇ ਤਰੀਕੇ ਨਾਲ ਕੀਤੀ ਸੀਗੀ। ਅੱਜ ਵੀ ਲਾਈਫ ਸ਼ੁਰੂ ਹੋ ਸਕਦੀ ਹੈ, ਸਾਰਾ ਕੁਝ ਹੋ ਸਕਦਾ ਹੈ ਅਗਰ ਮਨ ਦੀ ਸੋਚ ਨੂੰ ਤੁਸੀਂ ਇਹ ਬਣਾ ਕੇ ਰੱਖਿਆ ਕਿ ਅੱਜ ਦੀ ਜਿਹੜੀ ਜ਼ਰੂਰਤ ਹੈਗੀ ਹੈ ਉਹ ਮੇਰੇ ਅੱਜ ਦੀ ਜ਼ਰੂਰਤ ਨੂੰ ਮੈਂ ਇੰਪੋਰਟੈਂਸ ਦੇਵਾਂ, ਪ੍ਰਾਇੋਰਿਟੀ ਦੇਵਾਂ ਔਰ ਮੈਂ ਆਪਣਾ ਧਿਆਨ ਰੱਖਾਂ ਔਰ ਆਪਣੇ ਆਸ-ਪਾਸ ਦਾ ਧਿਆਨ ਰੱਖਾਂ, ਤਾਂ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਆਪਾਂ ਇਹ ਚੀਜ਼ਾਂ ਤੋਂ ਬਾਹਰ ਨਿਕਲ ਸਕਦੇ ਹਾਂ। ਇਹੋ ਜਿਹੇ ਪੀਰੀਅਡਸ ਪਹਿਲਾਂ ਵੀ ਆਏ ਸੀ ਔਰ ਮੈਨੂੰ ਕਹਿਣਾ ਨਹੀਂ ਚਾਹੀਦਾ ਅੱਗੇ ਵੀ ਆਉਂਦੇ ਰਹਿਣਗੇ। ਇਹ ਤਾਂ ਲਾਈਫ ਦੇ ਵਿੱਚ, ਇਸ ਸਾਈਕਲ ਦੇ ਵਿੱਚ ਇਹ ਤਾਂ ਆਉਂਦੇ ਹੀ ਰਹਿਣੇ ਹੈ। ਸੋ ਇਸ ਤਰੀਕੇ ਨਾਲ ਜਿਹੜੀ ਮਨ ਦੀ ਸੋਚ ਹੈਗੀ ਹੈ, ਜਿਹੜੀ ਕਿ ਪੋਜ਼ਿਟਿਵ ਐਂਡ ਨੈਗੇਟਿਵ ਜਿਹੜੀ ਹੈਗੀ ਹੈ, ਨੈਗੇਟਿਵ ਸੋਚ ਨੂੰ ਕਦੇ ਵੀ ਕੋਈ ਇਹ ਨਾ ਸਮਝੇ ਕਿ ਹੁਣ ਇਹ ਨੈਗੇਟਿਵ ਸੋਚ ਆ ਗਈ, ਹੁਣ ਕੀ ਹੋਊਗਾ। ਬਸ ਨੈਗੇਟਿਵ ਸੋਚ ਨੂੰ ਲੈ ਕੇ ਥੋੜਾ ਜਿਹਾ ਸਾਹਮਣੇ ਬਹਿ ਜਾਣਾ ਹੈ। ਅਗਰ ਸਾਹਮਣੇ ਇਸ ਤਰੀਕੇ ਨਾਲ ਸਮਝ ਨਹੀਂ ਆ ਰਿਹਾ ਤਾਂ ਮੈਂ ਹਮੇਸ਼ਾ ਕਹਿੰਦੀ ਕਿ ਪੇਪਰ ਪੈਨ ਲੈ ਕੇ ਬਹਿ ਜਾਓ ਔਰ ਉਹਨਾਂ ਨੂੰ ਲਿਖ ਲਓ ਕਿ ਸੋਚ ਆ ਕੀ ਰਹੀ ਹੈ, ਔਰ ਫਿਰ ਉਹਦੇ ਬਾਰੇ ਚ ਚੰਗੀ ਤਰ੍ਹਾਂ ਉਹਦੇ ਬਾਰੇ ਚ ਹੋਰ ਚੰਗੀ ਤਰ੍ਹਾਂ ਡਿਸਕਸ ਕੀਤਾ ਜਾਵੇ, ਉਹਨੂੰ ਦੇਖਿਆ ਜਾਵੇ ਕਿ ਸੋਚ ਆ ਕੀ ਰਹੀ ਹੈ।
ਜੀ, ਬਹੁਤ ਅੱਛੇ, ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਜੀ। ਸੋ ਕਿਸੇ ਵੀ ਮੁਸੀਬਤ ਦੇ ਨਾਲ ਜੂਝਣਾ ਜਿਹੜਾ ਹੈ ਜੀ, ਉਹ ਇਨਸਾਨ ਦਾ ਕਰਤੱਵ ਹੈ, ਮੁੱਢਲਾ ਉਹਦਾ ਫਰਜ਼ ਬਣਦਾ। ਸੋ ਇਸ ਦੇ ਨਾਲ-ਨਾਲ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਹ ਵੀ ਗੱਲ ਸਾਂਝੀ ਕਰਨੀ ਚਾਹਾਂਗੇ, ਤੁਹਾਡੇ ਮਾਰਫਤ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਕਿਸੇ ਵੀ ਇਨਸਾਨ ਦੇ ਜਿਹੜੇ ਨੇ ਜੀ, ਉਹ ਇਸ ਗੱਲੋਂ ਪ੍ਰਭਾਵਿਤ ਹੋਣ ਦੇ ਕਿ ਇਹ ਜਿਹੜੀਆਂ ਅਲਾਮਤਾਂ ਨੇ ਉਹ ਕਿਉਂ ਆਈਆਂ ਨੇ। ਫੋਰ ਐਗਜ਼ਾਮਪਲ ਜੇਕਰ ਮੈਂ ਗੱਲ ਕਰਾਂ ਕਿ ਇਹ ਜਿਹੜੀਆਂ ਇਹਦੇ ਕਾਰਨ ਜਿਹੜੇ ਨੇ ਜੀ, ਇੱਕ ਤੇ ਮੋਟੇ ਤੌਰ ਤੇ ਤਾਂ ਇਨਸਾਨ ਕਹਿੰਦਾ ਮੇਰਾ ਕੰਮ ਚਲਾ ਗਿਆ, ਮੈਨੂੰ ਆਹ ਹੋ ਗਿਆ, ਮੈਨੂੰ ਮੇਰੇ ਦੋਸਤਾਂ ਨਾਲ ਮਿਲਣਾ ਮੇਰਾ ਰੁਕ ਗਿਆ। ਸੋ ਇਸ ਤੋਂ ਇਲਾਵਾ ਵੀ ਜ਼ਿੰਦਗੀ ਦੇ ਹੋਰ ਕਾਫੀ ਜ਼ਿਆਦਾ ਜਿਹੜੇ ਕੰਮ ਹੋ ਸਕਦੇ ਨੇ ਜਿਹੜੇ ਕਿ ਤੁਹਾਡੇ ਰੁਕ ਗਏ ਨੇ, ਪਰ ਇਹ ਤੁਹਾਡੀ ਬਿਹਤਰੀ ਲਈ ਰੁਕ ਰਹੇ ਨੇ। ਜਿਵੇਂ ਸਤਵਿੰਦਰ ਕੌਰ ਜੀ ਨੇ ਦੱਸਿਆ ਕਿ ਹਰ ਇੱਕ ਜਿਹੜੀ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਨਾ, ਤੁਹਾਨੂੰ ਉਸ ਚੀਜ਼ ਨੂੰ ਲਿਖੋ ਤੇ ਉਹਦੇ ਫਿਰ ਪ੍ਰੋ ਐਂਡ ਕੌਨਸ, ਵੀ ਉਹਦੇ ਫਾਇਦੇ ਕੀ ਨੁਕਸਾਨ ਕੀ ਨੇ, ਤੇ ਉਹਨਾਂ ਨੂੰ ਮੁਲਾਂਕਣ ਕਰੋ, ਐਨਾਲਾਈਜ਼ ਕਰੋ, ਤੇ ਉਹਨਾਂ ਚੀਜ਼ਾਂ ਤੋਂ ਤੁਸੀਂ ਦੇਖੋਗੇ ਕਿ ਉਹ ਤੇ ਕੁਝ ਵੀ ਨਹੀਂ ਸੀ। ਉਸ ਤੋਂ ਵੱਡੀਆਂ ਮੁਸੀਬਤਾਂ ਵੀ ਜਿਹੜੀਆਂ ਝੱਲੀਆਂ ਨੇ ਸਾਡੇ ਪੁਰਖਿਆਂ ਨੇ, 100 ਸਾਲ ਦਾ ਸਰਕਲ ਦੀ ਗੱਲ ਅਕਸਰ ਹੋ ਰਹੀ ਹੈ ਸਾਰੀ ਜਗ੍ਹਾ ਕਿ 100 ਸਾਲ ਪਹਿਲਾਂ ਏਦਾਂ ਹੋਇਆ ਸੀ, ਤੇ ਜਿਹੜੇ ਫਲੂਜ਼, ਸਪੈਨਿਸ਼ ਫਲੂ ਨਾਲ ਇਹ ਹੋਇਆ ਸੀ। ਸੋ ਕੁਆਰੰਟਾਈਨ ਔਰ ਲਾਕਡਾਊਨ ਜਾਂ ਸੈਲਫ ਆਈਸੋਲੇਸ਼ਨ ਜਾਂ ਅੰਦਰ ਰੱਖਣਾ, ਤੁਸੀਂ ਆਪਣਾ ਹੀ ਬਚਾਅ ਨਹੀਂ ਕਰ ਰਹੇ, ਤੁਸੀਂ ਹੋਰਨਾਂ ਦਾ, ਆਪਣੇ ਚਾਹੁਣ ਵਾਲਿਆਂ ਦਾ, ਆਪਣੇ ਆਲੇ ਦੁਆਲੇ ਦਾ ਵੀ ਬਚਾਅ ਕਰ ਰਹੇ ਹੋ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਕਿੱਥੋਂ ਇਹ ਰੋਗ ਕਿਵੇਂ ਆ ਜਾਣਾ। ਸੋ ਇਹ ਆਪਾਂ ਰੋਗ ਦੀ ਗੱਲ ਸਾਰੀ ਬੜੀ ਚਰਚਾ ਹੋ ਰਹੀ ਹੈ, ਲੇਕਿਨ ਉੱਥੋਂ ਉਤਪੰਨ ਜਿਹੜੇ ਮਾਨਸਿਕ ਤਣਾਅ ਨੇ, ਉਹਨਾਂ ਦੇ ਉੱਤੇ ਅਸੀਂ ਸਿੱਧੇ ਤੌਰ ਦੇ ਉੱਤੇ ਅਸੀਂ ਅੱਜ ਜਿਹੜੀ ਗੱਲਬਾਤ ਕਰਨ ਦੇ ਲਈ ਦਵਿੰਦਰ ਕੌਰ ਖੁਰਮੀ ਜੀ ਦੇ ਨਾਲ ਬੈਠੇ ਹਾਂ। ਤੇ ਇਹ ਦਾ ਥਾਟਸ ਨਾਂ ਦੀ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਕੰਪਨੀ ਹੈ ਜਿਹੜੀ ਕਿ ਚਲਾ ਰਹੇ ਨੇ, ਔਰ ਖਾਸ ਤੌਰ ਦੇ ਉੱਤੇ ਮਾਨਸਿਕ ਰੋਗਾਂ ਦਾ ਇਹ ਇਲਾਜ ਜਿਹੜਾ ਹੈ ਜੀ ਉਹ ਕਰਦੇ ਨੇ, ਉਹਨਾਂ ਨੂੰ ਦੱਸਦੇ ਨੇ, ਉਹਨਾਂ ਨੂੰ ਕਾਉਂਸਲਿੰਗ ਕਰਕੇ। ਸੋ ਕੁਝ ਜਿਹੜੇ ਕਾਰਨ ਜਿਹੜੇ ਜੀ, ਲਾਕਡਾਊਨ ਹੋ ਗਿਆ, ਫਾਈਨੈਂਸ਼ੀਅਲ ਕ੍ਰਾਈਸਿਸ, ਇਹ ਉਹ ਸਾਰਾ। ਸੋ ਰਿਲੇਸ਼ਨਸ ਜਿਹੜੇ ਨੇ ਜੀ, ਜਿਵੇਂ ਆਪਾਂ ਇਹ ਕਾਫੀ ਪਰਤਾਂ ਨੇ ਜਿਨ੍ਹਾਂ ਨੂੰ ਆਪਾਂ ਖੋਲਣਾ ਬਾਕੀ ਆ ਅੱਜ ਦੇ ਪ੍ਰੋਗਰਾਮ ਦੇ ਦੌਰਾਨ। ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਦੇ ਦੌਰਾਨ ਅਸੀਂ ਥੋੜੇ ਜਿਹੜੇ ਹਾਂਜੀ ਉਹਨਾਂ ਨੂੰ ਛੋਈਏ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਖਾਸ ਪ੍ਰੋਗਰਾਮ ਦੇ ਵਿੱਚ ਖਾਸ ਵਿਸ਼ੇ ਤੇ ਵੀ ਗੱਲ ਕਰਾਂਗੇ। ਸੋ ਜਿਵੇਂ ਕਿ ਮੈਂ ਸਕਰੀਨ ਤੇ ਦਿਖਾ ਰਿਹਾ ਕਿ ਸਟ੍ਰੈਸ ਜਿਹੜਾ ਹੈ ਜੀ, ਮਾਰਗੇਜਾਂ ਦਾ ਜਾਂ ਪੈਸੇ ਦਾ, ਜੌਬਸ ਦਾ, ਬਿਜ਼ਨਸ ਦਾ, ਵਗੈਰਾ ਵਗੈਰਾ। ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਹ ਕਿਹੜੀਆਂ ਹੁਣ ਆਪਾਂ ਸਿੱਧੇ ਤੌਰ ਦੇ ਉੱਤੇ ਆਈਏ, ਕਿਹੜੇ ਮਾਨਸਿਕ ਰੋਗਾਂ ਜਾਂ ਮਾਨਸਿਕ ਜਿਹੜੇ ਹਾਂਜੀ ਉਹਨਾਂ ਤੋਂ ਪੀੜਿਤ ਲੋਕ ਤੁਹਾਡੇ ਕੋਲ ਆ ਰਹੇ ਨੇ, ਤੇ ਉਹਦਾ ਡਾਟਾ ਵੀ ਜੇਕਰ ਕੁਝ ਹੋਵੇ ਜੀ। ਬਿਲਕੁਲ ਸਹੀ ਕਿਹਾ ਤੁਸੀਂ। ਜਿਹੜੀ ਕਿ ਮਾਨਸਿਕ ਰੋਗ ਹੈ ਸ਼ੁਰੂ ਹੁੰਦੇ ਆ ਐਂਜ਼ਾਈਟੀ ਤੇ ਸਟ੍ਰੈਸ ਤੋਂ। ਹੁਣ ਅਗਰ ਆਪਾਂ ਕਹੀਏ ਕਿ ਮੈਨੂੰ ਸਟ੍ਰੈਸ ਹੋ ਰਿਹਾ ਹੈ ਕਿ ਮੇਰਾ ਕੰਮ ਦਾ ਕੀ ਹੋਊਗਾ, ਜਾਂ ਜੋ ਤੁਸੀਂ ਤੁਸੀਂ ਸਕਰੀਨ ਤੇ ਦਿਖਾਇਆ, ਬਿਲਕੁਲ ਸਹੀ ਗੱਲ ਹੈ। ਮੇਰਾ ਟੈਕਸ ਰਿਟਰਨ ਹੈ, ਮੇਰੇ ਉੱਤੇ ਕਰਜ਼ਾ ਚੜ ਜਾਊਗਾ, ਮੇਰੀ ਮੌਰਗੇਜ ਦੇਣੀ ਹੈ, ਇਹ ਸਾਰਾ ਕੁਝ ਹੈ। ਔਰ ਹੁਣ ਤਾਂ ਸਭ ਤੋਂ ਜ਼ਿਆਦਾ ਹੋਰ ਹੋ ਰਿਹਾ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਲੈ ਕੇ, ਹੈਨਾ। ਤਾਂ ਇਹੋ ਜਿਹੇ ਬਹੁਤ ਸਾਰੀ ਚੀਜ਼ਾਂ ਹੋ ਰਹੀਆਂ, ਤੇ ਇਹ ਹੈਗੀ ਕਿ ਮੈਨੂੰ ਸਟ੍ਰੈਸ ਹੋ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਤੇ। ਹੁਣ ਸਟ੍ਰੈਸ ਜਿਹੜਾ ਹੈਗਾ ਐਕਚੁਅਲੀ ਕਿਸ ਚੀਜ਼ ਦੇ ਕਿਵੇਂ ਆਂਦਾ ਹੈ, ਇਹ ਐਂਜ਼ਾਈਟੀ ਦੇ ਰੂਪ ਦੇ ਵਿੱਚ ਆਂਦਾ ਹੈ। ਯਾਨੀ ਕਿ ਮੈਨੂੰ ਚਿੰਤਾ ਹੋ ਰਹੀ ਹੈ, ਔਰ ਚਿੰਤਾ ਜਿਹੜੀ ਹੈਗੀ ਆ ਉਹ ਇੱਕ ਨੈਚੁਰਲ ਅਲਾਰਮ ਹੈ। ਮੈਂ ਨੈਚੁਰਲ ਅਲਾਰਮ ਕਹਿ ਰਹੀ ਹੈ ਕਿ ਇਹ ਸਾਨੂੰ ਕੇਅਰਫੁਲ ਕਹਿੰਦਾ ਹੈ। ਚਿੰਤਾ ਜਿਹੜੀ ਐਂਜ਼ਾਈਟੀ ਜਿਹੜੀ ਹੈਗੀ ਹੈ ਉਹ ਇਸ ਤਰੀਕੇ ਨਾਲ ਹੈ, ਜਿਸ ਤਰੀਕੇ ਨਾਲ ਕਿ ਮੇਰਾ ਲਾਈਕ ਆਪਾਂ ਕਹਿੰਦੇ ਕਿ ਠੰਡ ਲੱਗੀ ਹੈ ਤਾਂ ਸਾਨੂੰ ਲੱਗਦਾ ਕਿ ਸਾਨੂੰ ਜੈਕਟ ਪਾਣੀ ਪੈਣੀ ਹੈ। ਅਗਰ ਕੋਈ ਗਰਮ ਚੀਜ਼ ਹੈ ਤੇ ਉਹ ਗਰਮ ਤੋਂ ਮੈਨੂੰ ਬਚਣਾ ਪੈਣਾ। ਇੱਕ ਅਲਾਰਮਿੰਗ ਹੈ ਕਿ ਮੈਨੂੰ ਦੱਸ ਰਿਹਾ ਕਿ ਮੈਂ ਕਿਵੇਂ ਕੇਅਰਫੁਲ ਹੋਣਾ ਹੈ। ਮੈਨੂੰ ਦੱਸ ਰਿਹਾ ਕਿ ਮੈਨੂੰ ਇੱਥੇ ਕੀ ਕਰਨ ਦੀ ਲੋੜ ਹੈ। ਤੇ ਜਿਹੜੀ ਐਂਜ਼ਾਈਟੀ ਹੈ ਉਹ ਸਟ੍ਰੈਸ ਦੇ ਰੂਪ ਦੇ ਵਿੱਚ ਆ ਰਹੀ ਹੈ। ਹੁਣ ਸਟ੍ਰੈਸ ਕਿਸ ਚੀਜ਼ਾਂ ਦਾ, ਜਿਵੇਂ ਤੁਸੀਂ ਲਿਸਟਿੰਗ ਕੀਤੀ ਹੋਈ ਹੈ, ਤੁਸੀਂ ਤਰੀਕੇ ਨਾਲ ਮੈਂ ਕਿਹਾ ਕਿ ਮੈਨੂੰ ਕਿਸ ਚੀਜ਼ ਦਾ ਸਟ੍ਰੈਸ ਹੋ ਰਿਹਾ, ਉਹਨੂੰ ਮੈਂ ਲਿਖ ਲਵਾਂ ਆਪਣੇ ਸਾਹਮਣੇ। ਕਿਉਂਕਿ ਐਂਜ਼ਾਈਟੀ ਜਿਹੜੀ ਹੈਗੀ ਆ ਉਹ ਬਹੁਤ ਸਾਰੇ ਥਾਟਸ ਕ੍ਰੀਏਟ ਕਰ ਰਹੀ ਹੈ, ਨੈਗੇਟਿਵ ਥਾਟਸ। ਉਹ ਨੈਗੇਟਿਵ ਥਾਟ ਦੇ ਵਿੱਚ ਇਹ ਸਾਰੀ ਲਿਸਟ ਆਊਗੀ। ਤੁਸੀਂ 10, 20, 50 ਚੀਜ਼ਾਂ ਤੁਸੀਂ ਆਪਣੀ ਲਿਖ ਲਈਆਂ। ਹੁਣ ਤੁਸੀਂ ਇੱਕ ਚੀਜ਼ ਨੂੰ ਕਰਕੇ ਤੁਸੀਂ ਉਹਦੇ ਉੱਤੇ ਕੰਮ ਕਰਨਾ ਹੈ। ਹੁਣ ਕਿਸੇ ਵੀ ਨੂੰ ਐਗਜ਼ਾਮਪਲ ਲੈ ਲਓ। ਤੁਸੀਂ ਐਗਜ਼ਾਮਪਲ ਨੂੰ ਤੁਸੀਂ ਲੈ ਸਕਦੇ ਹੋ ਕਿ ਹਾਏ ਮੇਰੀ ਮੌਰਗੇਜ ਦਾ ਕੀ ਹੋਊਗਾ। ਤੁਸੀਂ ਮੌਰਗੇਜ ਦਾ ਸੋਚ ਰਹੇ ਹੋ, ਤੁਸੀਂ ਇਹ ਸੋਚ ਕੇ ਦੇਖਣਾ ਹੈ ਕਿ ਮੌਰਗੇਜ ਤੁਹਾਡਾ ਬਿਲਕੁਲ ਹੈਗਾ। ਉਹ ਆਪਾਂ ਸਾਰਿਆਂ ਨੂੰ ਜਦੋਂ ਆਪਾਂ ਕੰਮ ਕਰਨਾ ਹੈ ਤੇ ਮੈਨੂੰ ਉਤਾਰਨੇ ਪੈਣੇ ਆਪਣੇ ਬਿੱਲ, ਠੀਕ ਹੈ। ਲੇਕਿਨ ਸਭ ਤੋਂ ਪਹਿਲਾਂ ਫਿਰ ਆ ਜਾਂਦੀ ਹੈ ਗੱਲ ਕਿ ਮੌਰਗੇਜ ਤਾਂ ਅਗੇਨ ਮੇਰੀ ਸੈਕੰਡ ਚੀਜ਼ ਹੈ। ਅੱਜ ਤਾਂ ਪਹਿਲਾਂ ਮੇਰੀ ਹੈਲਥ ਹੈ। ਹਾਂਜੀ। ਤੇ ਇਸ ਤਰੀਕੇ ਨਾਲ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਉਸ ਲਿਸਟ ਦੇ ਵਿੱਚ 1 by 1 ਜਾ ਰਹੇ ਹੋ, ਤੁਸੀਂ ਉਹਦੇ ਉੱਤੇ ਇੱਕ ਐਂਜ਼ਾਈਟੀ ਕੀ ਹੈ, ਅਲਾਰਮਿੰਗ ਆ ਗਈ ਉਸ ਚੀਜ਼ ਦੇ ਉੱਤੇ। ਹੁਣ ਉਸ ਐਂਜ਼ਾਈਟੀ ਗੁੱਡ ਐਂਡ ਬੈਡ ਦੋਨੋਂ ਹੈਗੀ ਹੈ।
ਕਿਉਂਕਿ ਮੈਨੂੰ ਇੱਥੇ ਦੱਸਣਾ ਪੈਣਾ ਹੈ ਐਂਗਜ਼ਾਇਟੀ ਗੁੱਡ ਕਿਵੇਂ ਹੈਗੀ ਹੈ ਕਿ ਜਿਹੜੇ ਥਾਟਸ ਆ ਰਹੇ ਹੈ, ਜਿਹੜੇ ਸਟ੍ਰੈਸ ਮੈਨੂੰ ਦੇ ਰਹੇ ਹੈ, ਉਹਨੂੰ ਮੈਂ ਪੋਜ਼ਿਟਿਵ ਵੇ ਨਾਲ ਕਿਵੇਂ ਦੇਖਣਾ ਹੈ। ਉਹਦੇ ਉੱਤੇ ਪੋਜ਼ਿਟਿਵ ਵੇ ਦਾ ਮਤਲਬ ਹੈ ਮੈਂ ਉਹਦੇ ਉੱਤੇ ਕੀ ਐਕਸ਼ਨ ਲੈ ਰਿਹਾ। ਸੋ ਮੇਰਾ ਐਕਸ਼ਨ ਕੀ ਹੋਗਾ, ਸਮ ਟਾਈਮ ਫਿਜ਼ੀਕਲੀ ਹੋਗਾ, ਸਮ ਟਾਈਮ ਸਾਈਕੋਲੋਜੀਕਲੀ ਹੋਗਾ। ਯਾਨੀ ਕਿ ਮੈਨੂੰ ਉਹਦੇ ਉੱਤੇ ਇਹ ਥਾਟਸ ਕ੍ਰੀਏਟ ਕਰਨਾ ਪੈਣਾ, ਅੱਜ ਦੀ ਜ਼ਰੂਰਤ ਸਿਰਫ ਇੱਕ ਹੈ, ਉਹ ਇਹ ਹੈ ਕਿ ਮੈਂ ਅੰਦਰ ਰਹਿਣਾ ਹੈ, ਸੇਫ ਰਹਿਣਾ ਹੈ। ਜਦੋਂ ਮੇਰੀ ਤਬੀਅਤ ਠੀਕ ਹੋਗੀ, ਇਹ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਹੋ ਸਕੂਗਾ ਤੇ ਹੋਣਾ ਹੀ ਹੈ। ਕਿਉਂਕਿ ਇਹ ਜਿਹੜੀ ਆਪਾਂ ਕਹਿੰਦੇ ਆ ਗੌਰਮੈਂਟ ਬੈਠੀ ਹੋਈ ਹੈ ਜੋ ਸਾਨੂੰ ਸਾਰਿਆਂ ਨੂੰ ਸੰਭਾਲ ਰਹੀ ਹੈ, ਇਹ ਸਾਨੂੰ ਨਹੀਂ ਛੱਡ ਸਕਦੀ ਕੱਲਾ, ਕਿਉਂਕਿ ਆਪਾਂ ਸਾਰੇ ਆ ਉਹਦੇ ਵਿੱਚ, ਆਪਾਂ ਇਕੱਲੇ ਨਹੀਂ ਹੈਗੇ। ਹੁਣ ਇਹ ਹੋਗੀ ਗੁੱਡ ਐਂਗਜ਼ਾਇਟੀ ਜਿਹਦੇ ਉੱਤੇ ਮੈਂ ਵਰਕਆਊਟ ਕਰਨਾ ਹੈ, ਮੈਂ ਰਿਫਲੈਕਸ਼ਨ ਕਰਨਾ ਹੈ, ਮੈਂ ਐਨਾਲਾਈਜ਼ ਕਰਨਾ ਹੈ ਔਰ ਰੈਸ਼ਨਲੀ ਸੋਚਣਾ ਹੈ। ਰੈਸ਼ਨਲੀ ਦਾ ਮਤਲਬ ਹੈ ਮੈਂ ਬਿਲਕੁਲ ਟਰੂ ਸੋਚਣਾ ਹੈ, ਰੀਅਲਿਸਟਿਕਲੀ ਸੋਚਣਾ ਹੈ, ਅੱਜ ਦੇ ਵਿੱਚ ਰਹਿ ਕੇ ਸੋਚਣਾ ਹੈ। when I say that ਅੱਜ ਦੇ ਵਿੱਚ ਰਹਿ ਕੇ ਸੋਚਣਾ ਮਤਲਬ ਉਹ ਅੱਜ ਦੀ ਮੇਰੀ ਜ਼ਰੂਰਤ ਕੀ ਹੈ, ਉਹਨੂੰ ਸਭ ਤੋਂ ਵੱਡੀ ਪ੍ਰਾਇੋਰਟੀ ਸਭ ਤੋਂ ਉੱਤੇ ਰੱਖ ਕੇ ਮੈਂ ਇਹਨਾਂ ਬਾਰੇ ਸੋਚਣਾ ਜੋ ਮੇਰੀ ਲਿਸਟ ਦੇ ਵਿੱਚ 10 20 50 ਚੀਜ਼ਾਂ ਲਿਖੀਆਂ। ਬਹੁਤ ਅੱਛੇ ਜੀ। ਹੁਣ ਹੋਗੀ ਬੈਡ ਐਂਗਜ਼ਾਇਟੀ, ਥੋੜਾ ਦੱਸਣਾ ਚਾਹੂੰਗੀ। ਜਿਹੜੀ ਗੁੱਡ ਐਂਗਜ਼ਾਇਟੀ ਹੈਗੀ ਹੈ ਉਹ ਤਾਂ ਇਹ ਹੋਗੀ ਕਿ ਮੈਂ ਇੱਕ ਬਾਰੇ ਰੈਸ਼ਨਲੀ ਸੋਚ ਕੇ ਮੈਂ ਉਹਨਾਂ ਨੂੰ ਸੌਰਟ ਆਊਟ ਕਰ ਰਿਹਾ। ਲੇਕਿਨ ਬੈਡ ਐਂਗਜ਼ਾਇਟੀ ਹੋਗੀ ਕਿ ਮੈਂ ਫਿਰ ਸੋਚ ਰਿਹਾ ਹਾਈ ਕੀ ਹੋਊਗਾ, ਹਾਈ ਕੀ ਹੋਊਗਾ। ਇਹ ਜਿਹੜਾ ਸੈਕਿੰਡ ਥਾਟ ਨੈਗੇਟਿਵ ਆਇਆ, ਇਹਨੇ ਮੈਨੂੰ ਹੌਲੀ ਹੌਲੀ ਸਟ੍ਰੈਸ ਦੇ ਵਿੱਚ ਕਰਦੇ ਕਰਦੇ ਡਿਪਰੈਸ਼ਨ ਦੇ ਸਾਈਕਲ ਦੇ ਵਿੱਚ ਲੈ ਜਾਣਾ ਹੈ। ਕਿਉਂਕਿ ਇਹ ਮੇਰਾ ਜਿਹੜਾ ਨੈਗੇਟਿਵ ਥਾਟ ਹੈ ਜਿਹਦੇ ਉੱਤੇ ਮੈਂ ਰੈਡੀ ਨਹੀਂ ਹੋ ਰਿਹਾ ਕੰਮ ਕਰਨ ਵਾਸਤੇ, ਮੈਂ ਤਾਂ ਉਸ ਨੈਗੇਟਿਵ ਥਾਟ ਨੂੰ ਇੱਕ ਦੂਜੀ ਨੈਗੇਟਿਵ ਥਾਟ ਦੇ ਨਾਲ ਇੱਕ ਵੱਡੀ ਮੋਟੀ ਲੇਅਰ ਬਣਾ ਰਿਹਾ। ਉਹ ਲੇਅਰ ਨੂੰ ਹੀ ਸਮਝਣਾ ਹੈ, ਇਹੀ ਸਮਝਣਾ ਹੈ ਕਿ ਇਹ ਜਿਹੜੀ ਐਂਗਜ਼ਾਇਟੀ ਹੈ ਇਹ ਇੱਕ ਅਲਾਰਮਿੰਗ ਵਾਂਗੂ ਆਈ ਹੈ, ਇਹ ਮੈਨੂੰ ਸਿਖਾਉਣ ਵਾਸਤੇ ਆਈ ਹੈ, ਮੈਨੂੰ ਦੱਸਣ ਵਾਸਤੇ ਆਈ ਹੈ, ਮੈਂ ਇਹਦਾ ਐਕਸ਼ਨ ਲੈਣਾ। ਲੇਕਿਨ ਜਦੋਂ ਮੈਂ ਇਸ ਐਂਗਜ਼ਾਇਟੀ ਨੂੰ ਡਬਲ ਯਾਨੀ ਕਿ 1 ਲੇਅਰ ਤੋਂ ਬਾਅਦ ਦੂਜੀ ਲੇਅਰ ਨੈਗੇਟਿਵ ਥਾਟਸ ਦੇ ਨਾਲ ਮੈਂ ਬਣਾ ਰਹੀ ਹਾਂ ਤੇ ਇਹ ਲੇਅਰ ਨੇ ਬਹੁਤ ਵੱਡਾ ਮੋਟਾ ਹੋ ਜਾਣਾ ਹੈ ਔਰ ਮੈਂ ਆਪਣੇ ਆਪ ਨੂੰ ਉਸ ਹੋਲ ਦੇ ਵਿੱਚ ਰੱਖ ਦੇਣਾ ਹੈ ਜਿੱਥੇ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ, ਔਰ ਉਹ ਜਿਹੜਾ ਹੋਲ ਹੈਗਾ that is a depression। ਬਹੁਤ ਤੁਸੀਂ ਵਧੀਆ ਗੱਲ ਕੀਤੀ ਹੈ ਜੀ, ਔਰ ਮੈਂ ਸਮਝਦਾ ਕਿ ਸਾਡੇ ਦਰਸ਼ਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਅੱਗੇ ਚੱਲ ਕੇ ਅਸੀਂ ਬੜੀ ਤੁਹਾਨੂੰ ਜਿਹੜੀ ਰੌਚਕ ਜਾਣਕਾਰੀ ਦੇਵਾਂਗੇ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਕਿਵੇਂ ਹੈ। ਐਂਗਜ਼ਾਇਟੀ ਦੇ ਵਿੱਚ ਤੁਸੀਂ ਜਿਵੇਂ ਕਿ ਸਤਵਿੰਦਰ ਜੀ ਨੇ ਦੱਸਿਆ ਕਿ ਅੱਜ ਦੀ ਗੱਲ ਕਿ ਅੱਜ ਤੁਹਾਡੀ ਜ਼ਰੂਰਤ ਕੀ ਹੈ। ਸੋ ਮੇਰੇ ਖਿਆਲ ਦੇ ਵਿੱਚ ਸਾਰੀ ਦੁਨੀਆ ਦੀ ਜਿਹੜੀ ਜ਼ਰੂਰਤ ਅੱਜ ਦੇ ਦਿਨ ਤੇ ਹੋਇਆ ਕਿ ਅਸੀਂ ਸੇਫ ਰਹੀਏ, ਅਸੀਂ ਆਪਣੇ ਪਰਿਵਾਰਾਂ ਦੇ ਨਾਲ ਔਰ ਆਪਣੀ ਹੈਲਥ ਨੂੰ ਠੀਕ ਰੱਖੀਏ। ਸੋ ਉਹ ਸਭ ਤੋਂ ਵੱਡੀ ਪ੍ਰਾਇੋਰਟੀ ਹੈ। ਸਭ ਤੋਂ ਪਹਿਲਾਂ ਜਿਉਣਾ, ਆਪਣੇ ਆਪ ਨੂੰ ਜੀਵਿਤ ਰੱਖਣਾ, ਜਿਉਂਦੇ ਰੱਖਣਾ, ਟੂ ਕੀਪ ਯੋਰਸੈਲਫ ਅਲਾਈਵ ਇਜ਼ ਦ ਫੋਰਮੋਸਟ ਪ੍ਰਾਇੋਰਟੀ ਅੱਜ ਦੀ ਹੈਗੀ ਹੈ। ਸੋ ਅੱਜ ਦੇ ਵਿੱਚ ਜੀਣਾ ਜਿਹੜਾ ਹੈ ਜੀ, ਉਹ ਜਿਵੇਂ ਅਕਸਰ ਗੱਲਾਂ ਹੁੰਦੀਆਂ ਨੇ, ਸਾਰੇ ਸਾਡੇ ਦਰਸ਼ਕ ਤੁਸੀਂ ਬੜੇ ਸਮਝਦਾਰ ਹੋ ਕਿ ਸਭ ਤੋਂ ਜਿਹੜੀ ਵਧੀਆ ਗਿਫਟ ਜਿਹੜੀ ਪ੍ਰਮਾਤਮਾ ਨੇ ਤੁਹਾਨੂੰ ਦਿੱਤੀ ਉਹ ਇਹ ਦਿੱਤੀ ਹੈ ਕਿ ਅੱਜ ਤੁਸੀਂ ਸੁਬਹ ਸੂਰਜ ਦੀ ਕਿਰਨ ਦੇ ਨਿਕਲਦੇ ਸਾਰ ਤੁਹਾਡੀ ਅੱਖ ਖੁੱਲੀ ਤੇ ਤੁਸੀਂ ਸਾਹ ਲੈ ਰਹੇ ਹੋ, ਤੁਸੀਂ ਜਿਉਂਦੇ ਹੋ। ਸੋ ਉਸ ਘੜੀ ਨੂੰ, ਉਸ ਪਲ ਨੂੰ, ਅੱਜ ਦੀ ਜ਼ਰੂਰਤ ਨੂੰ, ਅੱਜ ਦੀ ਜ਼ਰੂਰਤ ਕੀ ਹੈ ਉਸ ਨੂੰ ਪਹਿਚਾਣੋ ਤੇ ਇਹਨਾਂ ਚੀਜ਼ਾਂ ਨੂੰ ਟੈਕਨੀਕਲ ਪੁਆਇੰਟ ਆਫ ਵਿਊ ਤੋਂ ਜੇਕਰ ਦੇਖੀਏ ਤਾਂ ਇਹਨਾਂ ਨੂੰ ਲਿਸਟ ਵਾਈਜ਼ ਪ੍ਰਾਇੋਰਟਾਈਜ਼ ਜਿਹੜਾ ਕਰਦੇ ਹੋਏ ਆਪਣੀਆਂ ਜ਼ਰੂਰਤਾਂ ਨੂੰ, ਇਹਨਾਂ ਨੂੰ ਆਪਾਂ ਐਕਸਪਰਟਸ ਦੀ ਮਦਦ ਦੇ ਨਾਲ ਜਿਹੜਾ ਹੈ ਜੀ ਇਹਨਾਂ ਤੋਂ ਛੁਟਕਾਰਾ ਵੀ ਪਾਈਏ ਤੇ ਹਰ ਮਸਲੇ ਦਾ ਹੱਲ ਜਿਹੜਾ ਹੈ ਜੀ ਉਹ ਦੁਨੀਆ ਤੇ ਹੁੰਦਾ ਹੈ। ਤੁਸੀਂ ਸਤਵਿੰਦਰ ਜੀ ਡਿਪਰੈਸ਼ਨ ਦੀ ਗੱਲ ਕੀਤੀ ਹੈ। ਸੋ ਇਹ ਡਿਪਰੈਸ਼ਨ ਜਿਹੜਾ ਐਂਗਜ਼ਾਇਟੀ ਤੋਂ ਬਾਅਦ ਫਿਰ ਡਿਪਰੈਸ਼ਨ ਚ ਐਂਟਰ ਹੁੰਦਾ ਹੈ। ਇਹ ਡਿਪਰੈਸ਼ਨ ਕੀ ਹੈ ਜੀ? ਹਰ ਇੱਕ ਬੰਦਾ ਕਹਿੰਦਾ ਜੀ ਮੈਂ ਡਿਪਰੈਸ਼ਨ ਦੀਆਂ ਗੋਲੀਆਂ ਖਾ ਰਿਹਾ ਜਾਂ ਮੈਨੂੰ ਡਿਪਰੈਸ਼ਨ ਹੋ ਗਿਆ। ਕੀ ਵਾਕਈ ਲੋਕਾਂ ਨੂੰ ਡਿਪਰੈਸ਼ਨ ਹੋਇਆ ਹੁੰਦਾ ਜਾਂ ਉਹ ਸੋਚ ਕੇ ਡਿਪਰੈਸ਼ਨ ਕਰ ਲੈਂਦੇ ਨੇ? ਸੋ ਕੀ ਇਹ ਡਿਪਰੈਸ਼ਨ ਹੋਣ ਦੀ ਕੋਈ ਖਾਸ ਉਮਰ ਹੁੰਦੀ ਹੈ? ਕੀ ਇਹ ਕਿਸੇ ਖਾਸ ਉਮਰ ਵਰਗ ਨੂੰ ਹੁੰਦਾ ਹੈ ਜਾਂ ਇਹ ਕਿਸੇ ਨੂੰ ਵੀ ਹੋ ਸਕਦਾ ਹੈ? ਡਿਪਰੈਸ਼ਨ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। ਬਿਲਕੁਲ ਸਹੀ ਗੱਲ ਹੈ। ਨਹੀਂ, ਪਹਿਲੀ ਗੱਲ ਤਾਂ ਇਹਦਾ ਕੋਈ ਜੈਂਡਰ ਜਾਂ ਉਮਰ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ। ਡਿਪਰੈਸ਼ਨ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਜਦੋਂ ਸੋਚ ਆਉਂਦੀ ਹੈ ਦਿਮਾਗ ਦੇ ਵਿੱਚ ਔਰ ਸੋਚ ਜਿਹੜੀ ਹੈ ਦੂਜੀ ਸੋਚ ਨੂੰ ਹੋਰ ਲੈ ਕੇ ਆ ਰਹੀ ਹੈ ਤੇ ਫਿਰ ਤੀਜੀ ਨੂੰ ਲੈ ਕੇ ਆ ਰਹੀ ਹੈ। ਤੁਸੀਂ ਦੇਖੋ ਜਦੋਂ ਲੇਅਰਸ ਤੇ ਲੇਅਰਸ ਨੈਗੇਟਿਵ ਥਾਟਸ ਦੀ ਬਣਦੀ ਰਹਿੰਦੀ ਹੈ, ਇੱਕ ਟਾਈਮ ਇਹੋ ਜਿਹਾ ਆ ਜਾਂਦਾ ਹੈ ਕਿ ਜਿਹਦੇ ਵਿੱਚ ਮੈਨੂੰ ਦਿਖਣਾ ਹੀ ਬੰਦ ਹੋ ਜਾਂਦਾ ਹੈ। ਜਿਸ ਤਰੀਕੇ ਨਾਲ ਕਿਹਾ ਹੈ ਕਿ ਅਗਰ ਜਿਹੜੇ ਬਲਾਈਂਡਸ ਹੈਗੇ ਨੇ ਅਗਰ ਪੂਰੀ ਤਰ੍ਹਾਂ ਬੰਦ ਹੋ ਗਏ, ਪਹਿਲਾਂ ਤਾਂ ਥੋੜੇ ਜਿਹੇ ਬੰਦ ਕੀਤੇ ਸੀ, ਫਿਰ ਹੋਰ ਬੰਦ ਕਰ ਲਏ ਤੇ ਫਿਰ ਹੋਰ ਬੰਦ ਕਰ ਲਏ। ਤੁਸੀਂ ਇਸ ਤਰੀਕੇ ਨਾਲ ਦੇਖੋ ਕਿ ਰੂਮ ਦੇ ਵਿੱਚ ਹਨੇਰਾ ਹੋ ਗਿਆ। ਜਦੋਂ ਹਨੇਰਾ ਹੋ ਜਾਂਦਾ ਹੈ ਤਾਂ ਸਾਨੂੰ ਦਿਖਣਾ ਬੰਦ ਹੋ ਜਾਂਦਾ ਹੈ ਤੇ ਸਾਨੂੰ ਫਿਰ ਤੋਂ ਅਗੇਨ ਹੈ ਕਿ ਲਾਈਟ ਦੀ ਲੋੜ ਪੈਂਦੀ ਹੈ।
ਸੋ ਇਹ ਡਿਪਰੈਸ਼ਨ ਹੈਗਾ ਹੈ ਤੇ ਬਿਲਕੁਲ ਲੋਕੀ ਉਹਨੂੰ ਦਵਾਈਆਂ ਨਾਲ ਠੀਕ ਕਰ ਰਿਹਾ ਹੈ। ਮੈਂ ਇੱਥੇ ਇਹ ਤਾਂ ਨਹੀਂ ਕਹੂੰਗੀ ਕਿ ਦਵਾਈਆਂ ਨਹੀਂ ਖਾਣੀਆਂ, ਕਿਉਂਕਿ ਉਹ ਸਟੇਜ ਆ ਜਾਂਦੀ ਹੈ ਡਿਪਰੈਸ਼ਨ ਦੀ ਜਿਹਦੇ ਵਿੱਚ ਇਹ ਸਮਝਣ ਦੀ ਤਾਕਤ ਵੀ ਤੁਹਾਡੀ ਨਹੀਂ ਰਹਿੰਦੀ ਜਾਂ ਅੰਡਰਸਟੈਂਡਿੰਗ ਨਹੀਂ ਰਹਿੰਦੀ ਕਿ ਇਹਨੂੰ ਅਸੀਂ ਸਾਈਕੋਥੈਰੇਪੀ ਜਾਂ ਕਾਉਂਸਲਿੰਗ ਦੇ ਨਾਲ ਠੀਕ ਕਰ ਸਕਦੇ ਹਾਂ। ਕਿਉਂਕਿ ਉਸ ਟਾਈਮ ਬੰਦਾ ਇੰਨਾ ਜ਼ਿਆਦਾ ਆਪਣੇ ਆਪ ਨੂੰ ਹਨੇਰੇ ਦੇ ਵਿੱਚ ਫੀਲ ਕਰਦਾ ਹੈ ਕਿ ਉਹਨੂੰ ਇਹ ਲੱਗ ਰਿਹਾ ਕਿ ਮੈਨੂੰ ਤਾਂ ਬਸ ਇੱਕਦਮ ਪੂਰੀ ਰੋਸ਼ਨੀ ਚਾਹੀਦੀ ਹੈ, ਇੱਕਦਮ ਲਾਈਟ ਚਾਹੀਦੀ ਹੈ। ਉਹਦੇ ਵਿੱਚ ਉਹ ਜਿਹੜਾ ਪੇਸ਼ੈਂਸ ਹੈ ਉਹ ਬਿਲਕੁਲ ਖਤਮ ਹੋ ਚੁੱਕਿਆ ਹੁੰਦਾ ਹੈ। ਉਹਦੇ ਵਿੱਚ ਉਮੀਦ ਹੀ ਖਤਮ ਹੋ ਚੁੱਕੀ ਹੁੰਦੀ, ਜਿਹਨੂੰ ਅਸੀਂ ਕਹਿੰਦੇ ਹੋਪਲੈਸਨੈਸ, ਹੈਲਪਲੈਸਨੈਸ, ਸਾਰੀ ਉਮੀਦ, ਸਭ ਕੁਝ ਖਤਮ ਹੋ ਜਾਂਦਾ ਹੈ। ਤੇ ਉਹਦੇ ਵਿੱਚ ਉਹਨੂੰ ਬਸ ਲੱਗ ਰਿਹਾ ਕਿ ਮੈਨੂੰ ਜਲਦੀ ਜੀ ਨਾ ਕੁਝ ਮਿਲ ਜੇ ਤੇ ਮੈਂ ਆਪਣੀ ਲਾਈਫ ਨੂੰ ਤੋਰਾਂ, ਤੇ ਬਾਕੀ ਦੂਜੀਆਂ ਰਿਸਪੌਂਸਿਬਿਲਿਟੀਆਂ ਜਿਹੜੀਆਂ ਘਰ ਦੀਆਂ ਹੈਗੀਆਂ ਜਾਂ ਤੁਹਾਡੀਆਂ ਪਰਸਨਲ ਆਪਣੀਆਂ ਐਜ਼ ਏ ਕੋਈ ਵੀ ਰੋਲ ਦੇ ਵਿੱਚ ਤੁਸੀਂ ਹਸਬੈਂਡ ਹੋ ਜਾਂ ਪੇਰੈਂਟਸ ਹੋ, ਜੋ ਤੁਹਾਡੀਆਂ ਰਿਸਪੌਂਸਿਬਿਲਿਟੀਆਂ ਹੈ ਉਹ ਵੀ ਤੁਹਾਨੂੰ ਆਰਾਮ ਨਾਲ, ਕਿਉਂਕਿ ਸਾਈਕੋਥੈਰੇਪੀ ਕਾਉਂਸਲਿੰਗ ਇੱਕ ਪਰਮਾਨੈਂਟ ਇਲਾਜ ਹੈ, ਇਹ ਮੈਂ ਕਹੂੰਗੀ ਪਰਮਾਨੈਂਟ, ਲੇਕਿਨ ਇਹ ਥੋੜਾ ਜਿਹਾ ਸਲੋ ਇਲਾਜ ਹੈ। ਤੇ ਇਹਦੇ ਵਿੱਚ ਤੁਹਾਨੂੰ ਜੋ ਸਟ੍ਰੈਟਜੀਜ਼, ਸਕਿੱਲਸ ਐਂਡ ਟੂਲਸ ਐਂਡ ਟੈਕਨੀਕਸ ਦਿੱਤੇ ਜਾਂਦੇ ਹੈ ਉਹ ਆਪਣੇ ਆਪ ਉਹਦੇ ਉੱਤੇ ਕੰਮ ਕਰਨਾ ਹੈ। ਤੇ ਉਹ ਕੰਮ ਕਰਨ ਵਾਸਤੇ ਤੁਹਾਨੂੰ ਥੋੜਾ ਜਿਹਾ ਸਬਰ ਵੀ ਚਾਹੀਦਾ ਹੈ ਤੇ ਤੁਹਾਨੂੰ ਉਹ ਕੰਮ ਆਪ ਕਰਨ ਵਾਸਤੇ ਥੋੜੀ ਜਿਹੀ ਹਿੰਮਤ ਵੀ ਕਰਨੀ ਹੈ। ਕਾਉਂਸਲਰ ਸਾਰੀ ਹੈਲਪ ਕਰਦਾ ਹੈ ਤੁਹਾਨੂੰ ਕਿਸੇ ਹਰ ਤਰੀਕੇ ਨਾਲ, ਤੁਹਾਨੂੰ ਉਹ ਸਕਿੱਲਸ ਨੂੰ ਬ੍ਰੇਕਅਪ ਕਰਕੇ ਸਲੋਲੀ ਤੁਹਾਨੂੰ ਉਹ ਕੰਮ ਕਰਾਉਂਦਾ ਹੈ। ਲੇਕਿਨ ਜਦੋਂ ਡਿਪਰੈਸ਼ਨ ਦੀ ਸਟੇਜ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਉਹਦੇ ਵਿੱਚ ਦਵਾਈਆਂ ਖਾਣੀਆਂ ਵੀ ਹੈ ਜ਼ਰੂਰੀ, ਯਾਨੀ ਕਿ ਟ੍ਰੀਟਮੈਂਟ ਜਿਹੜਾ ਹੈ ਉਹ ਮੈਡੀਕਲੀ ਵੀ ਲਾਈਕ ਅ ਮੈਡੀਸਨ ਐਂਡ ਸਾਈਕੋਥੈਰੇਪੀ ਐਂਡ ਕਾਉਂਸਲਿੰਗ ਦੇ ਨਾਲ ਚੱਲਦਾ ਹੈ। ਤੇ ਇਹ ਡਿਪਰੈਸ਼ਨ ਜਿਹੜਾ ਹੈਗਾ ਉਹ ਐਕਚੁਅਲੀ ਜਿਹੜੀ ਸਟੇਜ ਹੈਗੀ ਹੈ ਉਹ ਕਾਉਂਸਲਰ ਔਰ ਸਾਈਕੋਥੈਰੇਪਿਸਟ ਹੀ ਸਮਝ ਸਕਦਾ ਹੈ ਕਿ ਇਹ ਸਟੇਜ ਜਿਹੜੀ ਹੈਗੀ ਹੈ ਇਹ ਹਲੇ ਇਨੀਸ਼ੀਅਲ ਸਟੇਜ ਹੈਗੀ ਹੈ ਜਾਂ ਇਹ ਹੁਣ ਥੋੜੀ ਜਿਹੀ ਸੀਵੀਅਰ ਹੋ ਚੁੱਕੀ ਹੈ। ਜੀ ਜੀ, ਬਹੁਤ ਅੱਛੇ ਜੀ। ਸੋ ਡਿਪਰੈਸ਼ਨ ਜਿਹੜਾ ਹੈ ਜੀ ਉਹ ਬੜਾ ਬਖੂਬੀ ਸਮਝਾ ਦਿੱਤਾ ਤੁਹਾਨੂੰ ਕਿ ਇਹ ਸਿਰਫ ਤੁਹਾਡੀ ਸੋਚ ਦੇ ਨਾਲ ਹੀ ਗੱਲ ਸ਼ੁਰੂ ਹੁੰਦੀ ਹੈ ਜੀ। ਸੋਚਾਂ ਨੂੰ ਮਜ਼ਬੂਤ ਬਣਾਉਣਾ ਤੇ ਆਪਣੀ ਸੋਚ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਹਾਨੂੰ ਇਸ ਨੂੰ ਫੀਡ ਵੀ ਜਿਹੜਾ ਹੈ ਜੀ ਮੇਰੇ ਖਿਆਲ ਦੇ ਵਿੱਚ ਸਟਰੋਂਗ ਜਾਂ ਪੋਜ਼ਿਟਿਵਿਟੀ ਦੇਣੀ ਚਾਹੀਦੀ ਹੈ। ਸੋ ਤੁਸੀਂ ਆਪਣੀ ਸੋਚ ਨੂੰ, ਇਨਸਾਨ ਖਾਣ ਪੀਣ ਦੇ ਲਈ ਤੇ ਵਧੀਆ ਭੋਜਨ ਸਾਰਾ ਕੁਝ ਰੱਖ ਲੈਂਦਾ, ਲੇਕਿਨ ਆਪਣੀ ਮਾਈਂਡ ਨੂੰ, ਆਪਣੇ ਦਿਮਾਗ ਨੂੰ, ਆਪਣੀ ਸੋਚ ਨੂੰ ਮਜ਼ਬੂਤ ਕਰਨ ਦੇ ਲਈ ਉਹਨੂੰ ਕੀ ਫੀਡ ਦੇ ਰਿਹਾ, ਕੀ ਭੋਜਨ ਦੇ ਰਿਹਾ, ਕਿੱਦਾਂ ਦਾ ਉਹ ਜਿਹੜਾ ਜੋ ਖਾਣ, ਉੱਠਣ ਬੈਠਣ ਜਾਂ ਕਿੱਦਾਂ ਦੀਆਂ ਗੱਲਾਂ ਕਰ ਰਿਹਾ। ਸੋ ਉਹ ਅਸੀਂ ਬਿਲਕੁਲ ਸਤਵਿੰਦਰ ਜੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਇਨਸਾਨ ਆਪਣੇ ਮਨ ਨੂੰ ਸਟਰੋਂਗ ਕਰਨ ਦੇ ਲਈ ਕੀ ਅਜਿਹਾ ਕਰੇ, ਕਿਹੜੀਆਂ ਅਜਿਹੀਆਂ ਇੱਕ ਦੋ ਗਤੀਵਿਧੀਆਂ ਜਾਂ ਐਕਟੀਵਿਟੀਜ਼ ਤੁਸੀਂ ਰਿਕਮੈਂਡ ਕਰੋਗੇ, ਸੁਜੈਸਟ ਕਰੋਗੇ ਜੀ? ਓਕੇ ਜੀ, ਤੁਸੀਂ ਬਹੁਤ ਅੱਛੀ ਗੱਲ ਬੋਲੀ ਕਿ ਖਾਣ ਵਾਸਤੇ ਤਾਂ ਅਸੀਂ ਜਾਂ ਆਪਣੇ ਜਿਹੜੀ ਬਾਹਰ ਦੀ ਦੁਨੀਆ ਉਹਦੇ ਵਾਸਤੇ ਤਾਂ ਅਸੀਂ ਬੜਾ ਕੁਝ ਕਰ ਲੈਨੇ। ਇਹਨੂੰ ਇਸ ਤਰੀਕੇ ਨਾਲ ਲਓ ਕਿ ਆਪਣੇ ਘਰ ਦੇ ਵਿੱਚ ਚਾਰੋਂ ਪਾਸੇ ਆਪਣੇ ਘਰ ਨੂੰ ਸਜਾਉਣ ਵਾਸਤੇ ਅਸੀਂ ਬੜੀਆਂ ਸੋਹਣੀਆਂ ਚੀਜ਼ਾਂ ਦੇ ਨਾਲ ਆਪਣੇ ਘਰ ਨੂੰ ਸਜਾਉਂਦੇ ਹਾਂ। ਉਸੇ ਤਰੀਕੇ ਨਾਲ ਜਿਹੜਾ ਬ੍ਰੇਨ ਹੈਗਾ ਉਹਨੂੰ ਵੀ ਅਸੀਂ ਬਹੁਤ ਅੱਛੀਆਂ ਐਕਟੀਵਿਟੀਜ਼ ਦੇ ਨਾਲ ਉਹਨੂੰ ਅਸੀਂ ਸੋਹਣਾ ਬਣਾ ਸਕਦੇ ਹਾਂ। ਕਿਉਂਕਿ ਜਿਹੜੀ ਸੋਚ ਆਈ, ਉਹ ਸੋਚ ਅੰਦਰ ਬ੍ਰੇਨ ਦੇ ਵਿੱਚ ਮੇਰੀ ਅੰਦਰ ਕਿਹੋ ਜਿਹੀ ਵੋਕੈਬਲਰੀ ਹੈਗੀ ਹੈ, ਮੇਰੇ ਅੰਦਰ ਕਿਹੋ ਜਿਹੇ ਸ਼ਬਦ ਇਕੱਠੇ ਹੈਗੇ ਹੈ, ਮੇਰੇ ਅੰਦਰ ਕਿਹੋ ਜਿਹੀ ਅਗੇਨ ਪਰਵਰਿਸ਼ ਤੋਂ ਹੈਗਾ, ਬਿਲਕੁਲ ਹੈਗਾ ਕਿ ਤੁਹਾਡੀ ਪਰਵਰਿਸ਼ ਕੈਸੀ ਹੋ ਰਹੀ ਹੈ, ਜਾਂ ਜਿਵੇਂ ਕਹਾਂਗੇ ਬੱਚਿਆਂ ਦੀ, ਜਾਂ ਤੁਹਾਡਾ ਰਹਿਣ ਸਹਿਣ ਕਿਹੋ ਜਿਹਾ ਹੈਗਾ ਹੈ, ਤੁਸੀਂ ਦਿਨ ਦਾ ਤੁਹਾਡਾ ਟਾਈਮਿੰਗ ਕਿਹੋ ਜਿਹਾ ਹੈਗਾ ਹੈ ਕਿ ਤੁਸੀਂ ਆਪਣੇ ਪੂਰੇ ਦਿਨ ਨੂੰ ਕਿਹੋ ਜਿਹੀਆਂ ਲੱਗੇ ਕਿ ਬ੍ਰੇਨ ਐਕਟੀਵਿਟੀਜ਼ ਦੇ ਨਾਲ ਜਾਂ ਆਪਣੀਆਂ ਤੁਸੀਂ ਦੂਜੀਆਂ ਫਿਜ਼ੀਕਲ ਐਕਟੀਵਿਟੀ ਲੇਕਿਨ ਜਾਂ ਸਮ ਸਪਿਰਿਚੁਅਲ ਐਕਟੀਵਿਟੀਜ਼ ਦੇ ਨਾਲ ਉਹਨੂੰ ਡਿਜ਼ਾਈਨ ਕਰਦੇ ਹੋ, ਕਿਸ ਤਰੀਕੇ ਨਾਲ ਤੁਸੀਂ ਆਪਣੇ ਦਿਨ ਨੂੰ ਮਨਾਉਂਦੇ ਹੋ। ਇਹ ਸਾਰਾ ਕੁਝ ਜਿਹੜਾ ਹੈ ਉਹ ਅੰਦਰ ਇਕੱਠਾ ਤਾਂ ਹੋ ਰਿਹਾ ਬ੍ਰੇਨ ਦੇ ਵਿੱਚ। ਜਿਸ ਤਰੀਕੇ ਨਾਲ ਮੈਂ ਐਗਜ਼ਾਮਪਲ ਦਿੱਤਾ ਕਿ ਜਿਵੇਂ ਅਸੀਂ ਘਰ ਨੂੰ ਸਜਾਉਂਦੇ ਹਾਂ ਸੋਹਣੀ ਵਾਲਸ ਦੇ ਵਿੱਚ ਆਪਾਂ ਪਿਕਚਰਸ ਲਾ ਕੇ ਜਾਂ ਅਸੀਂ ਫਲਾਵਰ ਸਪੌਟਸ ਰੱਖ ਕੇ, ਉਸੇ ਤਰੀਕੇ ਨਾਲ ਤੁਸੀਂ ਆਪਣੇ ਬ੍ਰੇਨ ਨੂੰ ਵੀ ਇੱਕ ਅੱਛੀ ਐਕਟੀਵਿਟੀਜ਼ ਦੇ ਨਾਲ ਬਹੁਤ ਸੋਹਣਾ, ਫਰੈਸ਼ ਤੇ એનર્ਜੈਟਿਕ ਬਣਾ ਸਕਦੇ ਹੋ, ਜੋ ਕਿ ਹਮੇਸ਼ਾ ਖੁਸ਼ ਰਹੇ। ਤੇ ਉਹ ਖੁਸ਼ੀ ਜਿਹੜੀ ਹੈਗੀ ਹੈ ਉਹਨੂੰ ਹੀ ਪੋਜ਼ਿਟਿਵ ਕਿਹਾ ਜਾਂਦਾ ਹੈ। ਲੇਕਿਨ ਪੋਜ਼ਿਟਿਵ ਨੂੰ ਮੈਂ ਥੋੜਾ ਦੱਸਣਾ ਚਾਹੂੰਗੀ ਕਿ ਤੁਸੀਂ ਕਿਵੇਂ ਅੱਛਾ ਸੋਚ ਸਕਦੇ ਹੋ। ਐਂਡ ਪੋਜ਼ਿਟਿਵ ਹੁੰਦਾ ਕੀ ਹੈ? ਪੋਜ਼ਿਟਿਵ ਦਾ ਮਤਲਬ ਹੈ ਇਸ ਮੂਵਮੈਂਟ ਦੇ ਵਿੱਚ ਰਹਿਣਾ। ਹੁਣ ਇਹਨੂੰ ਕਹਿੰਦੇ ਕਿ ਇਸ ਮੂਵਮੈਂਟ ਦੇ ਵਿੱਚ ਰਹਿਣਾ, ਯਾਨੀ ਕਿ ਸੱਚ ਦੇ ਵਿੱਚ ਰਹਿਣਾ। ਪੋਜ਼ਿਟਿਵ ਮੀਨਸ ਟਰੂ, ਪੋਜ਼ਿਟਿਵ ਮੀਨਸ ਰਿਅਲਿਸਟਿਕ, ਪੋਜ਼ਿਟਿਵ ਮੀਨਸ ਕਿ ਰੈਸ਼ਨਲ ਦਾ ਮਤਲਬ ਹੋ ਗਿਆ ਕਿ ਤੁਸੀਂ ਲੌਜੀਕਲੀ ਸੋਚਣਾ ਹੈ। ਲੌਜੀਕਲੀ ਦਾ ਮਤਲਬ ਕੀ ਹੈ ਕਿ ਦਿਲ ਨਾਲ ਨਹੀਂ, ਇੱਥੇ ਮੈਨੂੰ ਦਿਮਾਗ ਨਾਲ ਸੋਚਣਾ ਪੈਣਾ ਹੈ।
ਦਿਲ ਨੇ ਕੀ ਕੀਤਾ, ਦਿਲ ਨੇ ਤੇ ਤੁਹਾਡੇ ਅੰਦਰ ਨੈਗੇਟਿਵ ਸੋਚ ਲੈ ਕੇ ਤੁਹਾਡੇ ਅੰਦਰ ਉਹ ਨੈਗੇਟਿਵ ਫੀਲਿੰਗ ਆ ਗਈ, ਤੁਸੀਂ ਬਹੁਤ ਹੀ ਜ਼ਿਆਦਾ ਸੈਡ ਫੀਲ ਕਰਨਾ ਸ਼ੁਰੂ ਕਰਤਾ ਤੇ ਤੁਸੀਂ ਆਪਣੀ ਲਾਈਫ ਤੋਂ ਡਿਸਅਪੁਆਇੰਟ ਹੋ ਗਏ, ਉਹੀ ਅੱਗੇ ਜੀ ਜਾ ਕੇ ਡਿਪਰੈਸ਼ਨ ਦੇ ਸਾਈਕਲ 'ਚ ਆ ਗਏ। ਲੇਕਿਨ ਤੁਸੀਂ ਇਹਨੂੰ ਪੋਜ਼ਿਟਿਵ ਕਿਵੇਂ ਸੋਚ ਸਕਦੇ ਹੋ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਦਿਮਾਗ ਨੂੰ ਡਿਫਰੈਂਟ ਐਕਟੀਵਿਟੀਜ਼ ਦੇ ਨਾਲ, ਅਗਰ ਤੁਸੀਂ ਚਾਹੋ ਤਾਂ ਮੈਂ ਡਿਫਰੈਂਟ ਐਕਟੀਵਿਟੀਜ਼ ਕੀ ਕਰ ਸਕਦੇ ਹੋ ਜੀ ਉਹ ਆਪਾਂ ਬਿਲਕੁਲ ਮੈਂ ਦੱਸ ਸਕਦੀ ਹਾਂ ਬਿਲਕੁਲ ਪਲੀਜ਼। ਹਾਂਜੀ। ਤੇ ਕੀ ਚੀਜ਼ਾਂ ਹੋ ਸਕਦੀਆਂ, ਪਹਿਲੀ ਗੱਲ ਸਹੀ ਹੈ ਕਿ ਮੈਂ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰਨੀ ਹੈ। ਪਹਿਲਾਂ ਉਸ ਤੋਂ ਪਹਿਲਾਂ ਇਹ ਸੋਚਣਾ ਹੈ ਕਿ ਮੇਰੇ ਕੋਲ 24 ਘੰਟੇ ਹੈਗੇ ਆ, ਇਸ 24 ਜੀ ਘੰਟੇ ਦੇ ਵਿੱਚੋਂ 8 ਘੰਟੇ ਤਾਂ ਤੁਸੀਂ ਬਿਲਕੁਲ ਉਹਨੂੰ ਬਾਹਰ ਕੱਢਦੇ ਜੋ ਕਿ ਜੀ ਮੇਰੀ ਨੀਂਦ ਵਾਸਤੇ ਹੈ। ਹੁਣ ਤੁਸੀਂ ਆਪਣੇ ਦਿਨ ਨੂੰ ਫਰੇਮ ਕਰਨਾ ਹੈ, ਯਾਨੀ ਕਿ ਫਰੇਮਿੰਗ ਦੀ ਤਰ੍ਹਾਂ ਕਿ ਮੇਰੀ ਦਿਨ ਦੀ ਸ਼ੁਰੂਆਤ ਸਵੇਰੇ 5 ਵਜੇ ਹੋਵੇ ਜਾਂ 6 ਵਜੇ। ਅਗਰ ਮੈਂ 5 ਵਜੇ ਉੱਠੀ ਹਾਂ ਤੇ 5 ਵਜੇ ਤੋਂ ਲੈ ਕੇ ਮੈਂ ਸ਼ਾਮ ਨੂੰ 9 ਵਜੇ ਬੈੱਡ ਤੇ ਹੋਣਾ ਹੈ, ਕਿਉਂਕਿ ਮੈਨੂੰ 8 ਘੰਟੇ ਦੀ ਨੀਂਦ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਹੁਣ 8 ਘੰਟੇ ਦੀ ਨੀਂਦ ਜਿਹੜੀ ਹੈ ਉਹ ਵੀ ਮੈਨੂੰ ਤਾਂ ਆਊਗੀ ਅਗਰ ਮੇਰੇ ਦਿਨ ਦੇ ਜਿਹੜੇ 16 ਘੰਟੇ ਹੈ ਉਹਨੂੰ ਮੈਂ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ, ਅੱਡ ਬਿਊਟੀਫੁਲ ਐਕਟੀਵਿਟੀਜ਼ ਦੇ ਨਾਲ। ਹੁਣ ਅੱਡ ਕੀ ਹੈ ਕਿ ਜਦੋਂ ਮੇਰੀ ਸ਼ੁਰੂਆਤ ਹੋਈ, ਜਿਵੇਂ ਮੇਰੀ ਅੱਖਾਂ ਖੁੱਲੀਆਂ, ਮੈਂ ਆਮ ਬੋਲਦੀ ਹਾਂ ਕਲਾਇੰਟਸ ਨੂੰ ਕਿ ਜਦੋਂ ਆਪਾਂ ਸੁੱਤੇ ਹੁੰਦੇ ਆਪਾਂ ਸਾਰੇ ਕਹਿੰਦੇ ਹਾਂ ਆਪਾਂ ਇੱਕ ਹਾਫ ਡੈਡ ਦੀ ਤਰ੍ਹਾਂ ਜਾਂ ਡੈਡ ਪਰਸਨ ਦੀ ਤਰ੍ਹਾਂ ਹੈ, ਸਾਡੇ ਵਿੱਚ ਸਾਨੂੰ ਕੁਝ ਨਹੀਂ ਪਤਾ ਹੁੰਦਾ ਸੁੱਤੇ ਹੁੰਦੇ ਕੀ ਹੋ ਰਿਹਾ। ਸੋ ਇਹ ਸੋਚਿਓ ਕਿ ਜਦੋਂ ਸਾਡੀ ਅੱਖ ਖੁੱਲੀ ਤਾਂ ਇਹਦਾ ਮਤਲਬ ਸਾਨੂੰ ਦੂਜੀ ਲਾਈਫ ਮਿਲੀ। ਤੇ ਜਿਹੜੀ ਪਹਿਲੀ ਅੱਖ ਖੁੱਲਣ ਤੇ ਸਾਡੇ ਹੱਥ ਜੋੜ ਕੇ ਜਿਹੜੀ ਅਸੀਂ ਗੁੱਡ ਮਾਰਨਿੰਗ ਚਾਹੇ ਬੋਲਦੇ ਆਂ ਜਾਂ ਇਸ ਦੁਨੀਆ ਨੂੰ ਕਹਿੰਦੇ ਆ ਜਾਂ ਰੱਬ ਨੂੰ ਕਹਿੰਦੇ ਆ ਕਿ ਸ਼ੁਕਰ ਹੈ ਪਰਮਾਤਮਾ ਤੂੰ ਮੈਨੂੰ ਉਠਾਇਆ, ਇਹਦੇ ਵਿੱਚ ਇੰਨੀ ਤਾਕਤ ਹੈ। ਇਹ ਇਸ ਤਰੀਕੇ ਨਾਲ ਹੈ ਕਿ ਇਹ ਮੇਰੇ ਮਨ ਨੂੰ ਹਮੇਸ਼ਾ ਖੜਾ ਰੱਖਦੀ ਹੈ, ਖੁਸ਼ ਰੱਖਦੀ ਹੈ, ਮੈਨੂੰ ਅੱਜ ਦੇ ਵਿੱਚ ਰੱਖਦੀ ਹੈ। ਉਹ ਇੱਕ ਬਹੁਤ ਵੱਡੀ ਤਾਕਤ ਹੈ। ਇਹ ਜਿਹਦੇ ਵੀ ਅੱਗੇ ਗੁੱਡ ਲੱਗਿਆ ਹੁੰਦਾ, ਜਿਹਨੂੰ ਅਸੀਂ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਕਹਿੰਦੇ ਆ, ਉਹਦਾ ਰੀਜ਼ਨ ਇਹ ਹੈ ਕਿ ਮੈਂ ਗੁੱਡ ਹੈ, ਮੈਂ ਖੁਸ਼ ਹੈ, ਮੈਂ ਅੱਛਾ ਹੈ, ਪਰਮਾਤਮਾ ਸਾਰੇ ਵੀ ਅੱਛੇ ਹੈ। ਇਹ ਤਾਕਤ ਹੈ ਛੋਟੀ ਛੋਟੀ। ਕਿਉਂਕਿ ਦੇਖिए ਪੋਜ਼ਿਟਿਵ, ਹੁਣ ਜਿਵੇਂ ਸਰੀਰ ਦੀ ਤਾਕਤ ਵਾਸਤੇ ਅਗਰ ਮੈਂ ਕਹਾਂ ਕਿ ਮੈਂ ਆਪਣੇ ਵੇਟ ਨੂੰ ਜਾਂ ਆਪਣੇ ਆਪ ਨੂੰ ਫਿਟ ਰੱਖਣਾ ਹੈ ਤੇ ਸਿਰਫ ਖਾਣ ਨਾਲ ਨਹੀਂ ਹੋਗਾ, ਮੈਨੂੰ ਐਕਸਰਸਾਈਜ਼ ਵੀ ਕਰਨੀ ਪੈਣੀ ਹੈ, ਮੈਨੂੰ ਆਪਣੇ ਦਿਨ ਦੇ ਜਿਹੜੇ ਮੇਰੀ ਐਕਟੀਵਿਟੀ ਹੈ ਹਰ ਆਵਰ ਤੋਂ ਬਾਅਦ ਮੈਨੂੰ ਆਪਣੀ ਫਿਜ਼ੀਕਲ ਐਕਟੀਵਿਟੀ ਕਰਨੀ ਪੈਣੀ ਹੈ। ਦੇयर ਆਰ ਮੈਨੀ ਥਿੰਗਸ ਜਿਹੜੀਆਂ ਹੈਗੀਆਂ ਉਹ ਮੈਨੂੰ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਰੱਖਣਗੀਆਂ। ਉਸੇ ਤਰੀਕੇ ਨਾਲ ਮੈਂਟਲੀ ਹੈ। ਇਹ ਛੋਟੀ ਚੀਜ਼ ਲੱਗਦੀ ਹੈ ਕਿ ਮੈਂ ਸਵੇਰੇ ਉੱਠਦੇ ਸਾਰੀ ਹੱਥ ਜੋੜ ਕੇ ਸਿਰਫ ਇਹ ਬੋਲਣਾ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਮੈਂ ਉੱਠਿਆ ਸਵੇਰੇ, ਤੂੰ ਮੈਨੂੰ ਨਵਾਂ ਦਿਨ ਦਿਖਾਇਆ। ਹੁਣ ਮੈਂ ਗੁੱਡ ਮਾਰਨਿੰਗ ਬੋਲਿਆ ਸਾਰਿਆਂ ਨੂੰ, ਪਰਿਵਾਰ ਨੂੰ। ਹੁਣ ਮੈਂ ਇਸ ਸਰੀਰ ਨੂੰ ਜੋ ਮੈਨੂੰ ਅੱਜ ਮੈਂ ਸਾਰਾ ਦਿਨ ਉਹਦਾ ਯੂਜ਼ ਲੈਣਾ ਹੈ, ਕਿਉਂਕਿ ਸਰੀਰ ਦਾ ਮੈਂ ਯੂਜ਼ ਲੈਣਾ ਹੈ। ਹੁਣ ਉਹ ਸਰੀਰ ਨੂੰ ਮੈਂ ਕਿਵੇਂ ਤਾਕਤਵਰ ਬਣਾਵਾਂ, ਕਿਉਂਕਿ ਮੈਂ ਰਾਤ ਨੂੰ ਸੁੱਤਾ ਹੋਇਆ ਸੀ, ਮੇਰਾ ਸਰੀਰ ਪੂਰੀ ਤਰ੍ਹਾਂ ਠੰਡਾ ਹੋ ਚੁੱਕਿਆ ਹੈ। ਤੇ ਇਸ ਲਈ ਅਸੀਂ ਕਹਿੰਦੇ ਕਿ ਜਿਹੜੀ ਪਹਿਲੀ ਐਕਸਰਸਾਈਜ਼ ਹੋਵੇ ਉਹ ਥੋੜੀ ਜਿਹੀ ਮੈਡੀਟੇਸ਼ਨ ਤੋਂ ਸਟਾਰਟ ਹੋਵੇ ਜਾਂ ਯੋਗਾ ਤੋਂ ਸਟਾਰਟ ਹੋਵੇ, ਸਮ ਬਰੀਥਿੰਗ ਐਕਸਰਸਾਈਜ਼ ਤੋਂ ਸ਼ੁਰੂ ਹੋਵੇ, ਜਾਂ ਅਸੀਂ ਥੋੜੀ ਜਿਹੀ ਹਲਕੀ ਜਿਹੀ ਸਟ੍ਰੈਚਿੰਗ ਐਕਸਰਸਾਈਜ਼ ਕਰੀਏ। ਇਸ ਤੋਂ ਜਦੋਂ ਸਾਡੀ ਸ਼ੁਰੂਆਤ ਹੁੰਦੀ ਹੈ ਤੁਸੀਂ ਦੇਖੋ ਕਿ ਤੁਹਾਡਾ ਪੂਰਾ ਸਰੀਰ ਦੇ ਵਿੱਚ ਤੁਹਾਡਾ ਬਲੱਡ ਫਲੋ ਸੋਹਣਾ ਹੁੰਦਾ ਹੈ। ਜਦੋਂ ਬਲੱਡ ਫਲੋ ਹੋਊਗਾ ਤੁਸੀਂ ਦੇਖੋ ਤੁਹਾਨੂੰ ਖੁਦ ਨੂੰ ਆਪਣੇ ਆਪ ਨੂੰ ਬਹੁਤ ਅੱਛਾ ਫੀਲ ਹੋਣਾ ਹੈ। ਹੁਣ ਤੁਸੀਂ ਫਿਰ ਆਪਣੇ ਘਰ ਨੂੰ ਠੀਕ ਰੱਖਦੇ ਹੋ, ਆਪਣੇ ਰੂਮ ਨੂੰ, ਆਪਣੇ ਘਰ ਨੂੰ ਸਾਫ਼ ਰੱਖਦੇ ਹੋ, ਔਰ ਫਿਰ ਤੁਸੀਂ ਨਹਾਨੇ ਧੋਨੇ ਹੋ, ਔਰ ਜਦੋਂ ਤੁਸੀਂ ਆਪਣਾ ਨਹਾ ਧੋ ਕੇ ਉਦੋਂ ਬਾਅਦ ਤੁਸੀਂ ਪਾਠ ਕਰਦੇ ਹੋ। ਸੋ ਦੇਖੋ ਸਪਿਰਿਚੁਅਲਿਟੀ ਜਿਹੜੀ ਹੈਗੀ ਹੈ ਉਹ ਸਾਨੂੰ ਇੱਕਦਮ ਸਾਨੂੰ ਸਾਡੇ ਨਾਲ ਜੋੜਦੀ ਹੈ। ਉਹਦਾ ਕਨੈਕਸ਼ਨ ਹੀ ਸਾਡੇ ਮਾਈਂਡ ਦੇ ਨਾਲ ਹੈ, ਕਿਉਂਕਿ ਸਰੀਰ ਬਹਿੰਦਾ ਹੈ ਔਰ ਮਾਈਂਡ ਦੇ ਨਾਲ ਅਸੀਂ ਕਨੈਕਟ ਕਰਦੇ ਹਾਂ। ਸਪਿਰਿਚੁਅਲਿਟੀ ਕਿਉਂ ਚੰਗੀ ਹੈ? ਕਿਉਂਕਿ ਉਹਦੇ ਵਿੱਚ ਜਿਹੜੇ ਵੀ ਸ਼ਬਦ ਆਪਾਂ ਬੋਲਦੇ ਹਾਂ, ਚਾਹੇ ਉਹ ਕੋਈ ਵੀ ਲੈਂਗੁਏਜ ਹੋਵੇ, ਜਿਹੜੇ ਸ਼ਬਦ ਉਹਦੇ ਵਿੱਚ ਯੂਜ਼ ਹੁੰਦੇ ਉਹ ਬਹੁਤ ਹੀ ਪਾਵਰਫੁਲ ਹੈ। ਹਰ ਇੱਕ ਸ਼ਬਦ ਜਿਹੜਾ ਹੈ ਉਹ ਸਾਡੇ ਅੰਦਰ ਤਾਕਤ ਪੈਦਾ ਕਰਦਾ ਹੈ। ਜਿਸ ਤਰੀਕੇ ਨਾਲ ਅਸੀਂ ਬਾਹਰਲੀ ਫਿਜ਼ੀਕਲੀ ਆਪਣੇ ਆਪ ਨੂੰ ਤਾਕਤਵਰ ਬਣਾਉਣ ਵਾਸਤੇ ਅੱਛਾ ਖਾਣਾ ਖਾਂਦੇ ਹਾਂ ਤਾਂ ਅਸੀਂ ਕਹਿੰਦੇ ਕਿ ਦੇਖੋ ਜੀ ਨਟਸ ਖਾਓ, ਥੋੜੇ ਜਿਹੇ ਫਰੂਟ ਖਾਓ, ਵੈਜੀਟੇਬਲਸ ਖਾਓ, ਹੈ ਨਾ, ਇਹ ਚੀਜ਼ਾਂ। ਉਸੇ ਤਰੀਕੇ ਨਾਲ ਅੰਦਰ ਮਨ ਦੇ ਵਿੱਚ ਹੈ, ਮਨ ਦੀ ਤਾਕਤ, ਬ੍ਰੇਨ ਦੀ ਤਾਕਤ, ਮੈਂਟਲੀ ਅੱਛਾ ਸੋਚਣ ਦੀ ਤਾਕਤ ਇਹ ਸ਼ਬਦਾਂ ਨੇ ਦੇਣੀ ਹੈ। ਜਦੋਂ ਇਹ ਸ਼ਬਦ ਸਾਡੇ ਅੰਦਰ ਅੱਛੇ ਹੋਣਗੇ ਅਸੀਂ ਅੱਛੇ ਸ਼ਬਦ ਹੀ ਸੋਚਾਂਗੇ। ਸਾਡੇ ਅੰਦਰ ਨੈਗੇਟਿਵ ਥਿੰਕਿੰਗ ਇੱਕ ਵਾਰ ਆਊਗੀ ਜੋ ਕਿ ਬਹੁਤ ਜ਼ਰੂਰੀ ਹੈ। ਜਿਵੇਂ ਮੈਂ ਕਹਿੰਦੀ ਹਾਂ ਹਮੇਸ਼ਾ ਨੈਗੇਟਿਵ ਥਾਟਸ ਆਣਾ ਜ਼ਰੂਰੀ ਹੈ, ਜੋ ਕਿ ਸਾਨੂੰ ਸਿਖਾਉਂਦੇ ਹੈ ਅਸੀਂ ਕਿਵੇਂ ਪੋਜ਼ਿਟਿਵ ਦੇ ਵਿੱਚ ਰਹਿਣਾ ਹੈ, ਕੀ ਕਰਨਾ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ ਨਾ। ਹੁਣ ਤੁਸੀਂ ਦੇਖੋ ਹੌਲੀ ਹੌਲੀ ਤੁਸੀਂ ਸਪਿਰਿਚੁਅਲ ਐਕਟੀਵਿਟੀ ਕੀਤੀ ਔਰ ਉਸ ਤੋਂ ਬਾਅਦ ਫੂਡ ਦਾ ਧਿਆਨ, ਫੂਡ ਦਾ ਰਿਲੇਸ਼ਨ ਅਸੀਂ ਕਵਾਂਗੇ ਫਿਜ਼ੀਕਲੀ ਹੈ ਆਪਣੇ ਆਪ ਨੂੰ ਠੀਕ ਰੱਖਣ ਵਾਸਤੇ, ਮੈਂਟਲੀ ਵੀ ਇਹਦਾ ਬਹੁਤ ਵੱਡਾ ਕਨੈਕਸ਼ਨ ਹੈਗਾ। ਕਿਉਂਕਿ ਹੁੰਦਾ ਕੀ ਹੈ ਕਿ ਐਂਜ਼ਾਈਟੀ, ਸਟ੍ਰੈਸ, ਡਿਪਰੈਸ਼ਨ ਨੂੰ ਅਗਰ ਮੈਂਟਲੀ ਜਿਹੜਾ ਹੈਗਾ ਬਹੁਤ
ਲੋਕਾਂ ਨੂੰ ਪ੍ਰੋਬਲਮ ਆਉਂਦੀ, ਸਮਝ ਨਹੀਂ ਆ ਪਾਉਂਦਾ, ਲੇਕਿਨ ਉਹਦਾ ਜਦੋਂ ਇੰਪੈਕਟ ਫਿਜ਼ੀਕਲੀ ਪੈਂਦਾ ਹੈ ਫਿਰ ਉਹ ਡਾਕਟਰ ਕੋਲ ਜਾਂਦੇ ਆ ਕਿ ਮੈਨੂੰ ਨੀਂਦ ਨਹੀਂ ਆ ਰਹੀ, ਜਾਂ ਮੈਨੂੰ ਟੈਂਸ ਹੋ ਰਿਹਾ ਹੈ, ਜਾਂ ਮੈਨੂੰ ਸਵੈਟਿੰਗ ਹੋ ਰਹੀ ਹੈ, ਜਾਂ ਮੇਰੀ ਭੁੱਖ ਮਰ ਗਈ ਹੈ, ਕੁਝ ਵੀ ਇਹੋ ਜਿਹੇ ਸਿੰਪਟਮ ਹੋ ਸਕਦੇ ਆ ਜੀ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਮੈਨੂੰ ਖਾਣਾ ਟਾਈਮ ਨਾਲ ਖਾਣਾ ਹੈ, ਜਦੋਂ ਮੈਂ ਪੂਰੇ ਦਿਨ ਆਪਣਾ ਟਾਈਮ ਨਾਲ ਖਾਣਾ ਖਾਦਾ, ਤੁਸੀਂ ਦੇਖੋਗੇ ਕਿ ਮੇਰੀ ਸ਼ੁਰੂਆਤੀ ਦਿਨ ਦੀ ਕਿੰਨੀ ਸੋਹਣੀ ਹੋਈ, ਕਿ ਮੇਰਾ ਦਿਨ ਪੂਰਾ ਦਿਨ ਬਹੁਤ ਅੱਛਾ ਜਾਣਾ ਹੈ। ਹੁਣ ਤੁਸੀਂ ਦੇਖੋ ਜਿਹੜਾ ਵੀ ਅਸੀਂ ਕੰਮ ਕੀਤਾ ਉਹ ਅਸੀਂ ਦਿਲ ਲਾ ਕੇ ਕਰਦੇ ਹਾਂ। ਜਿਹੜਾ ਕਿ ਸਟ੍ਰੈਸ ਹੈ, ਮੇਰੇ ਘਰ ਦਾ ਸਟ੍ਰੈਸ ਘਰ ਦੇ ਵਿੱਚ ਹੀ ਰਹਿ ਗਿਆ, ਹੁਣ ਮੈਂ ਕੰਮ ਤੇ ਹੈ ਤੇ ਮੈਂ ਕੰਮ ਦੇ ਨਾਲ ਹੈ। ਹੁਣ ਘਰ ਦਾ ਸਟ੍ਰੈਸ, ਕਿਉਂਕਿ ਸਟ੍ਰੈਸ ਇਜ਼ ਇੰਪੋਰਟੈਂਟ, ਕਿਉਂਕਿ ਸਟ੍ਰੈਸ ਜਿਹੜਾ ਹੈ ਉਹ ਸਾਨੂੰ ਕੇਅਰਫੁਲ ਰੱਖਦਾ ਹੈ ਔਰ ਸਾਨੂੰ ਲਾ ਕੇ ਰੱਖਦਾ ਹੈ ਕਿ ਓਕੇ ਮੈਂ ਇਹ ਕੰਮ ਬੜੇ ਧਿਆਨ ਨਾਲ ਕਰਨਾ ਹੈ, ਅੱਛਾ ਹੁਣ ਇਹ ਕਰਨਾ, ਉਸ ਤੋਂ ਬਾਅਦ ਇਹ ਕਰਨਾ, ਦੈਟਸ ਵੈਰੀ ਇੰਪੋਰਟੈਂਟ। ਪਰ ਅਗਰ ਕੋਈ ਵੀ ਸਟ੍ਰੈਸ ਮੈਨੂੰ ਰੋਕ ਦਿੰਦਾ ਹੈ, ਮੈਨੂੰ ਫੰਕਸ਼ਨ ਕਰਨ ਵਾਸਤੇ ਰੋਕ ਰਿਹਾ ਹੈ, ਫਿਰ ਉਹ ਬਿਮਾਰੀ ਬਣ ਜਾਂਦੀ ਹੈ। ਓਕੇ ਸੋ ਬਿਲਕੁਲ ਸੋ ਮੈਂ ਆਪਣੇ ਦਰਸ਼ਕਾਂ ਦੇ ਲਈ ਜਾਣਨਾ ਚਾਹਾਂਗਾ ਕਿ ਇਹ ਤਾਂ ਹੋ ਗਿਆ, ਦੇਖੋ ਜੀ, ਕਿਉਂਕਿ ਕਈ ਵਾਰ ਨਾ ਕੀ ਹੁੰਦਾ, ਇਹ ਗੱਲਾਂ ਕਰਨੀਆਂ ਜਿਹੜੀਆਂ ਬੜੀਆਂ ਸੌਖੀਆਂ ਨੇ, ਉਹਨਾਂ ਇਹਨਾਂ ਦੇ ਉੱਤੇ ਅਸਰ ਜਾਂ ਉਹਨਾਂ ਦਾ ਨਤੀਜਾ ਲੈਣਾ ਵੀ ਬੜਾ ਵੱਡਾ ਜਿਹੜਾ ਇੱਕ ਕੰਮ ਹੁੰਦਾ। ਸੋ ਮੈਂ ਤੁਹਾਡੇ ਕੋਲੋਂ ਬੱਚਿਆਂ ਦੇ ਔਰ ਬਜ਼ੁਰਗਾਂ ਦੀ ਗੱਲ ਕਰਨੀ ਚਾਹਾਂਗਾ ਕਿ ਅਕਸਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਅਸੀਂ ਲਾਕਡਾਊਨ ਦੇ ਵਿੱਚ ਆ, ਤਾਂ ਬੱਚਿਆਂ ਦੀ ਆਦਤ ਹੁੰਦੀ ਹੈ ਕਿ ਉਹਨਾਂ ਨੇ ਟੱਪਣਾ ਕੁੱਦਣਾ, ਤੇ ਇਹਨਾਂ ਮੁਲਕਾਂ ਦੇ ਵਿੱਚ ਚਲੋ ਘਰ ਜਿਹੜੇ ਹਾਂਜੀ ਉਹ ਵੱਖੋ ਵੱਖਰੇ ਲੈਵਲ ਦੇ ਵੀ ਘਰ ਹੋ ਸਕਦੇ ਨੇ, ਜਾਂ ਅਪਾਰਟਮੈਂਟ ਸਿੰਗਲ ਸੇਮ ਲੈਵਲ ਦੇ ਵੀ ਹੋ ਸਕਦੀਆਂ ਨੇ। ਸੋ ਕੁਝ ਜਗ੍ਹਾ ਹੁੰਦੀ ਹੈ ਲੋੜ ਮੁਤਾਬਕ ਹਰੇਕ ਨੇ ਆਪਣਾ ਘਰ ਜਿਹੜਾ ਉਹਦਾ ਉਹਦੀ ਉਹਨਾਂ ਸਮਾਂ ਉਨੀ ਉਹਦੀ ਜਿਹੜੀ ਬਾਉਂਡਰੀ ਆ ਉਹਨਾਂ ਸਕੁਅਰ ਫਿਟੇਜ ਹੁੰਦੀ ਹੈ। ਪਰ ਇਸ ਤੋਂ ਇਲਾਵਾ ਵੀ ਇਨਸਾਨ ਦੀ ਕਿ ਫਿਤਰਤ ਹੈ ਕਿ ਉਹ ਜਦੋਂ ਕੈਦ ਹੁੰਦਾ ਤਾਂ ਉਦੋਂ ਆਜ਼ਾਦੀ ਭਾਲਦਾ, ਜਦੋਂ ਆਜ਼ਾਦ ਹੁੰਦਾ ਤਾਂ ਉਦੋਂ ਆਜ਼ਾਦੀ ਦੀ ਉਹ ਵੈਲਿਊ ਨਹੀਂ ਕਰਦਾ ਜੀ, ਕਿ ਉਹ ਕਿੰਨੀ ਉਹਨੂੰ ਪ੍ਰਮਾਤਮਾ ਨੇ, ਕੁਦਰਤ ਨੇ ਕਿੰਨਾ ਖੂਬਸੂਰਤ ਇਹ ਸਾਰਾ ਜਿਹੜਾ ਜੀ ਇੱਕ ਵੱਡਾ ਜਿਹੜਾ ਕਿ ਦਿੱਤਾ ਹੋਇਆ। ਸੋ ਮੈਂ ਇੱਕ ਛੋਟੀ ਜਿਹੀ ਗੱਲ ਕਿਤੇ ਆਈ ਸੀ, ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇਟਲੀ ਦੀ ਗੱਲ ਹੈ, ਇਹ ਸੱਚੀ ਹੈ ਜਾਂ ਨਹੀਂ ਇਹ ਵੱਖਰੀ ਗੱਲ ਹੈ, ਲੇਕਿਨ ਉਹਦੀ ਭਾਵਨਾ ਜਾਂ ਉਹਦਾ ਮੈਸੇਜ ਜਿਹੜਾ ਜੀ ਉਹ ਸੋਚਣ ਵਾਲੀ ਔਰ ਸਮਝਣ ਵਾਲੀ ਗੱਲ ਹੈ ਕਿ ਅੱਜ ਕੋਵਿਡ ਜਾਂ ਕੋਰੋਨਾ ਵਾਇਰਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਬਿਮਾਰ ਨੇ, ਉਹ ਜਦੋਂ ਇੱਕ ਸਟੇਜ ਤੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਵੈਂਟੀਲੇਟਰ ਲੱਗਦਾ ਜੀ, ਔਰ ਵੈਂਟੀਲੇਟਰ ਦੀ ਜਿਹੜੀ ਹੈ ਜੀ ਉਹ ਆਕਸੀਜਨ ਤੁਹਾਡੇ ਫੇਫੜਿਆਂ ਤੱਕ ਪਹੁੰਚਾਉਂਦਾ ਹੈ, ਜੋ ਵੀ ਉਹਦਾ ਕੰਮ ਹੁੰਦਾ, ਤੇ ਉਹਦਾ ਕਾਸਟ ਵੀ ਪੈਂਦੀ ਹੈ ਜੀ। ਵੈਂਟੀਲੇਟਰ ਦਾ ਹਰ ਇੱਕ ਕਾਰ ਮੇਕਿੰਗ ਕੰਪਨੀ ਔਰ ਸਾਰੇ ਵਰਲਡ 'ਚ ਰੌਲਾ ਪਿਆ ਹੋਇਆ ਕਿ ਵੈਂਟੀਲੇਟਰਸ ਬਣਾਓ, ਕਾਰਾਂ ਵਾਲੇ ਬਣਾ ਰਹੇ ਨੇ, ਹਥਿਆਰਾਂ ਵਾਲੇ ਵੀ ਫੈਕਟਰੀਆਂ ਜਿਹੜੀਆਂ ਵੈਂਟੀਲੇਟਰ ਤੇ ਲੱਗ ਗਈਆਂ ਨੇ। ਕਮਿੰਗ ਟੂ ਦਾ ਪੁਆਇੰਟ, ਇੱਕ ਬਜ਼ੁਰਗ ਜਿਹੜਾ ਹੈ ਜੀ ਉਹ ਠੀਕ ਹੋ ਕੇ ਵੈਂਟੀਲੇਟਰ ਉਹਦਾ ਉਤਰਿਆ ਤੇ ਉਹ ਘਰੋਂ ਜਦੋਂ ਘਰ ਨੂੰ ਜਾਣ ਲੱਗਿਆ ਤਾਂ ਉਸਨੂੰ ਡਾਕਟਰਸ ਨੇ ਜਾਂ ਨਰਸਿਸ ਸਟਾਫ ਨੇ ਕਿਹਾ ਕਿ ਓਕੇ ਤੁਸੀਂ ਆਪਣਾ ਉੱਥੇ ਬਿੱਲ ਜਮ੍ਹਾਂ ਕਰਾ ਦਿਓ। ਉਹ ਕਿੰਨੇ ਡਾਲਰ ਸੀ, ਕੀ ਸੀ, ਉਹ ਬਾਅਦ ਦੀ ਗੱਲ ਹੈ। ਲੈਟਸ ਸੇ ਉਹਨੇ ਕਿਹਾ ਜੀ ਤੁਹਾਡਾ ਇਲਾਜ ਦਾ 5000 ਯੂਰੋ ਤੁਸੀਂ ਜਮ੍ਹਾਂ ਕਰਾ ਦਿਓ, ਇਟਲੀ ਦੀ ਜੇਕਰ ਆਪਾਂ ਗੱਲ ਕਰੀਏ। ਉਹ ਕਹਿੰਦਾ ਜੀ ਕਾਹਦੇ ਵਾਸਤੇ? ਕਹਿੰਦੇ ਜਿਹੜਾ ਵੈਂਟੀਲੇਟਰ ਕਹਿੰਦੇ ਜਿਹੜਾ ਤੁਹਾਡੇ ਲੱਗਾ ਸੀ ਨਾ 5 ਦਿਨ ਲਈ ਜਾਂ ਹਫ਼ਤੇ ਲਈ, ਉਹਦਾ 5000 ਯੂਰੋ ਡਾਲਰ ਖਰਚਾ, ਬਾਕੀ ਦਵਾਈਆਂ ਦਾ ਸੀ ਕੋਈ ਇਲਾਜ ਪੈਸਾ ਨਹੀਂ ਲਿਆ। ਉਹ ਕਹਿੰਦਾ ਮੈਂ ਪੈਸੇ ਜਮ੍ਹਾਂ ਕਰਵਾ ਦਿੰਦਾ, ਕਰਵਾਤੇ ਉਹਨੇ, ਤੇ ਉਹ ਬਾਹਰ ਨਿਕਲਿਆ ਤੇ ਉਹਨੇ ਇੱਕਦਮ ਪ੍ਰਮਾਤਮਾ ਵੱਲ, ਜਿਵੇਂ ਜਿਹੜੇ ਵੀ ਧਰਮ ਉਹ ਮੰਨਦਾ ਹੋਏਗਾ, ਉਸਨੇ ਉਹਦੇ ਅੱਗੇ ਅਰਦਾਸ ਕੀਤੀ ਕਿ ਹੇ ਪ੍ਰਮਾਤਮਾ, ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਗॉड, ਕ੍ਰਾਈਸਟ, ਅੱਲਾ, ਕਿ ਮੈਂ 5 ਦਿਨ ਮੈਨੂੰ ਆਕਸੀਜਨ ਨਹੀਂ ਮਿਲੀ ਤੇ ਮੈਨੂੰ 5000 ਡਾਲਰ ਜਾਂ ਯੂਰੋ ਦੇਣੇ ਆ ਗਏ, ਤੇ ਤੂੰ ਮੈਨੂੰ ਪਿਛਲੇ 80 ਸਾਲਾਂ ਤੋਂ ਐਡਾ ਵੱਡਾ ਵੈਂਟੀਲੇਟਰ ਜਿਹੜਾ ਦਿੱਤਾ ਹੋਇਆ ਸੀ, ਐਡੀ ਵੱਡੀ ਜਿਹੜੀ ਮੈਨੂੰ ਕੁਦਰਤ ਦੀ ਫ੍ਰੀ ਦੇ ਵਿੱਚ ਮੈਨੂੰ ਵੈਂਟੀਲੇਟਰ ਲਗਾਇਆ ਸੀ, ਜਿਹੜਾ ਕਿ ਮੈਨੂੰ ਵਧਣ ਫੁੱਲਣ ਜਿਹਨੇ ਕੀਤਾ, ਮੈਂ ਤੇਰਾ ਸ਼ੁਕਰਾਨਾ ਕਿਵੇਂ ਕਰਾਂ? ਸੋ ਮੇਰੇ ਖਿਆਲ ਜਿਹੜਾ ਗ੍ਰੈਟੀਟਿਊਡ ਹੈ, ਸ਼ੁਕਰਾਨੇ ਵਾਲੀ ਭਾਵਨਾ ਜਿਹੜੀ ਹੈ ਕਿ ਜੋ ਮੇਰੇ ਹੱਥ ਦੇ ਵਿੱਚ ਅੱਜ ਹੈ, ਜੇ ਅੱਜ ਮੇਰੇ ਕੋਲ ਖਾਣ ਲਈ ਮੇਰੇ ਟੇਬਲ ਤੇ ਹੈ, ਇਹ ਪ੍ਰਮਾਤਮਾ ਨੇ ਮੈਨੂੰ ਬਹੁਤ ਕੁਝ ਦੇ ਦਿੱਤਾ ਹੈ, ਸੋ ਉਹਦਾ ਸ਼ੁਕਰਾਨਾ ਕਰਨਾ ਵੀ ਇੱਕ ਵੱਡੀ ਮੇਰੇ ਖਿਆਲ ਬਣਦੀ ਹੈ। ਸੋ ਮੈਂ ਥਾਟ ਪ੍ਰੋਸੈਸ ਦੀ ਗੱਲ ਜੇਕਰ ਕਰੀਏ, ਇਸ ਸਾਈਕੋਲੋਜੀਕਲ ਜਿੱਥੇ ਇੱਕ ਵਿਸ਼ਾ ਹੈ, ਔਰ ਉੱਥੇ ਨਾਲ ਦੀ ਨਾਲ ਇਹਦਾ ਫਿਜ਼ੀਓਲੋਜੀਕਲ ਜਿਹੜਾ ਮਤਲਬ ਸਰੀਰਕ ਤੌਰ ਦੇ ਉੱਤੇ ਵੀ ਇਹਦਾ ਅਸਰ ਪੈਂਦਾ। ਜੇਕਰ ਡਿਪਰੈਸ਼ਨ ਦੀ ਗੱਲ ਜਾਂ ਸਟ੍ਰੈਸ ਦੀ ਗੱਲ ਕਰ ਲਈ, ਤੇ ਜਿਹੜੇ ਬੰਦੇ ਡਿਪਰੈਸ਼ਨ 'ਚ ਨੇ, ਜਾਂ ਤਾਂ ਉਹ ਕਿਹਾ ਜਾਂਦਾ ਹੈ ਜੀ ਕਿ ਉਹ ਜਾਂ ਤਾਂ ਬਹੁਤ ਖਾਂਦੇ ਨੇ ਜਾਂ ਫਿਰ ਉਹ ਬਿਲਕੁਲ ਨਹੀਂ ਖਾਂਦੇ। ਸੋ ਇਹਦੇ ਬਾਰੇ ਥੋੜਾ ਸਿੰਪਟਮ ਦੀ ਗੱਲ ਦੱਸਿਓ ਕਿ ਘਰ ਦੇ ਵਿੱਚ ਲੈਟਸ ਸੇ 5-7 ਬੰਦੇ ਨੇ ਪਰਿਵਾਰ ਦੇ, ਤਾਂ ਅੱਜ ਕੱਲ ਵੈਸੇ ਤੇ ਮਾਫ ਕਰਨਾ ਕਿ ਸਾਰੇ ਬੰਦੇ ਬਿਜ਼ੀ ਨੇ, ਦੁਨੀਆ ਦੀ ਖਬਰ ਰੱਖਣ ਲਈ ਜਾਂ ਇੱਕ ਦੂਜੇ ਦੇ ਨਾਲ ਹੈਲਪ ਕਰਾਉਣ ਦੇ ਵਿੱਚ ਹੀ ਬਹੁਤ ਪਰਿਵਾਰ ਜਿਹੜੇ ਬਿਜ਼ੀ ਹੋਣਗੇ। ਸੋ ਇਹ ਕਿਵੇਂ ਪਤਾ ਲੱਗੇਗਾ ਕਿ ਮੇਰੇ ਪਰਿਵਾਰ ਦੇ ਇਸ ਜੀ ਨੂੰ, ਜਾਂ ਮੇਰੇ ਬੱਚੇ ਨੂੰ, ਜਾਂ ਮੇਰੇ ਪਿਓ ਨੂੰ, ਭੈਣ ਨੂੰ, ਜਾਂ ਕਿਸੇ ਹੋਰ ਨੂੰ, ਘਰ ਦੇ ਜੀ ਨੂੰ ਲੱਗਦਾ ਹੈ ਕੁਝ ਗੜਬੜ ਹੈ, ਕੋਈ ਸਿੰਪਟਮ? ਬਹੁਤ ਅੱਛਾ ਕੁਐਸਚਨ ਪੁੱਛਿਆ। ਓਕੇ, ਤੁਸੀਂ ਮੈਨੂੰ ਜਿਵੇਂ ਦੱਸਿਆ ਕਿ ਯੈਸ, ਬਿਲਕੁਲ ਜਿਹੜਾ ਡਿਪਰੈਸ਼ਨ ਹੈਗਾ ਹੈ ਉਹ ਮੈਨੂੰ ਹੋਪਲੈਸ ਤਾਂ ਕਰ ਦਿੰਦਾ ਹੈ, ਮੈਨੂੰ ਹੈਲਪਲੈਸ ਬਣਾ ਦਿੰਦਾ ਹੈ, ਲੇਕਿਨ ਜਿਵੇਂ ਕਹੇ ਕਿ ਸ਼ੁਰੂਆਤ ਹੀ ਹੁੰਦੀ ਹੈ ਐਂਜ਼ਾਈਟੀ ਜਾਂ ਸਟ੍ਰੈਸ ਤੋਂ।
ਠੀਕ ਹੁਣ ਹੈ। ਉਹ ਕਿਸੇ ਜਿਹੜੀ ਚੀਜ਼ ਹੈ ਜਿਹਦੇ ਉੱਤੇ ਉਹਨੇ ਚਿੰਤਾ ਕਰਨੀ ਸ਼ੁਰੂ ਕਰਤੀ, ਕਿਉਂਕਿ ਉਹਨੂੰ ਕੋਈ ਚੀਜ਼ ਸਟ੍ਰੈਸ ਦੇ ਰਹੀ ਹੈ। ਚਾਹੇ ਹੁਣ ਜਿਵੇਂ ਤੁਸੀਂ ਕਿਹਾ ਕਿ ਬੱਚੇ ਨੂੰ ਲੈ ਲਓ, ਜਾਂ ਘਰ ਦੇ ਵਿੱਚ ਕੌਣ ਹੈ, ਆਪਾਂ ਐਗਜ਼ਾਮਪਲ ਲੈਨੇ ਕਿ ਬੱਚਾ ਜਿਹੜਾ ਹੈਗਾ ਹੈ, ਚਾਹੇ ਉਹ ਅੱਜ ਹਾਈ ਸਕੂਲ ਦੇ 11 12 ਦੇ ਵਿੱਚ ਹੈਗਾ ਹੈ, ਉਹਨੂੰ ਵੀ ਚਿੰਤਾ ਹੈਗੀ ਹੈ, ਜਿਹੜੇ 7ਵੀਂ ਕਲਾਸ ਦੇ ਵਿੱਚ ਉਹਨਾਂ ਨੂੰ ਵੀ ਚਿੰਤਾ ਹੈਗੀ ਹੈ। ਤਾਂ ਬੱਚਿਆਂ ਨੂੰ ਲੈ ਲਓ, ਉਸ ਬੱਚੇ ਨੂੰ ਚਿੰਤਾ ਹੋਈ, ਉਹਦੇ ਦਿਮਾਗ ਦੇ ਵਿੱਚ ਕੋਈ ਸੋਚ ਆਈ, ਜਦੋਂ ਉਹ ਸੋਚ ਸਾਡੇ ਅੰਦਰ ਜਾਂਦੀ ਹੈ ਤੇ ਫਿਜ਼ੀਓਲੋਜੀਕਲੀ ਸਾਡੇ ਅੰਦਰ ਅਸਰ ਪਾਉਂਦੀ ਹੈ, ਜਾਂ ਤਾਂ ਅਸੀਂ ਬਹੁਤ ਖਾਂਦੇ ਹਾਂ ਜਾਂ ਅਸੀਂ ਨਹੀਂ ਖਾਂਦੇ। ਜੀ। ਇਹ ਜਿਹੜੇ ਸਿੰਪਟਮ ਹੈ ਬਿਲਕੁਲ ਦੇਖੇ ਜਾ ਸਕਦੇ ਆ। ਨੰਬਰ 2 ਸਿੰਪਟਮ ਹੈ ਕਿ ਉਹ ਬੱਚਾ ਹਰ ਛੋਟੀ ਗੱਲ ਤੇ ਇਰੀਟੇਟ ਹੁੰਦਾ ਹੈ, ਉਹਦਾ ਅਗਰੈਸਿਵ ਬਿਹੇਵੀਅਰ ਤੁਹਾਨੂੰ ਦੇਖਣ ਨੂੰ ਮਿਲੂਗਾ। ਉਹ ਬੱਚਾ ਹੀ ਨਹੀਂ, ਇਨਸਾਨ, ਮੈਂ ਕਿਸੇ ਦੀ ਵੀ ਗੱਲ ਕਰ ਰਹੀ ਹਾਂ, ਕੋਈ ਵੀ ਹੋ ਸਕਦਾ ਹੈ ਜੋ ਇਰੀਟੇਟ ਹੋਊਗਾ ਛੋਟੀ ਛੋਟੀ ਗੱਲ ਤੇ ਔਰ ਅਗਰੈਸਿਵ ਹੋਊਗਾ, ਔਰ ਉਹਦਾ ਖਾਣਾ ਪੀਣਾ ਤਾਂ ਆਪਾਂ ਬਿਲਕੁਲ ਦੇਖ ਹੀ ਸਕਦੇ ਹਾਂ। ਦੂਜੀਆਂ ਚੀਜ਼ਾਂ ਦੇਖੋਗੇ ਕਿ ਉਹਦੇ ਚਿਹਰੇ ਤੇ ਤੁਹਾਨੂੰ ਦਿਖਾਈ ਦਊਗਾ ਕਿ ਉਹ ਅੰਦਰ ਉਹਦੇ ਕੁਝ ਚੱਲ ਰਿਹਾ ਹੈ, ਲੇਕਿਨ ਉਹਦੇ ਵਿਵਹਾਰ ਦੇ ਵਿੱਚ ਜਿਹੜਾ ਹੈਗਾ ਹੈ ਇੱਕ ਦੂਜਾ ਸਿੰਪਟਮ ਦਿਸ ਰਿਹਾ ਹੈ। ਕਿਉਂਕਿ ਅੰਦਰ ਜੋ ਚੱਲ ਰਿਹਾ ਹੈ ਉਹ ਗੁੱਸਾ ਨਹੀਂ ਚੱਲ ਰਿਹਾ, ਅੰਦਰ ਤਾਂ ਚੱਲ ਰਿਹਾ ਹੈ ਕਿ ਮੈਂ ਕੀ ਕਰਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਹੈਲਪਲੈਸ ਹੈ, ਲੈਸਨੈਸ ਫੀਲ ਹੋ ਰਹੀ ਹੈ। ਲੇਕਿਨ ਬਾਹਰ ਦੇ ਪਾਸੇ ਉਹਨੂੰ ਲੱਗ ਰਿਹਾ ਕਿ ਉਹਦੇ ਤੋਂ ਉਸਦਾ ਐਕਸ਼ਨ ਨਹੀਂ ਲਿੱਤਾ ਜਾ ਰਿਹਾ। ਉਹ ਐਕਸ਼ਨ ਨਾ ਲੈਣ ਕਰਕੇ ਜਾਂ ਤਾਂ ਉਹ ਬਹੁਤ ਖਾ ਰਿਹਾ ਹੈ ਜਾਂ ਉਹਦੀ ਭੁੱਖ ਮਰ ਚੁੱਕੀ ਹੈ, ਕਿਉਂਕਿ ਉਹਦਾ ਇੰਪੈਕਟ ਜਿਹੜਾ ਹੈ ਉਹ ਫਿਜ਼ੀਕਲੀ ਪੈ ਚੁੱਕਿਆ ਹੈ। ਸੋ ਤੁਸੀਂ ਇਹ ਬਹੁਤ ਸਾਰੇ ਇਹ ਦੇਖ ਸਕਦੇ ਹੋ, ਜਾਂ ਉਹਨੂੰ ਛੋਟੀ ਛੋਟੀ ਗੱਲ ਤੇ ਰੋਣਾ ਆ ਰਿਹਾ ਹੈ, ਇਹ ਵੀ ਤੁਸੀਂ ਦੇਖ ਸਕਦੇ ਹੋ ਸਿੰਪਟਮ। ਉਹਦੇ ਇਲਾਵਾ ਤੁਸੀਂ ਦੇਖੋਗੇ ਛੋਟੀ ਛੋਟੀ ਗੱਲ ਤੇ ਲੜਾਈ ਵੀ ਕਰ ਰਿਹਾ ਹੈ, ਆਪਣੇ ਆਪ ਨੂੰ ਪ੍ਰੂਵ ਕਰਾ ਰਿਹਾ ਕਿ ਮੈਂ ਠੀਕ ਹੈ ਜੀ। ਜਾਂ ਕਿੰਨੀ ਵਾਰ ਇਹ ਹੈ ਕਿ ਹਰ ਗੱਲ ਤੇ ਉਹ ਸੌਰੀ ਬੋਲ ਰਿਹਾ ਹੈ, ਗਿਵ ਅਪ ਵੀ ਕਰ ਰਿਹਾ ਹੈ। ਓਕੇ। ਜਿਹੜਾ ਗਿਵ ਅਪ ਸਾਈਨ ਹੈ ਇਹ ਬਹੁਤ ਜਲਦੀ ਦੇਖਣ ਨੂੰ ਮਿਲਦਾ ਹੈ, ਅਗਰੈਸਿਵ ਸਾਈਨ ਬਹੁਤ ਜਲਦੀ ਦੇਖਣ ਨੂੰ ਮਿਲਦਾ ਹੈ, ਹਰ ਚੀਜ਼ ਦੇ ਕਿ ਓਕੇ ਆਈ ਐਮ ਸੌਰੀ। ਤੁਸੀਂ ਫੇਸ ਨੂੰ ਦੇਖੋਗੇ, ਬਾਡੀ ਲੈਂਗੁਏਜ ਨੂੰ ਦੇਖੋਗੇ, ਜੋ ਕਿ ਬਹੁਤ ਡਾਊਨ ਫੀਲ ਹੋ ਰਹੀ ਹੈ, ਉਹਦੇ ਵਿੱਚ એનર્ਜੀ ਜਿਹੜੀ ਹੈਗੀ ਉਹ ਬਹੁਤ ਲੋ ਹੈ। ਓਕੇ। ਯਾਨੀ ਕਿ ਉਹ ਘਰ ਦੇ ਵਿੱਚ ਸਾਹਮਣੇ ਬੈਠਣਾ ਨਹੀਂ ਚਾਹ ਰਿਹਾ, ਆਪਣੇ ਆਪ ਨੂੰ ਡਿਸਕਨੈਕਟ ਕਰ ਰਿਹਾ ਹੈ, ਰਾਤ ਨੂੰ ਲੇਟ ਸੋ ਰਿਹਾ ਹੈ, ਸਵੇਰੇ ਲੌਂਗ ਟਾਈਮ ਤੱਕ ਇਹ ਨਹੀਂ ਸੋ ਰਿਹਾ ਹੈ ਕਿ ਉਹ ਲੇਟ ਸੋਣਾ ਤੇ ਲੇਟ ਉੱਠਣ ਵਾਲੀ ਗੱਲ ਹੈ ਕਿ ਮੈਨੂੰ ਕਿਸੇ ਨਾਲ ਇੰਟਰੈਕਸ਼ਨ ਨਾ ਕਰਨਾ ਪਵੇ। ਸੋ ਇਹੋ ਜਿਹੇ ਬਹੁਤ ਸਾਰੇ ਚੇਂਜਸ ਦੇਖ ਸਕਦੇ ਹੋ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਖਿਜਨ ਹੋ ਰਹੀ ਹੈ ਜਾਂ ਖਾਣੇ ਦੀ ਪ੍ਰੋਬਲਮ ਆ ਰਹੀ ਹੈ, ਜਾਂ ਤੁਸੀਂ ਦੇਖੋਗੇ ਕਿ ਉਹ ਬਾਰ-ਬਾਰ ਬੱਚਾ ਜਾਂ ਇਨਸਾਨ ਜਿਹੜਾ ਹੈ ਵਾਸ਼ਰੂਮ ਯੂਜ਼ ਕਰ ਰਿਹਾ ਹੈ, ਕਿਉਂਕਿ ਇਹ ਵੀ ਇੱਕ ਬਹੁਤ ਬੜਾ ਰੀਜ਼ਨ ਹੈ, ਜਾਂ ਉਹ ਨਹਾ ਨਹੀਂ ਰਿਹਾ ਹੈ, ਆਪਣੀ ਕਲੀਨਿੰਗ ਨਹੀਂ ਕਰ ਰਿਹਾ ਹੈ, ਜਾਂ ਜ਼ਿਆਦਾ ਕਰ ਰਿਹਾ ਹੈ। ਸੋ ਇਹ ਸਾਰੇ ਐਂਜ਼ਾਈਟੀ ਦੇ ਬਹੁਤ ਸਾਰੇ, ਕਿਉਂਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੀ OCD ਹੈ ਜਾਂ ਇਹ ਜਿਹੜੀ PTSD ਹੈ, ਕਿਉਂਕਿ ਕਿਸੇ ਨਾ ਕਿਸੇ ਟਰਾਮਾ, ਕੋਈ ਨਾ ਕੋਈ ਉਹਦੇ ਅੰਦਰ ਗੱਲ ਆ ਚੁੱਕੀ ਹੈ ਜੋ ਕਿ ਟ੍ਰਿਗਰ ਕਰ ਰਹੀ ਹੈ ਅੱਜ। ਸੋ ਵੀ ਕੈਨ ਨਾਟ ਸੇ ਕਿ ਕੀ ਚੀਜ਼ ਉਹਦੇ ਅੰਦਰ ਚੱਲ ਰਹੀ ਹੈ, ਪਰ ਉਹ ਅੰਦਰ ਹੀ ਅੰਦਰ ਉਸ ਚੀਜ਼ ਨੂੰ ਲੈ ਕੇ ਇਹ ਸਾਰੇ ਫਿਜ਼ੀਓਲੋਜੀਕਲੀ ਜਿਹੜੀਆਂ ਚੀਜ਼ਾਂ ਹੈ, ਬਿਹੇਵੀਅਰ ਜਿਹੜਾ ਉਹਦਾ ਉਹ ਦਿਖਾਈ ਦੇ ਰਿਹਾ ਹੈ। ਓਕੇ। ਸੋ ਮੈਂ ਸਮਝਦਾ ਕਿ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਔਰ ਖਾਸ ਤੌਰ ਦੇ ਉੱਤੇ ਸਾਡੇ ਜਿਹੜੇ ਬੱਚੇ ਨੇ, ਸਕੂਲ ਗੋਇੰਗ ਬੱਚੇ, ਸਕੂਲ ਬੰਦ ਨੇ, ਯੂਨੀਵਰਸਿਟੀ ਕਾਲਜਸ ਬੰਦ ਨੇ, ਤੋਂ ਸਕੂਲ ਵਾਲੇ ਬੱਚਿਆਂ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਇਹ ਵੱਡਿਆਂ ਤੇ ਵੀ ਵੈਸੇ ਸੇਮ ਹੀ ਸਿੰਪਟਮ ਲਾਗੂ ਹੋਣਗੇ ਮੇਰੇ ਖਿਆਲ 'ਚ। ਸੋ ਬੱਚਿਆਂ ਦਾ ਪਹਿਲਾਂ ਕਿਹਾ ਜਾਂਦਾ ਸੀ ਕਿ ਬੱਚੇ ਘੱਟ ਸੌਂਦੇ ਨੇ ਜੀ, ਰਾਤ ਨੂੰ ਲੇਟ ਸੌਂਦੇ ਨੇ ਤੇ ਸਵੇਰੇ ਸਕੂਲ ਕਾਲਜ ਯੂਨੀਵਰਸਿਟੀ ਜਾ ਚਲੇ ਜਾਂਦੇ ਨੇ। ਸੋ ਅੱਜ ਕੱਲ੍ਹ ਮੈਂ ਤੁਹਾਡਾ ਜਿਹੜਾ ਟ੍ਰੈਂਡ ਜਿਹੜਾ ਤੁਸੀਂ ਮੈਨੂੰ ਹੁਣੇ ਜਿਹੜੀ ਗੱਲ ਕੀਤੀ, ਬਿਲਕੁਲ ਸਾਡੇ ਦੇਖਣ 'ਚ ਆ ਰਿਹਾ। ਬਹੁਤ ਸਾਰੇ ਜਿਹੜੇ ਜਿੰਨੇ ਵੀ ਅਸੀਂ ਪਰਿਵਾਰਾਂ ਦੇ ਨਾਲ ਪਿਛਲੇ ਸਮੇਂ ਦੌਰਾਨ ਗੱਲ ਕਰਦੇ ਹਾਂ, ਤੇ ਬੱਚੇ ਜਿਹੜੇ ਨੇ ਜੀ ਉਹ ਦੇ ਆਰ ਸਲੀਪਿੰਗ ਲੇਟ, ਉਹਨਾਂ ਦਾ ਇੱਕ ਜਿਹੜਾ ਡਿਸਰਪਟ ਹੋ ਗਿਆ, ਉਹਨਾਂ ਦਾ ਜਿਹੜਾ ਸਕੇਜੂਲ ਆਫ ਸਲੀਪ ਹੈ, ਔਰ ਰਾਤ ਨੂੰ ਜਾਂ ਕਹਿ ਲਓ ਸਵੇਰੇ ਸੌਂਦੇ ਨੇ ਜੀ ਉਹ 12 ਵਜੇ ਤੋਂ ਬਾਅਦ, ਮਿਡਨਾਈਟ ਤੋਂ ਬਾਅਦ, ਉਹ ਦਿਨੇ 1-1:30 ਵਜੇ ਜਾਂ 12 ਵਜੇ ਉੱਠਦੇ ਨੇ। ਤਾਂ ਕਹਿਣ ਦਾ ਮਤਲਬ 12 ਆਵਰ ਦੀ ਸਲੀਪ, ਚਲੋ ਇੰਨੇ ਨਹੀਂ ਸੌਂਦੇ ਹੋਣਗੇ, ਪਰ ਐਵਰੇਜ ਜਿਹੜੀ ਹੈ ਜੀ ਉਹ ਰਾਤ ਨੂੰ ਸੌਣ ਦੀ ਬਜਾਏ, ਜਿਹੜਾ ਕਿ ਸੂਰਜ ਦੇ ਡੁੱਬਣ ਨਾਲ ਸੌਣਾ ਤੇ ਸੂਰਜ ਦੇ ਚੜ੍ਹਨ ਨਾਲ ਉੱਠਣਾ, ਜਿਹੜਾ ਇੱਕ ਟੋਟਲ ਇੱਕ ਕਾਇਨਾਤ ਦਾ, ਕੁਦਰਤ ਦਾ ਵੀ ਜਿਹੜਾ ਇੱਕ ਲਾਅ ਬਣਿਆ ਹੋਇਆ ਉਹਦੇ ਹਿਸਾਬ ਨਾਲ। ਲੇਕਿਨ ਇਹ ਓਵਰ ਸਲੀਪ ਔਰ ਦਿਨ ਰਾਤ ਦਾ ਤਾਂ ਹੁਣ ਫਰਕ ਹੀ ਨਹੀਂ ਰਿਹਾ ਜੀ। ਉਹ ਇੱਕ ਮੈਂ ਗੱਲ ਹਾਸੇ ਦੀ ਵੀ ਹੈ ਕਿ ਕਿਸੇ ਨੇ ਕੋਈ ਵੀਡੀਓ, ਇੱਕ ਆਡੀਓ ਫੋਟੋ ਵੀ ਸਰਕੂਲੇਟ ਹੋਈ ਸੀ ਕਿ ਘੜੀ ਜਿਹੜੀ ਵਾਲ ਹੈ ਜੀ ਉਹਦੇ ਚੋਂ ਆਵਰਸ ਮਿਟ ਗਏ ਨੇ, ਉਹ ਚ ਡੇਜ਼ ਪੈ ਗਏ ਨੇ ਜੀ। ਸੋ ਗੱਲ ਇਹ ਕਿ ਸਾਨੂੰ ਦਿਨ, ਸੋਮਵਾਰ, ਮੰਗਲਵਾਰ, ਜਿਹੜਾ ਦਿਨਾਂ ਦਾ ਨਹੀਂ ਪਤਾ, ਘੰਟਿਆਂ ਦਾ ਨਹੀਂ ਪਤਾ ਲੱਗ ਰਿਹਾ। ਸੋ ਉਹਦੇ ਲਈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਵਰਗੇ ਐਕਸਪਰਟ ਦੱਸਦੇ ਨੇ, ਉਹਨਾਂ ਨੂੰ ਮੰਨਣਾ ਚਾਹੀਦਾ ਹੈ ਔਰ ਆਪਣਾ ਇੱਕ ਸਕੇਜੂਲ ਬਣਾਉਣਾ ਚਾਹੀਦਾ। ਸੋ ਇੰਪੋਰਟੈਂਸ ਆਫ ਸਕੇਜੂਲ ਜਿਹੜੀ ਹੈ ਜੀ, ਇਹ ਕਿਉਂਕਿ ਬਾਡੀ ਦੇ ਨਾਲ ਰਿਲੇਟਡ ਹੈ, ਤੁਹਾਡੇ ਵਿਸ਼ੇ ਦੇ ਵਿੱਚ ਵੀ ਸ਼ਾਇਦ ਇਹ ਤੁਸੀਂ ਇਹਨੂੰ ਪਕੜ ਲਓ। ਸੋ ਮੈਂ ਇਹ ਬੱਚਿਆਂ ਤੇ ਬਜ਼ੁਰਗਾਂ ਦਾ ਡਿਪਰੈਸ਼ਨ,
ਅਸੀਂ ਬਜ਼ੁਰਗਾਂ ਨੂੰ ਸਿਆਣੇ ਸਮਝ ਕੇ, ਕੀ ਇਹ ਤਾਂ ਬੜੇ ਸੂਝਵਾਨ ਨੇ, ਬੜੇ ਵੱਡੇ ਨੇ, ਸਭ ਕੁਝ ਸਮਝ ਜਾਣਗੇ, ਇਹਨਾਂ ਨੇ ਜ਼ਿੰਦਗੀ ਦੇਖੀ ਹੈ, ਇਹਨਾਂ ਨੇ ਸੰਘਰਸ਼ ਵੀ ਕੀਤੇ ਨੇ, ਜਾਂ ਵੱਡੇ ਨੇ ਘਰ ਦੇ ਵਿੱਚ ਜਿਹੜੇ, ਕੀ ਉਹਨਾਂ ਨੂੰ ਡਿਪਰੈਸ਼ਨ ਨਹੀਂ ਹੋਊਗਾ ਜੀ? ਉਹਨਾਂ ਨੂੰ ਵੀ ਤੇ ਡਿਪਰੈਸ਼ਨ ਹੁੰਦਾ ਹੋਏਗਾ। ਸੋ ਇਹਦੇ ਤੇ ਪਲੀਜ਼ ਦੱਸਿਓ ਥੋੜਾ ਜਿਹਾ। नहीं बिल्कुल सही गल है। इसलिए मैं क्या कि कोई भी बीमारी किसी जेंडर या उम्र एज वगैरह देख के नहीं आती, ये तो कदों भी आ सकती है ना। जो शरीर की बीमारी जिहड़ी है वो किसी दे उत्ते भी कदों भी आ सकती है, ते मन की बीमारी साइकोलॉजिकल जिहड़ी हैगी है जिहड़ी सोच हैगी है वो किसी दी भी नेगेटिव हो सकती है। ते बिल्कुल सही किया है कि जिहड़े चाहे देखो बड़े हैं चाहे छोटे हैं, घर दे विच कोई एक तां फिर भी हुंदा ही है जिहड़ा कि ਉਹ ਤੁਹਾਨੂੰ ਇਸ ਪਾਸੇ ਲਾ ਸਕਦਾ ਹੈ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰਨੀ ਹੈ, ਇਹ ਡਿਪਰੈਸ਼ਨ ਤੋਂ ਕਿਵੇਂ ਬਚਣਾ ਹੈ। ਡਿਪਰੈਸ਼ਨ ਦਾ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਇਸ ਤਰੀਕੇ ਨਾਲ ਜਿਵੇਂ ਕਿ ਹਨੇਰਾ ਆ ਗਿਆ, ਜਿਵੇਂ ਕਿ ਵਿੰਡੋ ਬੰਦ ਕਰ ਲਓ ਜਾਂ ਲਾਈਟਾਂ ਜਦੋਂ ਬੰਦ ਹੋ ਜਾਂਦੀਆਂ, ਉਹ ਬਿਲਕੁਲ ਸੋਚ ਨੂੰ, ਸਾਡੀ ਨੈਗੇਟਿਵ ਸੋਚ ਜਿਹੜੀ ਹੈ ਉਹ ਦਿਮਾਗ ਨੂੰ ਸਾਡੇ ਪੂਰੀ ਤਰ੍ਹਾਂ ਬੰਦ ਕਰ ਦਿੰਦੀ ਹੈ। ਜਦੋਂ ਦੇਖੋ ਅਸੀਂ ਦਿਮਾਗ ਹੀ ਤੁਹਾਡਾ ਚੱਲਣਾ ਬੰਦ ਹੋ ਜਾਂਦਾ ਹੈ, ਹਨੇਰੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਫੀਲ ਕਰਦੇ ਹੋ, ਤੁਹਾਡਾ ਐਕਸ਼ਨ ਕਿਹੋ ਜਿਹਾ ਹੋਊਗਾ? ਐਕਸ਼ਨ ਤੁਹਾਡਾ ਰੋਣ ਵਾਲਾ ਹੋਣਾ ਹੀ ਹੈ, ਐਕਸ਼ਨ ਤੁਹਾਡਾ ਗੁੱਸੇ ਵਾਲਾ ਵੀ ਹੋਣਾ ਹੈ, ਐਕਸ਼ਨ ਦੇ ਵਿੱਚ ਤੁਹਾਡੇ ਲਾਈਕ ਕੁਝ ਵੀ ਹੋ ਸਕਦਾ ਜਿਹਦੇ ਵਿੱਚ ਤੁਸੀਂ ਬਹੁਤ ਖਾਓਗੇ ਵੀ, ਨਹੀਂ ਵੀ ਖਾਓਗੇ, ਤੇ ਇਹੋ ਜਿਹੀ ਚੀਜ਼ਾਂ ਹੋ ਸਕਦੀਆਂ। ਤੁਸੀਂ ਜਿਹੜੀ ਗੱਲ ਦੱਸੀ ਕਿ ਬੱਚਿਆਂ ਦੀ, ਬਿਲਕੁਲ ਸਹੀ ਗੱਲ ਹੈ, ਜਿਹੜਾ ਸਕੇਜੂਲ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਔਰ ਇਹ ਜਿਹੜਾ ਸਾਨੂੰ ਰੱਬ ਦੇ ਥਰੂ ਜਿਹੜੀ ਸਾਨੂੰ ਸਨ ਦੇ ਮੂਨ ਤੇ ਜਿਹੜੀ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸਨ ਹੈ ਉਹਦਾ ਕਨੈਕਸ਼ਨ ਹੀ ਹੈ ਪੋਜ਼ਿਟਿਵਿਟੀ ਦੇ ਨਾਲ, ਕਿਉਂਕਿ ਸਨ ਜਿਹੜੇ ਹੈ ਉਹ ਰੋਸ਼ਨੀ ਜਿਹੜੀ ਦਿੰਦਾ ਹੈ, ਰੋਸ਼ਨੀ ਦਾ ਮਤਲਬ ਹੈ ਸਰੀਰ ਦੇ ਵਿੱਚ એનર્ਜੀ ਆਣੀ, ਜਿਹੜੀ ਗਰਮੀ ਹੈ ਉਹ ਸਾਨੂੰ ਤਾਕਤ ਦਿੰਦੀ ਹੈ ਕੰਮ ਕਰਨ ਵਾਸਤੇ। ਕਿਉਂਕਿ ਤੁਸੀਂ ਦੇਖੋ ਜਿਵੇਂ ਲਾਈਟ ਆਂਦੀ ਹੈ ਉਹਦੇ ਨਾਲ ਸਾਨੂੰ ਦਿਖਣਾ ਸ਼ੁਰੂ ਹੁੰਦਾ ਹੈ, ਕਿਉਂਕਿ ਇਹਦਾ ਕਨੈਕਸ਼ਨ ਅਗੇਨ ਬਣਿਆ ਹੋਏਗਾ ਸਾਡੇ 5 ਸੈਂਸਸ ਦੇ ਨਾਲ। ਜਿਹੜੇ ਸਾਡੇ 5 ਸੈਂਸ ਹੈਗੇ, ਜਿਵੇਂ ਸਾਡੀਆਂ ਅੱਖਾਂ ਰੋਸ਼ਨੀ ਨੂੰ ਦੇਖਦੀਆਂ, ਰੋਸ਼ਨੀ ਦੇ ਵਿੱਚ ਹੁੰਦੀਆਂ, ਤੇ ਸਾਡਾ ਆਪਣੇ ਆਪ ਹੀ ਦਿਲ ਕਰਦਾ ਕੰਮ ਕਰਨ ਨੂੰ। ਸਾਡੇ ਅੱਛੀ ਜਿਹੜੀ ਸੋਚ ਹੈ ਉਹਨੇ ਆਣਾ ਹੀ ਆਣਾ ਹੈ। ਯੈਸ, ਤਾਂ ਇਹਦਾ ਕਨੈਕਸ਼ਨ ਹੈਗਾ ਬਿਲਕੁਲ ਕਿ ਜਦੋਂ ਮਾਰਨਿੰਗ ਹੈ, ਔਰ ਜਿਹੜੇ ਬੱਚੇ ਡਿਪਰੈਸ਼ਨ 'ਚ ਚਲੇ ਜਾਂਦੇ ਆ ਉਹਨਾਂ ਨੂੰ ਫਿਰ ਉਹ ਡਿਪਰੈਸ਼ਨ ਵਾਲੀ ਜਿਹੜੀ ਲਾਈਫ ਹੈ ਉਹੀ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹ ਇਸੇ ਕਰਕੇ ਉਹ ਰਾਤ ਨੂੰ ਸੌਂਦੇ ਆ ਤੇ ਸਵੇਰੇ ਲੇਟ ਉੱਠਦੇ ਆ, ਕਿਉਂਕਿ ਉਹਨਾਂ ਨੂੰ ਉਹ ਧੁੱਪ ਦਾ ਸਾਹਮਣਾ ਨਹੀਂ ਕਰ ਪਾ ਰਹੇ, ਉਸ ਰੋਸ਼ਨੀ ਦਾ ਸਾਹਮਣਾ ਨਹੀਂ ਕਰ ਪਾ ਰਹੇ, ਉਹਨਾਂ ਤੋਂ ਪੋਜ਼ਿਟਿਵਿਟੀ ਜਿਹੜੀ ਹੈ ਉਹ ਹੋ ਨਹੀਂ ਪਾ ਰਹੀ। ਉਹ ਸਟ੍ਰੈਸ ਔਰ ਡਿਪਰੈਸ਼ਨ ਦੇ ਵਿੱਚ ਇੰਨੇ ਹਨੇਰੇ 'ਚ ਹੈ ਕਿ ਉਹਨਾਂ ਨੂੰ ਅੱਜ ਹਨੇਰਾ ਹੀ ਚੰਗਾ ਲੱਗਣ ਲੱਗ ਗਿਆ। ਇਹ ਬੜੀ ਹਾਂਜੀ ਹਾਂਜੀ, ਉਹ ਹਨੇਰੇ ਦੇ ਵਿੱਚ ਹਾਂਜੀ ਬਿਲਕੁਲ ਪਲੀਜ਼ ਕੈਰੀ ਔਨ। ਹਾਂਜੀ, ਉਹ ਹਨੇਰੇ ਦੇ ਵਿੱਚ ਆਪਣੇ ਆਪ ਨੂੰ ਇੰਨਾ ਉਹਨਾਂ ਨੇ ਕੰਫਰਟ ਜ਼ੋਨ, ਜਿਹਨੂੰ ਅਸੀਂ ਕਹਿੰਦੇ ਆ ਨਾ, ਕੰਫਰਟ ਜ਼ੋਨ ਦਾ ਮਤਲਬ ਹੁੰਦਾ ਹੈ ਕਿ ਮੇਰਾ ਕੰਫਰਟ ਜ਼ੋਨ ਹੈ ਕਿ ਸਵੇਰੇ ਜਿਹੜਾ ਉੱਠਦੇ ਮੇਰੀ ਅੱਖ ਖੁੱਲੇ ਤੇ ਸਾਹਮਣੇ ਜਦੋਂ ਸਨ ਆਇਆ ਨਾ ਤੇ ਮੇਰੀ ਅੱਖ ਖੁੱਲ ਜੇ, ਮੇਰੇ ਵਾਸਤੇ ਉਹ ਕੰਫਰਟ ਜ਼ੋਨ ਹੈ। ਕਿਉਂ ਹੈ? ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਜਦੋਂ ਇਸ ਤਾਕਤ ਦੇ ਨਾਲ ਹੋਗੀ ਤੇ ਮੇਰਾ ਪੂਰਾ ਦਿਨ ਬਹੁਤ ਅੱਛਾ ਨਿਕਲਣਾ ਹੈ। ਲੇਕਿਨ ਉਹ ਤਾਕਤ ਜਿਹੜੀ ਹੈ ਉਹ ਡਿਪਰੈਸ਼ਨ ਦੇ ਵਿੱਚ ਜਦੋਂ ਚਲੀ ਜਾਂਦੀ ਹੈ ਤੇ ਉਹ ਤਾਕਤ ਨਜ਼ਰ ਹੀ ਨਹੀਂ ਆਉਂਦੀ, ਕਿਉਂਕਿ ਇੰਨਾ ਜ਼ਿਆਦਾ ਹਨੇਰਾ ਆ ਚੁੱਕਿਆ ਹੈ, ਲੇਅਰ ਇੰਨੀਆਂ ਜ਼ਿਆਦਾ ਮੋਟੀਆਂ ਹੁੰਦੀਆਂ। ਉਹ ਮੈਂ ਇਸ ਲਈ ਤੁਹਾਨੂੰ ਦੱਸਣਾ ਚਾਹੂੰਗੀ ਇੱਥੇ ਕਿ ਜਿਹੜੇ ਸਾਡੇ ਥਾਟਸ ਹੈ, ਇਹ ਸਾਡਾ ਜਿਹੜਾ ਬ੍ਰੇਨ ਹੈ, ਅਸੀਂ ਨੂੰ ਕਹਿੰਦੇ ਕਿ ਮਸ਼ੀਨ ਹੈ। ਉਹ ਮਸ਼ੀਨ ਦਾ ਮਤਲਬ ਹੈ ਕਿ ਇਹਦੇ ਵਿੱਚ ਇਹ 5 ਸੈਂਸਸ ਦੇ ਥਰੂ ਕਿਹੜੀ ਇਨਫੋਰਮੇਸ਼ਨ ਅੰਦਰ ਗਈ, ਮੈਂ ਕਿਹੜੀ ਇਨਫੋਰਮੇਸ਼ਨ ਜਾਂ ਮੈਂ ਕੀ ਦੇਖਿਆ, ਕੀ ਸੁਣਿਆ, ਕੀ ਪੜ੍ਹਿਆ, ਮੀਨਸ ਕੀ ਚੀਜ਼ ਮੇਰੇ ਅੰਦਰ ਗਈ, ਔਰ ਹੁਣ ਉਸ ਬ੍ਰੇਨ ਨੇ ਬਹੁਤ ਸਾਰੇ, ਜਿਹਨੂੰ ਮੈਂ ਕਹਿੰਦੀ ਹੁੰਦੀ ਹਾਂ ਕਿ ਥਾਟਸ ਜਿਹੜੇ ਪ੍ਰੋਡਿਊਸ ਕਰਨੇ ਸ਼ੁਰੂ ਕੀਤੇ। ਹੁਣ ਤੁਸੀਂ ਦੇਖੋ ਕਿ ਜਿਹੜੇ ਥਾਟਸ ਹੈ ਉਹਦੀ ਜਿਹੜੀ ਲਾਈਕ ਦਾ ਰੇਸ਼ੋ ਕਹੀਏ ਆਪਾਂ, ਜਾਂ ਉਹਦੀ ਜਿਹੜੀ ਡੈਂਸਿਟੀ ਕਹੀਏ ਬਹੁਤ ਜ਼ਿਆਦਾ ਹੁੰਦੀ ਹੈ। ਇਹ ਨਹੀਂ ਕਿ ਇੱਕ ਥਾਟ ਆਇਆ ਲੇਕਿਨ ਬਹੁਤ ਸਾਰੇ ਥਾਟਸ ਆਉਂਦੇ ਆ। ਜਦੋਂ ਬਹੁਤ ਸਾਰੇ ਥਾਟਸ ਆਉਂਦੇ ਆ, ਅਗਰ ਉਹ ਥਾਟਸ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਦੋਨੋਂ ਆਉਂਦੇ ਆ, ਲੇਕਿਨ ਮਾਤਰਾ ਜਿਹਦੀ ਜ਼ਿਆਦਾ ਹੋਈ, ਰੇਸ਼ੋ ਜਿਹਦਾ ਜ਼ਿਆਦਾ ਹੋਇਆ, ਉਹਦੇ ਉੱਤੇ ਸਾਡਾ ਅੱਜ ਦਾ ਜਿਹੜਾ ਮੂਮੈਂਟ ਹੁੰਦਾ ਉਹ ਟਿਕ ਜਾਂਦਾ ਹੈ। ਹੁਣ ਅਗਰ ਉਹਦੇ ਵਿੱਚੋਂ ਕੋਈ ਵੀ ਚੀਜ਼ ਮੈਂ ਦੇਖਦੇ ਸਾਂ, ਜਿਵੇਂ ਉਹਨੇ ਖਬਰ ਸੁਣੀ ਕਿ COVID-19, ਇਹਦੇ ਲਈ ਮੈਨੂੰ ਅੰਦਰ ਰਹਿਣਾ ਪਊਗਾ। ਹੁਣ ਜਿਵੇਂ ਮੈਂ ਗੱਲ ਸੁਣੀ, ਮੇਰੇ ਅੰਦਰ ਪਹਿਲੀ ਸੋਚ ਕੀ ਆਈ, ਓਕੇ ਇਹ ਤਾਂ ਚਲੋ ਸ਼ੁਕਰ ਹੈ, ਇਹ ਤਾਂ ਇਹੋ ਜਿਹਾ ਚੀਜ਼ ਹੈ ਕਿ ਐਟਲੀਸਟ ਮੈਨੂੰ ਕੁਝ ਕਰਨਾ ਨਹੀਂ ਹੈ। ਮੈਂ ਆਪਣੇ ਘਰ ਦੇ ਵਿੱਚ ਬੜੀ ਸੋਹਣੀ 4 ਦੀਵਾਰੀ ਦੇ ਵਿੱਚ, ਜਿੱਥੇ ਮੇਰੀਆਂ ਸਭ ਲੋੜਮੰਦ ਦੀਆਂ ਚੀਜ਼ਾਂ ਹੈਗੀਆਂ, ਮੈਂ ਆਪਣੇ ਘਰ ਦੇ ਵਿੱਚ ਬੈਠੀ ਹਾਂ, ਸ਼ੁਕਰ ਹੈ, ਚਲੋ ਇਹ ਚੀਜ਼ ਤਾਂ ਹੈ। ਇਹ ਹੋ ਗਈ ਇੱਕ ਪੋਜ਼ਿਟਿਵ ਸੋਚ। ਲੇਕਿਨ ਨੈਗੇਟਿਵ ਸੋਚ ਨੇ ਕੀ ਕੀਤਾ, ਓਹੋ ਇਹ ਕੀ ਹੋ ਗਿਆ, ਤਾਂ ਸਾਰਾ ਕੁਝ ਖਰਾਬ ਹੀ ਹੋ ਗਿਆ। ਹੁਣ ਤਾਂ ਮੇਰਾ ਕੀ ਹੈ, ਮੈਂ ਤਾਂ ਫਰੈਂਡਸ ਨੂੰ ਨਹੀਂ ਮਿਲ ਸਕਦਾ, ਮੇਰੀ ਪਾਰਟੀ ਨਹੀਂ ਹੈ।
ਤੁਸੀਂ ਮੰਨੋਗੇ ਨਹੀਂ ਕਿ ਮੈਨੀ ਨੈਗੇਟਿਵ ਥਾਟ। ਹੁਣ ਇਹ ਜਿਹੜੀ ਨੈਗੇਟਿਵ ਸੋਚ ਹੈ, ਇਹਨੇ ਤੁਹਾਨੂੰ ਕੀ ਕੀਤਾ, ਇਹਨੇ ਤੁਹਾਨੂੰ ਆਪਣੀ ਇੱਕ ਲੇਅਰ ਤੋਂ ਬਾਅਦ ਦੂਜੀ ਤੀਜੀ, ਤੁਸੀਂ ਘਰ ਦੇ ਵਿੱਚ ਕਨੈਕਟ ਹੀ ਨਹੀਂ ਕਰ ਰਹੇ ਹੋ। ਤੁਹਾਨੂੰ ਤਾਂ ਬਸ ਉਹ ਦਿਖ ਰਿਹਾ ਕਿ ਮੈਂ ਬਾਹਰ ਕਿਵੇਂ ਜਾਵਾਂ ਤੇ ਕਿਦੋਂ ਜਾਊਂਗਾ ਤੇ ਕੀ ਹੋ ਗਿਆ, ਮੈਂ ਤਾਂ ਚੱਲਣਾ ਹੈ, ਲੇਕਿਨ ਮੇਰਾ ਐਕਸ਼ਨ ਉਹ ਹੋਣਾ ਹੀ ਹੋਣਾ ਹੈ। ਇੰਨਾ ਜ਼ਿਆਦਾ ਨੈਗੇਟਿਵ ਸੋਚ ਜਿਹੜੀ ਹੈਗੀ ਹੈ ਤੁਹਾਡੇ ਉੱਤੇ ਅਸਰ ਪਾਉਂਦੀ ਹੈ। ਤੇ ਪੋਜ਼ਿਟਿਵ ਸੋਚ ਨੇ ਤੁਹਾਨੂੰ ਕੀ ਰੱਖਿਆ, ਤੁਹਾਨੂੰ ਪ੍ਰੋਪਰ ਸਟੇਬਲ ਰੱਖਿਆ, ਤੁਹਾਨੂੰ ਕਾਮ ਰੱਖਿਆ, ਔਰ ਤੁਹਾਨੂੰ ਕਿਹਾ ਕਿ ਵੈਰੀ ਗੁੱਡ, ਇਹਦਾ ਬੜਾ ਅੱਛਾ ਟਾਈਮ ਆ ਗਿਆ ਜਿਹਦੇ ਵਿੱਚ ਮੈਂ ਆਪਣੇ ਘਰੇ ਬੈਠਾ ਹੋਇਆ। ਹੁਣ ਇਹੀ ਚੀਜ਼ ਜਿਵੇਂ ਤੁਸੀਂ ਕਿਹਾ ਕਿ ਬਜ਼ੁਰਗਾਂ ਤੇ ਬੱਚਿਆਂ ਦੇ ਵਿੱਚ, ਕਿਸੇ ਵਿੱਚ ਵੀ, ਬੱਚੇ ਵੀ ਦੇਖੋ ਹੁਣ ਜਿਹੜੇ ਇਸ ਤਰੀਕੇ ਨਾਲ ਕਰ ਰਹੇ ਹੈ, ਉਹਦੇ ਵਿੱਚ ਵੀ ਮਾਂ-ਬਾਪ ਨਹੀਂ, ਦੇਖੋ ਮਾਂ-ਬਾਪ ਦਾ ਫਰਜ਼ ਹੀ ਇਹ ਹੈ, ਪੇਰੈਂਟਸ ਦਾ ਮਤਲਬ ਕੀ ਹੈ ਕਿ ਜਿਨ੍ਹਾਂ ਨੇ ਬੱਚਿਆਂ ਨੂੰ ਅੱਛੀ ਪਰਵਰਿਸ਼ ਦੇਣੀ ਹੈ। ਪਰਵਰਿਸ਼ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਕਿ ਉਹਨਾਂ ਦਾ ਸਕੇਜੂਲ ਬਣਾਉਣ। ਇਹ ਸਭ ਤੋਂ ਵੱਡੀ ਚੀਜ਼ ਹੈ ਜੋ ਪਰਮਾਤਮਾ ਨੇ ਵੀ ਸਾਨੂੰ ਸਕੇਜੂਲ ਹੀ ਬਣਾ ਕੇ ਦਿੱਤਾ ਹੋਇਆ ਹੈ। ਇਹ ਜਿਹੜਾ ਦਿਨ ਤੇ ਰਾਤ ਦੇ ਤੇ 24 ਘੰਟਿਆਂ ਨੂੰ ਕਿਸ ਤਰੀਕੇ ਨਾਲ ਅਸੀਂ ਚਲਾਈਏ, ਜਿਹਦੇ ਨਾਲ ਅਸੀਂ ਅੱਜ ਵੀ ਠੀਕ ਰਹੀਏ, ਅਸੀਂ ਆਪਣੇ ਆਉਣ ਵਾਲੇ ਟਾਈਮ ਨੂੰ ਵੀ ਠੀਕ ਰੱਖੀਏ। ਸਾਡੇ ਮਾਰਨਿੰਗ ਸੋਹਣਾ ਹੋਣਾ ਤਾਂ ਸਾਡਾ ਸ਼ਾਮ ਸੋਹਣੀ ਹੋਣੀ ਹੈ। ਤੇ ਸਕੇਜੂਲ ਜਿਹੜਾ ਹੈ ਇਹਦੇ ਵਿੱਚ ਸਭ ਤੋਂ ਪਹਿਲੀ ਇੰਪੋਰਟੈਂਸ ਹੈ। ਸੋ ਐਸੇ ਹੈ ਕਿ ਪੇਰੈਂਟਸ ਇਹਨੂੰ ਉੱਪਰ ਪੇਰੈਂਟਸ ਨੂੰ ਹੀ ਰੱਖਣਾ ਪੈਣਾ ਹੈ, ਬੱਚਿਆਂ ਦੇ ਉੱਤੇ ਪੂਰਾ ਧਿਆਨ ਰੱਖਣਾ ਪੈਣਾ ਹੈ, ਔਰ ਉਹਦੇ ਉੱਤੇ ਉਹਨਾਂ ਨੂੰ ਥੋੜਾ ਜਿਹਾ ਹੋਰ ਜਿਵੇਂ ਅਸੀਂ ਕਹੀਏ ਡਿਸਿਪਲਿਨ ਵੀ ਬਣਾਉਣਾ ਪੈਣਾ ਹੈ, ਥੋੜਾ ਜਿਹਾ ਸਖਤ ਵੀ ਬਣਨਾ ਪੈਣਾ ਹੈ, ਸਟ੍ਰਿਕਟ ਹੋਣਾ ਹੀ ਪੈਣਾ ਹੈ। ਉਹਨੂੰ ਮੈਂ ਇਹ ਤਾਂ ਨਹੀਂ ਕਹੂੰਗੀ ਕਿ ਤੁਸੀਂ ਰਿਜਿਡ ਬਣੋ, ਲੇਕਿਨ ਤੁਸੀਂ ਬਿਲਕੁਲ ਡਿਸਿਪਲਿਨ ਹੋ ਸਕਦੇ ਹੋ। ਡਿਸਿਪਲਿਨ ਦਾ ਮਤਲਬ ਹੈ ਜਿਹਦੇ ਵਿੱਚ ਤੁਸੀਂ ਗੱਲਬਾਤ ਕਰੋ, ਕਿ ਬੱਚੇ ਦੇ ਅੰਦਰ ਬਹੁਤ ਸਾਰੇ ਕੁਐਸਚਨ ਆਉਣੇ ਆ, ਜਿਵੇਂ ਆਪਾਂ ਇਨਸਾਨ ਸਾਰਿਆਂ ਦੇ ਅੰਦਰ ਆ ਰਹੇ ਕਿ ਇਹ ਕੀ ਹੋ ਗਿਆ, ਕਿਉਂ ਹੋ ਗਿਆ। ਸੋ ਦ ਕਮਿਊਨੀਕੇਸ਼ਨ ਇਜ਼ ਵੈਰੀ ਇੰਪੋਰਟੈਂਟ, ਔਰ ਇੰਨਾ ਓਪਨ ਕਮਿਊਨੀਕੇਸ਼ਨ ਐਂਡ ਆਲ ਦਾ ਟਾਈਮ, ਕਿਉਂਕਿ ਉਹਨਾਂ ਦੇ ਅੰਦਰ ਬਾਰ-ਬਾਰ ਇਹ ਕੁਐਸਚਨ ਆ ਰਹੇ ਆ। ਕਿਉਂਕਿ ਵੀ ਹਿਊਮਨ ਬੀਇੰਗ, ਜਿਵੇਂ ਆਪਾਂ ਕਹੀਏ ਕਿ ਪਹਿਲਾਂ ਅਸੀਂ 8 ਘੰਟੇ ਬਾਹਰ ਸੀ, 10 ਘੰਟੇ ਬਾਹਰ ਸੀ, ਕੋਈ ਲੋਕੀ 12 ਘੰਟੇ ਬਾਹਰ ਸੀ, ਅੱਜ 24 ਘੰਟੇ ਅੰਦਰ ਰਹਿਣਾ ਪੈ ਰਿਹਾ ਹੈ, ਤੇ ਕੁਐਸਚਨਸ ਤਾਂ ਆਣੇ ਹੈ ਦਿਲ ਦੇ ਵਿੱਚ। ਐਂਜ਼ਾਈਟੀ ਤੇ ਸਟ੍ਰੈਸ ਜਿਹੜਾ ਹੈ ਉਹ ਉੱਠਣਾ ਹੀ ਹੈ, ਲੇਕਿਨ ਉਸ ਵਕਤ ਮਾਂ-ਬਾਪ ਦਾ ਜਾਂ ਪਰਿਵਾਰ ਦਾ ਇੱਕ ਦੂਜੇ ਦੇ ਨਾਲ ਓਪਨ ਕਮਿਊਨੀਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਜਿੰਨਾ ਤੁਸੀਂ ਓਪਨ ਕਮਿਊਨੀਕੇਸ਼ਨ ਕਰੋਗੇ, ਇੱਕ ਦੂਜੇ ਨੂੰ ਦੱਸੋਗੇ, ਇੱਕ ਦੂਜੇ ਦੇ ਨਾਲ ਤਸੱਲੀ ਉਹਨੂੰ ਕਰਵਾਓਗੇ, ਉਹਦੇ ਨਾਲ ਤੁਸੀਂ ਦੇਖੋਗੇ ਕਿ ਬਹੁਤ ਅਸਰ ਪੈਂਦਾ ਹੈ, ਕਿ ਤੁਸੀਂ ਕਾਮ ਰਹਿੰਦੇ ਹੋ, ਤੁਸੀਂ ਬਿਲਕੁਲ ਸੰਭਾਲ ਸਕਦੇ ਹੋ, ਚਾਹੇ ਉਹ ਬੱਚਾ ਹੈ, ਚਾਹੇ ਉਹ ਬਜ਼ੁਰਗ ਹੈ। ਬਹੁਤ ਅੱਛਾ ਜੀ, ਤੁਸੀਂ ਬੜੀ ਵਧੀਆ ਜਿਹੜੀ ਗੱਲ ਮੈਂ ਸਮਝਦਾ ਸਾਡੇ ਦਰਸ਼ਕਾਂ ਦੇ ਲਈ ਇਹ ਦੱਸੀ ਆ। ਸੋ ਸਾਡੇ ਕੋਲ ਸਮਾਂ ਵੀ ਪਤਾ ਨਹੀਂ ਲੱਗਾ ਕਿਵੇਂ 1 ਘੰਟੇ ਦਾ ਜਿਹੜਾ ਉਹ ਆਪਣੀ ਰਫ਼ਤਾਰ ਚੱਲਦਾ ਜਾ ਰਿਹਾ। ਸੋ ਅਖੀਰ ਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ ਜੀ, ਤਣਾਅ, ਚਿੰਤਾ ਔਰ ਫੋਬੀਆਜ਼ ਔਰ ਸੈਡਨੈਸ, ਮੂਡ ਸਵਿੰਗ, ਇਹਨਾਂ ਸਾਰਿਆਂ ਦਾ ਇਲਾਜ ਜਿਹੜਾ ਹੈ ਜੀ ਉਹ ਇਨਸਾਨ ਦੇ ਖੁਦ ਆਪਣੇ ਅੰਦਰ ਹੈ, ਉਹਦੀ ਸੋਚ ਦੇ ਵਿੱਚ ਹੈ। ਸੋ ਸਿਰਫ ਸੋਚ ਦਾ ਜਿਹੜਾ ਦਾਇਰਾ ਜਾਂ ਜਿਹੜੀ ਆਪਣੀ ਨਜ਼ਰੀਆ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ, ਔਰ ਜਿੱਥੇ ਸ਼ੁਕਰਾਨੇ ਵਾਲਾ ਨਜ਼ਰੀਆ ਔਰ ਹੈਲਪ ਕਰਨ ਵਾਲਾ ਨਜ਼ਰੀਆ ਔਰ ਇੱਕ ਦੂਜੇ ਦੇ ਕੰਮ ਆਉਣ ਵਾਲਾ ਨਜ਼ਰੀਆ ਔਰ ਆਮ ਸਿੱਧੀ ਭਾਸ਼ਾ ਦੇ ਵਿੱਚ ਕਿ ਜੇਕਰ ਜਿੰਨਾ ਸਾਡੇ ਕੋਲ ਹੈ ਉਹਦੇ ਵਿੱਚ ਐਡਜਸਟ ਹੋਣ ਵਾਲਾ ਨਜ਼ਰੀਆ ਜੇਕਰ ਰੱਖਾਂਗੇ ਤੇ ਮੇਰੇ ਖਿਆਲ ਚ ਸੋਚ ਜਿਹੜੀ ਆ ਉਹ ਬੜੀ ਅੱਛੀ ਹੋਏਗੀ। ਸੋ ਹੁਣ ਅਸੀਂ ਥੋੜੀ ਜਿਹੀ ਜਿਹੜੀ ਜਾਂਦੇ ਜਿਹੜੇ 5-7 ਮਿੰਟ ਨੇ ਜੀ, ਉਹਦੇ ਚ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਹਨਾਂ ਦੇ ਜਿਵੇਂ ਤੁਸੀਂ ਜਿਹੜੀ ਪ੍ਰੈਕਟੀਕਲ ਜਿਹੜੀ ਗੱਲਾਂ ਨੇ ਉਹਨਾਂ ਦੀ ਗੱਲ ਕੀਤੀ ਸੀ, ਯੋਗਾ ਦੀ, ਮੈਡੀਟੇਸ਼ਨ ਦੀ, ਸੋ ਉਹਦੇ ਤੇ ਥੋੜਾ ਜਿਹਾ ਸਟ੍ਰੈਸ ਅਪਨ ਕਰੋ ਕਿ ਕਿਉਂਕਿ ਡਿਪਰੈਸ਼ਨ ਵਾਲੇ ਨੂੰ ਇਹ ਵੀ ਦੱਸਣਾ ਬੜਾ ਮੁਸ਼ਕਿਲ ਹੈ ਕਿ ਤੈਨੂੰ ਡਿਪਰੈਸ਼ਨ ਹੈ ਜਾਂ ਤੈਨੂੰ ਇਹ ਹੈ, ਤੇ ਉਹਦਾ ਇਲਾਜ। ਵੈਸੇ ਮੈਂ ਨੰਬਰ ਤੁਹਾਡਾ ਬਿਲਕੁਲ ਐਂਡ 'ਚ ਵੀ ਦੱਸਾਂਗਾ, ਹੁਣ ਵੀ ਸਲਾਈਡ ਸ਼ੇਅਰ ਕਰਦਾ, ਤੁਹਾਡਾ ਫੋਨ ਨੰਬਰ, ਤੁਹਾਡੇ ਕੰਟੈਕਟ, ਜਾਂ ਜਿੱਥੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਜਾਏਗਾ, ਸਾਡੀ ਰਿਕਾਰਡਿੰਗ ਪਏਗੀ, ਉੱਥੇ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਸਤਵਿੰਦਰ ਕੌਰ ਖੁਰਮੀ ਜਾਂ ਸਤਵਿੰਦਰ ਖੁਰਮੀ ਜਦੋਂ ਗੂਗਲ ਵੀ ਕਰੋਗੇ ਤਾਂ ਤੁਸੀਂ ਇਹਨਾਂ ਨਾਲ ਕਨੈਕਟ ਹੋ ਸਕੋਗੇ। ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੋ ਜੀ ਹੁਣ ਆਪਾਂ ਥੋੜੀ ਜਿਹੀ ਇਹਨੂੰ ਸਹੀ ਕਰਨ ਵਾਲੇ ਪਾਸੇ ਦੀਆਂ ਗੱਲਾਂ ਕਰੀਏ ਕਿ ਕੀ ਕਰਨਾ ਚਾਹੀਦਾ ਹੈ ਪਰਿਵਾਰਕ ਤੌਰ ਦੇ ਉੱਤੇ ਇੱਕ ਫੈਮਿਲੀ ਨੂੰ, ਕਿ ਲਾਕਡਾਊਨ ਹੈ, ਬਾਹਰ ਨਿਕਲ ਨਹੀਂ ਸਕਦੇ, ਤੇ ਅੰਦਰ ਰਹਿੰਦੇ ਹੋਏ ਇੱਕ ਦੂਜੇ ਦੇ ਨਾਲ ਕਿਵੇਂ ਸਹਿਚਾਰ ਔਰ ਕਿਵੇਂ ਪਿਆਰ ਦੇ ਨਾਲ ਜਾਂ ਕਿਹੜੀਆਂ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਣ ਤਾਂ ਕਿ ਇਹ ਚੀਜ਼ਾਂ ਨਾ ਵਾਪਰਨ। ਬਿਲਕੁਲ, ਸਾਡੀ ਲੈਂਗੁਏਜ ਵਿੱਚ ਆਪਾਂ ਇਹ ਕਹੀਏ ਕਿ ਇਹ ਸਿਚੁਏਸ਼ਨ ਦੇ ਵਿੱਚ ਆਪਾਂ ਕਿਵੇਂ ਕੋਪ ਅਪ ਕਰ ਸਕਦੇ ਹਾਂ, ਕਿਹੜੀਆਂ ਜਿਹੜੀਆਂ ਸਕਿੱਲਸ, ਸਟ੍ਰੈਟਜੀਜ਼ ਤੇ ਟੂਲਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਬਿਲਕੁਲ, ਤੇ ਪਹਿਲੀ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਮੈਂ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਣਾ ਹੈ। ਜਿਵੇਂ ਮੈਂ ਪਹਿਲਾਂ ਦੱਸਿਆ, ਨੈਗੇਟਿਵ ਤੇ ਪੋਜ਼ਿਟਿਵ ਸੋਚ ਜਿਹੜੀਆਂ ਹੈਗੀਆਂ ਇਹ ਦੋਨੋਂ ਹੀ ਸਾਡੇ ਅੰਦਰ ਹੈਗੀਆਂ। ਅਸੀਂ ਇਸ ਦੋਨਾਂ ਨੂੰ ਕਿਸ ਤਰੀਕੇ ਨਾਲ ਸਮਝਣਾ ਹੈ, ਕਲੈਰੀਫਿਕੇਸ਼ਨ ਮੈਨੂੰ ਆਪਣੇ ਅੰਦਰ ਕਰਨਾ ਜਾਂ ਐਨਾਲਾਈਜ਼ ਕਰਨਾ ਹੈ ਕਿ ਨੈਗੇਟਿਵ ਸੋਚ ਜਿਹੜੀ ਅਗਰ ਆ ਰਹੀ ਹੈ ਕਿ ਹਾਏ ਮੇਰਾ ਕੀ ਹੋਊਗਾ, ਜਾਂ ਜੋ ਵੀ ਸਟ੍ਰੈਸ ਨੂੰ ਲੈ ਕੇ ਆ ਰਹੀ ਹੈ, ਇਹਨੂੰ ਮੈਂ ਲਿਖ ਲੈਣਾ ਹੈ।
ਇਸ ਲਈ ਮੈਂ ਇਸ ਨੂੰ ਕਹਿੰਦੀ ਹਾਂ ਕਿ ਜਰਨਲ ਰਾਈਟਿੰਗ ਜਿਹੜੀ ਹੈਗੀ ਆ ਜਾਂ ਡਾਇਰੀ ਜਿਹੜੀ ਰਾਈਟਿੰਗ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁੰਦਾ ਕੀ ਹੈ ਕਿ ਜੋ ਮੈਂ ਸੋਚ ਰਿਹਾ, ਜਦੋਂ ਮੇਰੇ ਹੱਥ ਦੇ ਨਾਲ ਪੈਨ ਫੜ ਕੇ, ਨਾ ਮੈਂ ਨਹੀਂ ਕਹਿੰਦੀ ਕੰਪਿਊਟਰ ਦਾ ਨਾ ਲਿਖੋ ਪਲੀਜ਼, ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰੂੰਗੀ ਕਿ ਆਪਣੇ ਪੈਨ ਚੁੱਕ ਕੇ, ਪੈਨਸਲ ਚੁੱਕ ਕੇ ਜਿਹੜੀ ਤੁਸੀਂ ਬੁੱਕਸ ਦੇ ਉੱਤੇ ਯਾਨੀ ਪੇਪਰ ਦੇ ਉੱਤੇ ਲਿਖਦੇ ਹੋ ਆਪਣੇ, ਉਹਦਾ ਜਿਹੜਾ ਇੰਪੈਕਟ ਹੈ ਉਹ ਜ਼ਿਆਦਾ ਸਟਰੋਂਗਲੀ ਪੈਂਦਾ ਹੈ। ਕਿਉਂਕਿ ਜਦੋਂ ਅਸੀਂ ਪੈਨਸਲ ਨੂੰ, ਪੈਨ ਨੂੰ ਫੜਦੇ ਹਾਂ, ਉਹਦਾ ਇੰਪੈਕਟ, ਕਿਉਂਕਿ ਇਹ ਜਿਹੜਾ ਸਾਡਾ ਸੈਂਸ ਹੈ, ਇਹ ਸਾਡੇ ਅੰਦਰ ਲਾਈਕ ਯੂ نو ਕਿ ਮੈਂ ਆਪਣੀ ਸੋਚ ਨੂੰ ਪੋਜ਼ਿਟਿਵ ਦੇ ਵਿੱਚ ਕਿਵੇਂ ਚੇਂਜ ਕਰਨਾ ਹੈ ਔਰ ਮੈਂ ਇਹਦੇ ਉੱਤੇ ਕੰਮ ਕਰਨਾ ਹੈ। ਤਾਂ ਦੈਟਸ ਅ ਫਰਸਟ ਵੈਰੀ ਇੰਪੋਰਟੈਂਟ ਸਟ੍ਰੈਟਜੀ। ਤੁਸੀਂ ਜਦੋਂ ਉਹਨੂੰ ਫੜਦੇ ਹੋ ਪੈਨ ਨੂੰ, ਇਹਦਾ ਕਨੈਕਸ਼ਨ ਜਿਹੜਾ ਹੈ ਤੁਹਾਨੂੰ ਸਰੀਰ ਤੇ ਵੀ ਪੈਂਦਾ, ਤੁਹਾਡੇ ਮਨ ਤੇ ਪੈਂਦਾ ਹੈ। ਤਾਂ ਜਿਵੇਂ ਤੁਸੀਂ ਪੈਨ ਨੂੰ ਫੜ ਕੇ ਉਹ ਲਿਖਦੇ ਹੋ ਕਿ ਮੇਰੇ ਅੰਦਰ ਕੀ ਕੀ ਨੈਗੇਟਿਵ ਥਾਟ ਆ ਰਹੇ ਹੈ, ਇਹ ਤੁਸੀਂ ਔਰ ਫਿਰ ਤੁਹਾਡੀਆਂ ਅੱਖਾਂ ਉਸ ਚੀਜ਼ ਨੂੰ ਦੇਖਦੀਆਂ, ਔਰ ਜਦੋਂ ਤੁਸੀਂ ਅੱਖਾਂ ਦੇਖ ਰਹੀਆਂ ਤੁਸੀਂ ਕੀ ਲਿਖ ਰਹੇ ਹੋ, ਔਰ ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣੇ ਮੂੰਹ ਦੇ ਨਾਲ ਉਸਨੂੰ ਲਾਊਡਲੀ ਬੋਲਣਾ ਹੈ, ਔਰ ਫਿਰ ਤੁਹਾਡੇ ਕੰਨ ਉਸ ਨੂੰ ਸੁਣਨ ਕਿ ਕੀ ਹੋ ਰਿਹਾ ਹੈ। ਕੋਈ ਵੀ ਇੱਕ ਚੀਜ਼ ਨੂੰ ਲੈ ਲਓ ਕਿ ਮੈਨੂੰ ਅੱਜ ਮਤਲਬ ਕਿਉਂ ਕਰ ਰਹਿਣਾ ਪੈ ਰਿਹਾ, ਕੀ ਹੋ ਗਿਆ, ਸਮਝ ਲਈ ਸੋਚ ਨੂੰ ਹੀ ਤੁਸੀਂ ਲਿੱਤਾ ਔਰ ਫਿਰ ਜ਼ੋਰ ਦੀ ਬੋਲਣਾ, ਆਪਣੇ ਕੰਨਾਂ ਨੂੰ ਸੁਣਾਉਣਾ ਹੈ। ਸੋ ਰਾਈਟਿੰਗ ਕਰਨੀ ਹੈ ਔਰ ਇਸ 5 ਸੈਂਸਸ ਨੂੰ, ਜਿਵੇਂ ਮੈਂ ਪਹਿਲਾਂ ਹੀ ਬੋਲਿਆ, ਆਪਣੇ 5 ਸੈਂਸਸ ਨੂੰ ਮੈਂ ਸਟਰੋਂਗ ਬਣਾਉਣਾ ਹੈ। ਤੇ ਸਟਰੋਂਗ ਕਿਵੇਂ ਬਣਨਗੇ? ਜਦੋਂ ਮੈਂ ਇਹਨਾਂ ਨੂੰ ਲੌਜੀਕਲੀ, ਰੈਸ਼ਨਲੀ ਔਰ ਆਪਾਂ ਕਹੀਏ ਕਿ ਮੈਂ ਸਹੀ, ਟਰੂ ਜਿਹੜਾ ਹੈ ਇਹਨੂੰ ਬਣਾਉਣਾ ਹੈ, ਸੱਚ ਬਣਾਉਣਾ ਹੈ। ਪੋਜ਼ਿਟਿਵ ਦਾ ਮਤਲਬ ਹੈ ਸੱਚ ਦੇ ਵਿੱਚ ਬਣਾਉਣਾ ਮੈਨੂੰ। ਸੋ ਮੈਂ ਆਪਣੇ 5 ਸੈਂਸਸ ਜਿਹੜਾ ਹੈ ਉਹਨਾਂ ਨੂੰ ਸਟਰੋਂਗ ਬਣਾਉਂਦੇ ਹੋਏ ਲਿਖਣਾ ਹੈ, ਔਰ ਫਿਰ ਇਹ ਜਿਹੜੀ ਲਿਖਾਈ ਹੈ ਉਸ ਤੋਂ ਬਾਅਦ ਮੈਨੂੰ ਰੈਸ਼ਨਲ ਸੋਚਣਾ ਹੈ, ਇਹਨੂੰ ਫਿਰ ਮੈਂ ਉਸ ਨੈਗੇਟਿਵ ਸੋਚ ਨੂੰ ਪੋਜ਼ਿਟਿਵ ਦੇ ਵਿੱਚ ਚੇਂਜ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਹੈ। ਕੀ ਮੇਰੇ ਕੋਲ ਆਪਸ਼ਨਸ ਹੈ, ਪੋਜ਼ਿਟਿਵ ਸੋਚਣਾ ਮਤਲਬ ਮੇਰੇ ਕੋਲ ਕੀ ਆਪਸ਼ਨਸ ਅਵੇਲੇਬਲ ਹੈ। ਅਗਰ ਇਹ ਚੀਜ਼ਾਂ ਦੀ ਸਮਝ ਨਹੀਂ ਆ ਪਾਉਂਦੀ ਕਿ ਮੈਂ ਕਿਵੇਂ ਸੋਚਾਂ, ਬਿਲਕੁਲ ਸਹੀ ਹੈ, ਤੁਸੀਂ ਜਾਂ ਤਾਂ ਆਪਣੇ ਪਰਿਵਾਰ ਦੇ ਨਾਲ ਗੱਲ ਕਰੋ। ਬਿਲਕੁਲ ਦੇਖੋ, ਇਹ ਡਿਸਟੈਂਸਿੰਗ ਜਿਹੜੀ ਹੈ ਸੋਸ਼ਲ ਹੈਗੀ ਆ ਪਰ ਇਮੋਸ਼ਨਲ ਨਹੀਂ ਹੈਗੀ। ਯੂ ਕੈਨ ਕਨੈਕਟ ਵਿਦ ਐਨੀਵਨ, ਤੁਸੀਂ ਫਰੈਂਡਸ, ਫੈਮਿਲੀ, ਕਿਸੇ ਨਾਲ ਵੀ ਕਨੈਕਟ ਹੋ ਸਕਦੇ ਹੋ ਕਿ ਮੈਂ ਸੋਚ ਰਿਹਾ ਮੈਂ ਕੀ ਕਰਾਂ। ਅਗਰ ਤੁਹਾਨੂੰ ਇਹ ਹੈਲਪ ਨਹੀਂ ਮਿਲਦੀ, ਤੁਸੀਂ ਫਿਰ ਕਾਉਂਸਲਰ ਨਾਲ ਹੈਲਪ ਲੈ ਸਕਦੇ ਹੋ ਕਿ ਇਹ ਮੇਰੇ ਅੰਦਰ ਸੋਚ ਨੈਗੇਟਿਵ ਆ ਰਹੀ ਹੈ, ਇਹਨੂੰ ਮੈਂ ਪੋਜ਼ਿਟਿਵ ਦੇ ਵਿੱਚ ਕਿਵੇਂ ਚੇਂਜ ਕਰਾਂ। ਸੋ ਰਾਈਟਿੰਗ, ਜਰਨਲ ਰਾਈਟਿੰਗ ਇਜ਼ ਵੈਰੀ ਇੰਪੋਰਟੈਂਟ, ਔਰ ਆਪਣੇ ਹਰ ਸੈਂਸ ਦੇ ਉੱਤੇ ਵਰਕ ਕਰਨਾ ਹੈ। ਕੰਨਾਂ ਦੇ ਨਾਲ ਜਿਹੜੀ ਤੁਸੀਂ ਨਿਊਜ਼ ਹੈ ਉਹ ਸੁਣ ਰਹੇ ਹੋ ਜਾਂ ਅੱਖਾਂ ਨਾਲ ਦੇਖ ਰਹੇ ਹੋ, ਮੈਂ ਉਹ ਨਿਊਜ਼ ਦਾ ਮੇਰੇ ਉੱਤੇ ਕੀ ਇੰਪੈਕਟ ਪੈ ਰਿਹਾ ਹੈ। ਇੰਪੈਕਟ ਅਗਰ ਇਹ ਪੈ ਰਿਹਾ ਕਿ ਚਲੋ ਜੀ ਮੈਨੂੰ ਖਬਰ ਮਿਲ ਰਹੀ ਹੈ, ਦੈਟਸ ਅ ਪੋਜ਼ਿਟਿਵ, ਦੈਟਸ ਵੈਰੀ ਇੰਪੋਰਟੈਂਟ, ਦੈਟਸ ਦ ਰੀਜ਼ਨ ਹੁੰਦਾ ਨਿਊਜ਼ ਦਾ ਜਾਂ ਸੋਸ਼ਲ ਮੀਡੀਆ ਦਾ। ਲੇਕਿਨ ਅਗਰ ਉਹ ਖਬਰ ਮੈਨੂੰ ਦਿਨ ਦੇ ਵਿੱਚ ਬਾਰ-ਬਾਰ ਮੇਰੀ ਜਿਹੜੀਆਂ ਦੂਜੀਆਂ ਕੰਮ ਹੈਗੇ ਆ, ਜਿਹੜੇ ਦੂਜੇ ਕੰਮ ਹੈ, ਉਹਦੇ ਵਿੱਚ ਮੈਨੂੰ ਇੰਪੈਕਟ ਕਰ ਰਹੀ ਹੈ ਨੈਗੇਟਿਵਲੀ, ਦੈਟਸ ਫਿਰ ਮੈਂ ਕਹੂੰਗੀ ਕਿ ਆਪਣੀ ਨਿਊਜ਼ ਨੂੰ ਜਿੰਨਾ ਹੋ ਸਕੇ ਘੱਟ ਕਰ ਦਿਓ। ਅਗਰ ਨਹੀਂ ਦੇਖਣ ਦੀ ਲੋੜ ਹੈ, ਨਾ ਦੇਖੋ। ਤੁਸੀਂ ਕਰਨਾ ਕੀ ਹੈ, ਅਗਰ ਦੇਖਣੀ ਵੀ ਹੈ ਤਾਂ ਤੁਸੀਂ ਦਿਨ ਦੇ ਵਿੱਚ ਅਗਰ ਇੱਕ ਵਾਰ ਦੇਖ ਲਿਆ ਤਾਂ ਬਹੁਤ ਹੈਗਾ, ਕਿਉਂਕਿ ਜੋ ਵੀ ਕੁਝ ਜਦੋਂ ਠੀਕ ਹੋ ਜਾਣਾ ਹੈ ਤੁਹਾਨੂੰ ਪਤਾ ਚੱਲ ਜਾਣਾ, ਉਹ ਇੱਕ ਵਾਰ ਦੇ ਵਿੱਚ ਵੀ ਪਤਾ ਚੱਲ ਜਾਣਾ। ਸੋ ਜਿੰਨਾ ਹੋ ਸਕੇ ਉਹਨੂੰ ਘੱਟ ਰੱਖੋ। ਨੰਬਰ 3 ਜਿਹੜੀ ਹੈਗੀ, ਜਿਵੇਂ ਪਹਿਲਾਂ ਦੱਸਿਆ ਕਿ ਐਕਸਰਸਾਈਜ਼, ਫਿਜ਼ੀਕਲ ਐਕਸਰਸਾਈਜ਼ ਇਜ਼ ਵੈਰੀ ਇੰਪੋਰਟੈਂਟ। ਚਾਹੇ ਉਹਨੂੰ ਤੁਸੀਂ ਯੋਗਾ ਦੇ ਵਿੱਚ ਲੈ ਲਓ, ਸਟ੍ਰੈਚਿੰਗ ਐਕਸਰਸਾਈਜ਼ ਲੈ ਲਓ, ਜਾਂ ਤੁਸੀਂ ਘਰ ਦੇ ਵਿੱਚ ਹੀ ਵਾਕ ਕਰ ਸਕਦੇ ਹੋ, ਸਟੇਅਰਸ ਕਲਾਈਮਿੰਗ ਵਾਕ ਕਰ ਸਕਦੇ ਹੋ, ਜਾਂ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਪਲੇ ਕਰ ਸਕਦੇ ਹੋ, ਤੁਸੀਂ ਉੱਥੇ ਵਾਕ ਕਰ ਲਓ ਜਾਂ ਥ੍ਰੈਡਮਿਲ ਯੂਜ਼ ਕਰ ਲਓ। ਲਾਈਕ ਫਿਜ਼ੀਕਲ ਐਕਸਰਸਾਈਜ਼ ਇਜ਼ ਵੈਰੀ ਇੰਪੋਰਟੈਂਟ। ਦਿਨ ਦੇ ਵਿੱਚ 60 ਮਿੰਟ 90 ਮਿੰਟ ਦਾ ਟਾਈਮ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਦੂਜੀ ਜਿਹੜੀ ਸਪੈਸ਼ਲ ਮੇਨ ਚੀਜ਼ ਸੀਗੀ ਸਕੈਜੂਅਲ। ਪਲੀਜ਼ ਆਪਣੇ ਸਕੈਜੂਅਲ ਨੂੰ ਮੇਨਟੇਨ ਰੱਖੋ, ਜੋ ਤੁਹਾਡਾ ਪਹਿਲੇ ਸੀ। ਸੋਚੋ ਤੁਸੀਂ ਪਹਿਲਾਂ 8 ਘੰਟੇ ਪਹਿਲਾਂ ਕੰਮ ਕਰਦੇ ਸੀ ਜਾਂ 10 ਘੰਟੇ ਕੰਮ ਕਰਦੇ ਸੀ, ਅੱਜ ਤੁਸੀਂ ਉਹ ਘੰਟਿਆਂ ਨੂੰ ਸੇਮ ਹੀ ਰੱਖਣਾ ਹੈ ਤੇ ਉਹਦੇ ਵਿੱਚ ਹੁਣ ਘਰ ਦੇ ਵਿੱਚ ਕੀ ਕੰਮ ਕਰਨ ਵਾਲੇ ਆ। ਪੇਰੈਂਟਸ ਹੈਗੇ ਆ, ਹੁਣ ਅੱਜ ਆਪਾਂ ਪੇਰੈਂਟਸ ਹੀ ਨਹੀਂ ਹੈਗੇ, ਆਪਾਂ ਟੀਚਰਸ ਵੀ ਬਣ ਚੁੱਕੇ ਆ, ਜਿਨ੍ਹਾਂ ਦੇ ਵੀ ਬੱਚੇ ਹੈਗੇ ਆ ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਪੜ੍ਹਦੇ ਆ, ਉਹਨਾਂ ਨੇ ਹੁਣ ਪੇਰੈਂਟਸ ਨੇ ਟੀਚਰ ਬਣ ਕੇ ਵੀ ਕੰਮ ਕਰਨਾ ਹੈ। ਸੋ ਤੁਸੀਂ ਦੇਖੋ, ਸਿਰਫ ਕੰਮ ਇਹ ਚੇਂਜ ਹੋਇਆ ਕਿ ਤੁਸੀਂ ਪਹਿਲਾਂ ਬਾਹਰ ਕੰਮ ਕਰ ਰਹੇ ਸੀ, ਬਹੁਤ ਸਾਰੇ ਪੇਰੈਂਟਸ ਘਰੇ ਵੀ ਕੰਮ ਕਰ ਰਹੇ ਆ। ਸੋ ਦੇ ਹੈਵ ਦ ਸੇਮ ਸਕੈਜੂਲ ਬਹੁਤਾਂ ਦਾ, ਲੇਕਿਨ ਜੋ ਨਹੀਂ ਕਰ ਰਹੇ ਉਹ ਅੱਜ ਆਪਣੇ ਬੱਚਿਆਂ ਨੂੰ ਪੂਰਾ ਟਾਈਮ ਦੇ ਸਕਦੇ ਆ। ਅਗਰ ਉਹਨਾਂ ਦੇ ਕੋਲ ਨਹੀਂ ਹੈ ਤਾਂ ਤੁਸੀਂ ਦੇਖੋ ਕਿ ਉਸ ਟਾਈਮ ਨੂੰ ਤੁਸੀਂ ਹੋਰ ਕੰਮਾਂ ਦੇ ਵਿੱਚ ਲਾ ਸਕਦੇ ਹੋ। ਸੋਚੋਗੇ, ਇਹਨੂੰ ਕਹਿੰਦੇ ਅਸੀਂ ਇੱਕ ਸਟ੍ਰੈਟਜੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸੈਲਫ ਰਿਫਲੈਕਸ਼ਨ, ਜਿਹਨੂੰ ਅਸੀਂ ਆਪਣੇ ਸਪਿਰਿਚੁਅਲਿਟੀ ਦੇ ਵਿੱਚ ਵੀ ਕਿਹਾ ਜਾਂਦਾ ਸੀ ਕਿ ਥੋੜੀ ਦੇਰ 5 ਮਿੰਟ ਦਿਨ ਦੇ ਵਿੱਚ ਜਾਂ 10 ਮਿੰਟ ਦਿਨ ਦੇ ਵਿੱਚ ਕੱਢੋ, ਜਦੋਂ ਤੁਸੀਂ ਅੱਖਾਂ ਬੰਦ ਕਰਕੇ ਬੜੇ ਆਰਾਮ ਨਾਲ ਤੁਸੀਂ ਬੈਠੋ, ਜਿਹਦੇ ਵਿੱਚ ਤੁਹਾਡਾ ਸੈਲਫ ਰਿਫਲੈਕਸ਼ਨ ਹੋਵੇ, ਕਿ ਤੁਸੀਂ ਉਹਦੇ ਵਿੱਚ ਸੋਚ ਸਕਦੇ ਹੋ ਕਿ ਮੈਂ ਅੱਜ ਸਾਰੇ ਦਿਨ ਦੇ ਵਿੱਚ ਕੀ ਕੀਤਾ, ਮੇਰੀ ਲਾਈਫ ਕਿਵੇਂ ਚੱਲ ਰਹੀ ਹੈ, ਮੈਨੂੰ ਕੀ ਹੋਰ ਕਰਨਾ ਹੈ। ਪਹਿਲਾਂ ਤੁਸੀਂ ਇਹ ਜਿਹੜੀ ਤੁਹਾਡੀ ਸੋਚ ਹੈ ਥੋੜੀ ਜਿਹੀ ਵਾਈਡ ਲੈ ਕੇ ਜਾਣੀ ਹੈ, ਫਿਰ ਹੌਲੀ ਹੌਲੀ ਇਹਨੂੰ ਘਰ ਦੇ ਵਿੱਚ ਲੈ ਕੇ ਆਉਣਾ ਹੈ। ਐਂਡ ਦੈਨ ਤੁਸੀਂ ਦੇਖੋਗੇ ਕਿ ਕਿੰਨੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਰਨ ਵਾਲੀਆਂ।
ਚਾਹੇ ਉਹ ਛੋਟੀ ਹੋਣੀ ਹੈ ਕਿ ਮੇਰੀ ਬੇਸਮੈਂਟ ਕਲੀਨ ਕਰਨ ਵਾਲੀ ਹੈ ਜਾਂ ਮੇਰਾ ਗਰਾਜ ਠੀਕ ਕਰਨ ਵਾਲਾ ਹੈ ਜਾਂ ਕਿਚਨ ਦੇ ਵਿੱਚ ਕੁਝ ਕਰਨ ਵਾਲਾ ਸਮਥਿੰਗ। ਤਾਂ ਤੁਸੀਂ ਉਹਨੂੰ ਲਿਸਟ ਦੇ ਵਿੱਚ ਬਣਾਓ, ਉਹਦੀ ਲਿਸਟ, ਕਿਉਂਕਿ ਜਦੋਂ ਤੁਸੀਂ ਉਹ ਲਿਖਦੇ ਹੋ ਤੁਹਾਡੇ ਕੋਲ ਹੁੰਦਾ ਹੈ, ਕਿਉਂਕਿ ਆਪਾਂ ਹਿਊਮਨ ਬੀਇੰਗ ਵਿਦਆਊਟ ਵਰਕ ਨਹੀਂ ਰਹਿ ਸਕਦੇ। ਇਹ ਜਿਹੜੀ ਸੋਚ ਆਉਂਦੀ ਹੈ ਉਹ ਇਸ ਲਈ ਹੈ ਕਿਉਂਕਿ ਆਪਾਂ ਨੂੰ ਉਹਨਾਂ ਆਦਤ ਪੈ ਚੁੱਕੀ ਹੈ ਕਿ ਸਾਨੂੰ ਕੰਮ ਕਰਨਾ ਹੈ, ਕਿਉਂਕਿ ਅਸੀਂ ਨਹੀਂ ਰਹਿ ਸਕਦੇ, ਅਸੀਂ ਖਾਲੀ ਨਹੀਂ ਬੈਠ ਸਕਦੇ, ਔਰ ਉਹ ਖਾਲੀ ਬੈਠ ਹੀ ਨਹੀਂ ਸਕਦੇ, ਇਸ ਲਈ ਉਹ ਨੈਗੇਟਿਵ ਸੋਚ ਆਉਂਦੀ ਕਿ ਹੁਣ ਮੈਂ ਕੀ ਕਰੂੰਗਾ। ਲੇਕਿਨ ਜਦੋਂ ਤੁਸੀਂ ਰੋਜ਼ ਉਹਨੂੰ ਲਿਸਟਿੰਗ ਕਰਦੇ ਹੋ ਕਿ ਤੁਹਾਨੂੰ ਪਤਾ ਹੈ ਮੇਰੇ ਇਹ ਕੰਮ ਹੈਗੇ ਹੈ, ਤੁਸੀਂ ਉਹਨੂੰ ਆਰਗੇਨਾਈਜ਼ ਕਰਦੇ ਹੋ ਦਿਨ ਦੇ ਵਿੱਚ ਕਿ ਓਕੇ ਮੈਂ ਅੱਜ 2 ਘੰਟੇ ਇਹ ਕੰਮ ਕਰੂੰਗਾ, ਫਿਰ ਮੈਂ ਕੱਲ ਇਹ ਕੰਮ ਕਰੂੰਗਾ। ਤੁਸੀਂ ਦੇਖੋਗੇ ਕਿ ਤੁਹਾਡੀ ਸੋਚ ਜਿਹੜੀ ਹੈ ਉਹ ਟਿਕੀ ਹੋਈ ਹੈ, ਬੜੀ ਪੋਜ਼ਿਟਿਵ ਸੋਚ ਹੈ, ਔਰ ਤੁਹਾਡਾ ਐਟੀਟਿਊਡ ਵੀ ਪੋਜ਼ਿਟਿਵ ਹੈ, ਤੁਸੀਂ ਹੈਪੀ ਰਹਿੰਦੇ ਹੋ ਕਿਉਂਕਿ ਤੁਸੀਂ ਆਰਗੇਨਾਈਜ਼ ਵੀ ਹੋ, ਤੁਹਾਡੇ ਕੰਮ ਵੀ ਸਹੀ ਹੋ ਰਿਹਾ ਹੈ, ਤੁਹਾਡੇ ਅੰਦਰ ਨੈਗੇਟਿਵ ਸੋਚ ਆਣੀ ਹੀ ਨਹੀਂ। ਸੋ ਇਹ ਸਕੇਡਿਊਲ ਜਿਹੜਾ ਹੈ ਇਜ਼ ਵੈਰੀ ਵੈਰੀ ਇੰਪੋਰਟੈਂਟ। ਉਹਦੇ ਹਿਸਾਬ ਨਾਲ ਜਿਹੜਾ ਮੈਂ ਕਿਹਾ ਸੈਲਫ ਰਿਫਲੈਕਸ਼ਨ ਐਵਰੀ ਡੇ 5, 10, 15 ਮਿੰਟ ਕੱਢਨੇ ਹੈ ਜੋ ਕਿ ਆਰਾਮ ਨਾਲ ਬੈਠਣਾ ਹੈ ਔਰ ਆਪਣੀ ਇਹ ਸਾਰੀ ਲਿਸਟ ਜਿਹੜੀ ਹੈ ਬਣਾਉਣੀ ਹੈ, ਉਸ ਤੋਂ ਬਾਅਦ ਮੈਂ ਕੀ ਕਰ ਸਕਦਾ ਕੀ ਨਹੀਂ। ਔਰ ਜਿਵੇਂ ਦੱਸਿਆ ਕਿ ਯੋਗਾ ਹੋ ਸਕਦਾ ਤੇ ਮੈਡੀਟੇਸ਼ਨ। ਹਾਂ, ਇਹ ਮੈਂ ਜ਼ਰੂਰ ਦੱਸ ਦਿੰਦੀ ਕਿ ਕਿਸੇ ਨੂੰ ਵੀ ਉਸ ਟਾਈਮ ਤੇ ਇਹ ਸਕਿੱਲਸ ਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਜਾਂ ਨਹੀਂ ਹੋ ਰਿਹਾ ਤਾਂ ਉਹਦੇ ਵਾਸਤੇ ਮੇਰੀ 3 ਸਟੈਪਸ ਕੋਪਿੰਗ ਸਟ੍ਰੈਟਜੀ ਜਿਹੜੀ ਹੈਗੀ ਉਹ ਬਹੁਤ ਅੱਛੀ ਹੈ, ਜਿਹਦੇ ਵਿੱਚ ਤੁਸੀਂ ਡੀਪ ਬਰੀਥਿੰਗ ਕਰ ਸਕਦੇ ਹੋ। ਡੀਪ ਬਰੀਥਿੰਗ ਜਦੋਂ ਕਰਨੀ ਹੈ ਉਹ ਐਟ ਲੀਸਟ ਮੋਰ ਦੈਨ 5 ਟਾਈਮਸ ਔਰ 8 ਟਾਈਮਸ ਕਰਨੀ ਹੈ। ਓਕੇ। ਜਦੋਂ ਡੀਪ ਬਰੀਥਿੰਗ ਕਰਨੀ ਹੈ ਤੁਸੀਂ ਹੋ ਸਕੇ ਤੇ ਆਰਾਮ ਨਾਲ ਆਪਣੀ ਚੇਅਰ ਤੇ ਜਾਂ ਜਿੱਥੇ ਵੀ ਤੁਸੀਂ ਬੈਠਣਾ ਬੈਠ ਕੇ ਅੱਖਾਂ ਨੂੰ ਬੰਦ ਕਰਕੇ ਤੇ ਪ੍ਰੋਪਰਲੀ ਕਰਨੀ ਹੈ। ਪ੍ਰੋਪਰਲੀ ਦਾ ਮਤਲਬ ਹੈ ਕਿ ਤੁਹਾਡਾ ਢਿੱਡ ਫੁੱਲਣਾ ਚਾਹੀਦਾ ਹੈ, ਤੁਹਾਨੂੰ ਨੱਕ ਤੋਂ ਪ੍ਰੋਪਰ ਤੁਸੀਂ ਪੂਰੀ ਡੀਪ ਕਰਕੇ ਬਰੀਥ ਲੈਣੀ ਹੈ ਤੇ ਮੂੰਹ ਤੋਂ ਛੱਡਣੀ ਹੈ। ਇਹ ਕਮ ਸੇ ਕਮ 5 ਤੋਂ ਜ਼ਿਆਦਾ ਵਾਰ ਚਾਹੀਦਾ ਹੈ, 1 ਜਾਂ 2 ਵਾਰ ਨਹੀਂ। ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਅੱਧੇ ਤੋਂ 1 ਗਲਾਸ ਪਾਣੀ ਪੀਤਾ ਔਰ ਉਸ ਤੋਂ ਬਾਅਦ ਤੁਸੀਂ ਵਾਸ਼ਰੂਮ ਜਾਣਾ ਹੈ। ਤੁਸੀਂ ਦੇਖੋਗੇ ਕਿ ਇਹ ਪੂਰੇ ਸਾਈਕਲ ਦੇ ਵਿੱਚ ਜੇ ਤੁਸੀਂ ਵਾਪਸ ਆ ਕੇ ਬੈਠਣਾ ਹੈ, ਤੁਹਾਡੇ ਅੰਦਰ ਇੱਕ ਬਹੁਤ ਫਿਜ਼ੀਕਲੀ ਵੀ ਆਊਗਾ ਤੇ ਸਾਈਕੋਲੋਜੀਕਲੀ ਤੁਸੀਂ ਬਹੁਤ ਕਾਮ ਫੀਲ ਕਰੋਗੇ। ਤੁਹਾਡੇ ਥਾਟ ਪ੍ਰੋਸੈਸ ਜਿਹੜਾ ਹੋਊਗਾ ਬਹੁਤ ਕਲੀਅਰ ਹੋਊਗਾ ਐਂਡ ਯੂ ਕੈਨ ਥਿੰਕ ਮੋਰ ਕਲੀਅਰਲੀ ਕਿ ਮੈਂ ਕਿਸ ਚੀਜ਼ ਤੇ ਸਟ੍ਰੈਸ ਲੈ ਰਿਹਾ ਸੀ ਤੇ ਉਹਦਾ ਜਿਹੜਾ ਆਨਸਰ ਰਿਜ਼ਲਟ ਹੈ ਉਹ ਇਹ ਹੈ, ਮੇਰੇ ਕੋਲ ਆਪਸ਼ਨਸ ਆ ਗਏ। ਤੁਸੀਂ ਸੋਚਣ ਵਾਸਤੇ ਹੋਰ ਕਾਫੀ ਕਲੀਅਰ ਹੋ ਜਾਓਗੇ। ਸੋ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ। ਹੋਰ ਬਹੁਤ ਸਾਰੀਆਂ ਹੈਗੀਆਂ, ਸ਼ਾਇਦ ਮੈਨੂੰ ਹੁਣੇ ਹੋਰ ਯਾਦ ਨਹੀਂ ਆ ਰਹੀਆਂ। ਆਪ ਬਿਲਕੁਲ ਅੱਗੇ ਗੱਲ ਕਰਦੇ ਰਵਾਂਗੇ। ਨਹੀਂ, ਬਹੁਤ ਅੱਛੇ, ਤੁਸੀਂ ਬਹੁਤ ਜ਼ਿਆਦਾ ਸਮਾਂ ਜਿਹੜਾ ਜੀ ਉਹ ਕੱਢਿਆ ਸਾਡੇ ਨਾਲ ਅੱਜ ਆਪਣੇ ਦਰਸ਼ਕਾਂ ਦੇ ਨਾਲ। ਸੋ ਤੁਹਾਡਾ ਜਿੱਥੇ ਮੈਂ ਸ਼ੁਕਰੀਆ ਅਦਾ ਕਰਦਾ ਉੱਥੇ ਆਪਣੇ ਦਰਸ਼ਕਾਂ ਦੇ ਲਈ ਤੁਹਾਡਾ ਜਿਹੜਾ ਨਾਮ, ਨੰਬਰ ਔਰ ਤੁਹਾਡੇ ਜਿਹੜਾ ਬਿਜ਼ਨਸ ਦਾ ਐਡਰੈਸ ਸਾਰਾ ਕੁਝ ਇਹਦੇ ਤੇ ਮੈਂ ਪਾਇਆ। ਸੋ 647 291 4994 ਫੋਨ ਨੰਬਰ ਸਤਵਿੰਦਰ ਖੁਰਮੀ ਹੋਰਾਂ ਦਾ ਹੈ। ਸੋ ਤੁਹਾਡੇ ਨਾਲ ਸੰਪਰਕ ਇਹਨਾਂ ਨੰਬਰਾਂ ਦੇ ਉੱਤੇ ਜਾਂ ਤੁਹਾਡਾ ਜਿਹੜਾ ਸੰਪਰਕ ਤੁਹਾਡੇ ਨਾਲ ਜਿਹੜਾ ਉਦਾਂ ਵੀ ਕੀਤਾ ਜਾ ਸਕਦਾ ਹੈ ਵਾਇਆ ਸੋਸ਼ਲ ਮੀਡੀਆ ਔਰ ਗੂਗਲ ਕਰਕੇ। ਸੋ ਤੁਹਾਡਾ ਜਿੱਥੇ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ, ਉੱਥੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਜਿਹੜਾ ਪੰਜਾਬੀ ਭਾਈਚਾਰੇ ਦੇ ਲਈ, ਸਾਡੇ ਲੋਕਾਂ ਦੇ ਲਈ, ਜਿੱਥੇ ਵੀ ਦੁਨੀਆ ਦੇ ਵਿੱਚ ਹੁਣ ਗੱਲ ਜਾਏਗੀ, ਉਹਨਾਂ ਦੇ ਲਈ ਇੱਕ ਸੁਨੇਹਾ ਹੈ ਕਿ ਆਪਣੇ ਤੁਸੀਂ ਉਹ ਮਨ ਜੀਤੇ ਜਗਜੀਤ ਵਾਲੀ ਜਿਹੜੀ ਗੱਲ ਹੈ ਜੀ ਉਹ ਅਕਸਰ ਕਰਦੇ ਹੋ। ਸੋ ਆਪਣੇ ਮਨ ਨੂੰ ਜਿੱਤੋ, ਤੁਹਾਡਾ ਮਨ ਤੁਹਾਡੇ ਕੰਟਰੋਲ 'ਚ ਹੈ ਔਰ ਇਸ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਤੇ ਬੜਾ ਕੁਛ ਜਿਹੜਾ ਹੈ ਜੀ ਸਾਡੇ ਨੂੰ ਦਿੱਤਾ ਗਿਆ, ਸਾਨੂੰ ਸਾਡੇ ਧਰਮ ਗ੍ਰੰਥਾਂ ਨੇ, ਜਿਸ ਧਰਮ ਨੂੰ ਅਸੀਂ ਮੰਨਦੇ ਹਾਂ। ਔਰ ਪਲੱਸ ਸਾਡੀ ਪਲੇਟ ਦੇ ਵਿੱਚ ਅੱਜ ਖਾਣਾ ਹੈ ਤੇ ਅਸੀਂ ਸਭ ਤੋਂ ਪਹਿਲਾਂ ਸਾਹ ਲੈਣ ਜੋਗੇ ਹੋਏ ਹਾਂ। ਸੋ ਇਹ ਗ੍ਰੈਟੀਟਿਊਡ ਔਰ ਇਹ ਜਿਹੜਾ ਭਾਵਨਾ ਲੈ ਕੇ ਜੇਕਰ ਅਸੀਂ ਚੱਲਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਇਹ ਜਿਹੜੀਆਂ ਅਲਾਮਤਾਂ ਨੇ, ਜਿਹੜੀਆਂ ਇਹ ਮਨ ਦੀ ਉਪਜ ਨੇ, ਮਾਨਸਿਕ ਨੇ, ਇਹ ਮਨੋਰੋਗ ਜਿਹੜੇ ਨੇ ਜੀ, ਇਹਨਾਂ ਤੋਂ ਅਸੀਂ ਦੂਰ ਰਹਿ ਸਕਦੇ ਹਾਂ, ਇਹਨਾਂ ਤੋਂ ਅਸੀਂ ਛੁਟਕਾਰਾ ਵੀ ਪਾਉਣ ਦੇ ਵਿੱਚ ਸਫਲ ਹੋ ਸਕਦੇ ਹਾਂ। ਸੋ ਵਧੇਰੀ ਇਨਡੈਪਥ ਨੌਲੇਜ ਔਰ ਇਨਡੈਪਥ ਜਿਹੜੀ ਕਾਉਂਸਲਿੰਗ ਵਾਸਤੇ ਸਤਵਿੰਦਰ ਖੁਰਮੀ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸੋ ਤੁਹਾਡਾ ਅੱਜ ਦੇ ਇਸ ਹੈਲੋ ਕੈਨੇਡਾ ਦੇ ਇਸ ਖਾਸ ਐਪੀਸੋਡ ਦੇ ਵਿੱਚ ਦਰਸ਼ਕਾਂ ਦੇ ਲਈ ਇਹ ਜਾਣਕਾਰੀ ਲੈ ਕੇ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਮਿਹਰਬਾਨੀ ਜੀ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦੇ ਹਾਂ ਜੀ। ਹੁਣ ਦਿਓ ਇਜਾਜ਼ਤ। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਹੱਸਦੇ ਰਹੋ, ਵਸਦੇ ਰਹੋ ਜੀ। ਧੰਨਵਾਦ।